ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ PPSC ਦੇ ਪ੍ਰੀਵੀਅਸ ਈਅਰ ਜੋ ਆਪਣੇ ਪੇਪਰ ਹੋਏ ਸੀ ਉਹਦੇ ਸੈੱਟ 4 ਲੈ ਕੇ ਆਏ ਹਾਂ ਤੇ ਉਹਦੇ ਟੌਪ ਆਪਾਂ 200 MCQ ਕਰ ਰਹੇ ਹਾਂ, ਜਿਹਦੇ ਵਿੱਚੋਂ ਕਿ ਆਪਾਂ ਤਿੰਨ ਸੈੱਟ ਕਰ ਚੁੱਕੇ ਹਾਂ। 3 ਕਲਾਸਾਂ ਆਪਣੀਆਂ ਲੱਗ ਚੁੱਕੀਆਂ ਨੇ ਛੋਟੀਆਂ, ਜਿਹਦੇ ਵਿੱਚ ਕਿ ਆਪਾਂ 150 ਤੱਕ MCQ ਕਰ ਚੁੱਕੇ ਸੀ। ਆਪਾਂ ਇਸ ਕਲਾਸ ਦੇ ਵਿੱਚ ਸਿਰਫ ਉਹੀ MCQ ਚੱਕੇ ਆ ਜਿਹੜੇ ਕਿ PPSC ਬਾਰ-ਬਾਰ ਰਿਪੀਟ ਕਰ ਰਿਹਾ ਵਾ, ਠੀਕ ਆ, ਲਾਸਟ 10 ਸਾਲਾਂ ਤੋਂ। ਸੋ ਕੁਝ MCQ ਇਹਦੇ ਵਿੱਚ ਇਦਾਂ ਜ਼ਰੂਰੀ ਨਹੀਂ ਕਿ ਇਹ ਸਿਰਫ PPSC ਹੀ ਰਿਪੀਟ ਕਰ ਰਿਹਾ ਹੈ। ਇਹ ਉਹ ਕੁਐਸਚਨ ਨੇ ਜਿਹੜੇ ਕਿ ਪੰਜਾਬ ਦੇ ਜਾਂ ਕਿਸੇ ਵੀ ਪੇਪਰ ਦੇ, ਤੁਸੀਂ ਸੈਂਟਰ ਦੇ ਪੇਪਰ ਦੇ ਵਿੱਚ ਵੀ ਬੈਠੋਗੇ, SSC ਦੇ ਪੇਪਰ ਦੇ ਵਿੱਚ ਵੀ ਜਾਓਗੇ, ਉੱਥੇ ਵੀ ਤੁਹਾਨੂੰ ਇਹ ਵਾਲੇ ਕੁਐਸਚਨ ਦੇਖਣ ਨੂੰ ਮਿਲਣਗੇ ਸਿਰਫ ਪੰਜਾਬ GK ਨੂੰ ਛੱਡ ਕੇ, ਕਿਉਂਕਿ ਪੰਜਾਬ GK ਸਿਰਫ ਪੰਜਾਬ ਦੇ ਵਿੱਚ ਹੀ ਜ਼ਿਆਦਾ ਪੁੱਛੀ ਜਾਂਦੀ ਆ। ਸੋ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਆਪਾਂ ਆਪਣੇ ਵੱਲੋਂ ਇੱਕ ਵੀ ਕੁਐਸਚਨ ਐਡ ਨਹੀਂ ਕੀਤਾ, ਸਾਰੇ ਦੇ ਸਾਰੇ ਕੁਐਸਚਨ 200 ਦਾ 200 ਕੁਐਸਚਨ ਆਪਣਾ PPSC ਦਾ ਪ੍ਰੀਵੀਅਸ ਈਅਰ ਪੇਪਰਾਂ ਦਾ ਵਾ। ਸੋ ਤੁਸੀਂ ਚੈੱਕ ਕਰ ਸਕਦੇ ਹੋ ਵੈਰੀਫਾਈ ਜਾ ਕੇ ਕੋਈ ਵੀ ਪੇਪਰ ਦੇ ਨਾਲ ਮਿਲਾ ਕੇ, ਠੀਕ ਆ ਜੀ। ਸੋ ਆਪਣੇ ਵੱਲੋਂ ਆਪਾਂ ਕੋਈ ਨਹੀਂ ਐਡ ਕੀਤਾ ਤੇ ਇਹਦੀ ਜਿਹੜੀ ਆਨਸਰ ਕੀ ਆਪਾਂ ਮਿਲਾਈ ਆ ਉਹ ਨਾਲ PPSC ਦੇ ਨਾਲ ਹੀ ਮਿਲਾਈ ਆ। ਅਗਰ ਵਿੱਚ ਫੇਰ ਵੀ ਮੇਰੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਆ ਕਿ ਸਾਰੇ ਦੇ ਸਾਰੇ ਆਨਸਰ ਮੇਰੇ ਸਹੀ ਹੋਣ ਤੇ PPSC ਦੇ ਨਾਲ ਮੈਚ ਕਰਦੇ ਹੋਣ, ਬਟ ਫੇਰ ਵੀ ਜੇਕਰ ਥੋੜਾ ਬਹੁਤ ਕੋਈ ਕਿਸੇ ਦੇ ਵਿੱਚ ਵੀ ਤੁਹਾਨੂੰ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ, ਆਪਾਂ ਤੁਹਾਨੂੰ ਰਿਪਲਾਈ ਕਰਕੇ ਕਲੀਅਰ ਕਰ ਦੇਵਾਂਗੇ। ਹੁਣ ਦੇਖੋ ਜੀ, 151 ਨੰਬਰ ਕੁਐਸਚਨ ਆ ਗਿਆ। ਪਹਿਲੀ ਗੱਲ, ਇੱਕ ਚੀਜ਼ ਹੋਰ ਧਿਆਨ ਰੱਖਿਓ ਤੁਸੀਂ ਕਿ ਜਿਹੜੇ ਹੁਣ PSSS ਦੀਆਂ ਪੋਸਟਾਂ ਆਈਆਂ ਨੇ, ਨਵੀਆਂ ਨਿਕਲੀਆਂ ਨੇ, ਵੀਡੀਓ ਦੀ ਗ੍ਰਾਮ ਸੇਵਕ ਤੇ PSSS ਕਲਰਕ, ਉਹਦੇ ਵਿੱਚੋਂ ਵੀ ਤੁਹਾਨੂੰ ਇਹਦੇ ਵਿੱਚੋਂ ਕੁਐਸਚਨ ਦੇਖਣ ਨੂੰ ਮਿਲਣਗੇ। ਸੋ ਇਦਾਂ ਨਹੀਂ ਮੈਂ ਕਹਿੰਦਾ ਕਿ ਅਗਰ 20 ਕੁਐਸਚਨ ਆ ਰਹੇ ਨੇ ਤੁਹਾਨੂੰ 10 ਕੁਐਸਚਨ ਦੇਖਣ ਨੂੰ ਮਿਲ ਜਾਣਗੇ, 5 ਦੇਖਣ ਨੂੰ ਮਿਲ ਜਾਣਗੇ। ਇਹ ਹੁੰਦਾ ਵਾ ਕਿ ਜਿਹੜੇ ਪ੍ਰੀਵੀਅਸ ਈਅਰ ਕੁਝ ਇਦਾਂ ਦੇ ਕੁਐਸਚਨ ਹੁੰਦੇ ਨੇ ਜਿਹੜੇ ਕਿ 2-4 ਕੁਐਸਚਨ ਰਿਪੀਟ ਹੋ ਜਾਂਦੇ ਹੁੰਦੇ ਨੇ। ਸੋ ਉਹਦੇ ਲਈ ਆਪਾਂ ਇਹ ਸੀਰੀਜ਼ ਲੈ ਕੇ ਆਏ ਹਾਂ ਤੇ ਇਹਦੇ ਨਾਲ ਤੁਹਾਡੀ ਖੁਦ ਨੂੰ ਪਤਾ ਲੱਗੇਗਾ ਕਿ ਤੁਹਾਡੀ ਤਿਆਰੀ ਕਿੰਨੀ ਕਾ, ਕਿਉਂਕਿ ਸਾਰੇ ਟੌਪਿਕਸ ਦੇ ਮਿਕਸ ਕੁਐਸਚਨ ਆ। ਦੇਖੋ ਜੀ, 151 ਨੰਬਰ ਕੁਐਸਚਨ। ਸੋ ਉਹ ਕਹਿੰਦਾ ਜੀ ਇੱਕ ਫੋਰਟ ਸੀਗਾ, ਠੀਕ ਆ, ਸੈਂਟ ਜਾਰਜ, ਜਿਹੜਾ ਕਿ ਅੰਗਰੇਜ਼ਾਂ ਨੇ ਲਾਇਆ ਸੀ, ਠੀਕ ਆ, ਬ੍ਰਿਟਿਸ਼ਰ ਨੇ ਲਗਾਇਆ ਸੀ। ਉਹ ਦੱਸੋ ਜੋ ਇੰਡੀਆ ਦਾ ਜਿਹੜਾ ਪਹਿਲਾ ਲਾਇਆ ਸੀ ਇਹ, ਠੀਕ ਆ, ਕਿਲਾ ਸਥਾਪਿਤ ਕੀਤਾ ਸੀ, ਉਹ ਕਿੱਥੇ ਸਥਾਪਿਤ ਕੀਤਾ ਸੀ? ਬੰਬੇ 'ਚ ਕੀਤਾ ਸੀ, ਚਿੰਸਰਾਜ 'ਚ ਕੀਤਾ ਸੀ, ਕਲਕੱਤਾ 'ਚ ਕੀਤਾ ਸੀ ਜਾਂ ਮਦਰਾਸ 'ਚ ਕੀਤਾ ਸੀ? ਸੋ ਤੁਹਾਨੂੰ ਆਪਾਂ 5 ਸੈਕਿੰਡ ਦੇਵਾਂਗੇ ਇਹਦੇ ਲਈ, ਤੁਸੀਂ 5 ਸੈਕਿੰਡ ਤੁਹਾਡੇ ਕੋਲੇ ਬਹੁਤ ਨੇ ਸੋਚਣ ਲਈ। ਸੋ ਤੁਸੀਂ ਸੋਚ ਲਿਆ ਹੋਏਗਾ, ਠੀਕ ਆ ਜੀ। ਸੋ ਇਹਦਾ ਸੀ ਮਦਰਾਸ ਆਨਸਰ ਬਿਲਕੁਲ ਸਹੀ ਹੋਏਗਾ। ਸੀ ਇਹ ਵਾਲੀ ਪਹਿਲਾ ਆਪਣਾ ਸੀਗਾ, ਠੀਕ ਆ, ਕਿਲਾ ਜਿੱਥੇ ਕਿ ਫੋਰਟ ਸੈਂਟ ਜਾਰਜ ਮਦਰਾਸ ਦੇ ਵਿੱਚ ਲਾਇਆ ਸੀ ਇਹਨਾਂ ਨੇ, ਠੀਕ ਆ ਜੀ। ਸੋ 151 ਨੰਬਰ ਦਾ ਸੀ ਸਹੀ ਹੋ ਜਾਏਗਾ। ਨੈਕਸਟ ਕੁਐਸਚਨ ਆ ਗਿਆ ਜੀ ਸਾਡਾ। ਉਹ ਕਹਿੰਦਾ ਜੀ ਟਰੀਜ਼ ਜਿਹੜੇ ਹੁੰਦੇ ਨੇ, ਜਿਹੜੇ ਰੁੱਖ ਹੁੰਦੇ ਨੇ, ਠੀਕ ਆ, ਉਹ ਮਤਲਬ ਆਪਾਂ ਦੇਖਦੇ ਹਾਂ ਕਿ ਸਰਦੀ ਦੇ ਮੌਸਮ ਵਿੱਚ ਰੁੱਖ ਆਪਣੇ ਪੱਤੇ ਨਾ ਝਾੜਨ ਲੱਗ ਜਾਂਦੇ ਆ ਵਿੰਟਰ ਸੀਜ਼ਨ 'ਚ। ਉਹ ਕਿਹਦੇ ਕਰਕੇ ਝਾੜਦੇ ਆ? ਕੰਜ਼ਰਵੇਸ਼ਨ ਆਫ ਹੀਟ, ਗਰਮੀ ਤੋਂ ਬਚਣ ਲਈ ਝਾੜਦੇ ਆ। ਟੇਕ ਰੈਸਟ ਆਫਟਰ ਦਾ ਸਮਰ ਗਰੋਥ, ਕਿਉਂਕਿ ਗਰਮੀ ਦਾ ਜਦੋਂ ਵੱਧਦੇ ਤੋਂ ਬਾਅਦ ਆਰਾਮ ਲਈ, ਮਤਲਬ ਸਿਆਲ ਆ ਗਿਆ ਤਾਂ ਆਰਾਮ ਲਈ ਕਰਦੇ ਨੇ। ਕੰਜ਼ਰਵੇਸ਼ਨ ਆਫ ਵਾਟਰ ਲਈ, ਪਾਣੀ ਦੀ ਸੰਭਾਲ ਲਈ ਕਰਦੇ ਨੇ। ਜਾਂ ਅਸਕੇਪ ਬੀਇੰਗ ਈਟਨ ਬਾਈ ਐਨੀਮਲ, ਜਾਨਵਰਾਂ ਦੁਆਰਾ ਖਾ ਜਾਣ ਤੋਂ ਬਚਣ ਲਈ। ਸੋ ਇਹ ਕੁਐਸਚਨ ਤੁਸੀਂ ਪਹਿਲਾਂ ਛੋਟੀਆਂ ਕਲਾਸਾਂ ਦੇ ਵਿੱਚ ਵੀ ਬਹੁਤ ਵਾਰ ਪੜ੍ਹਿਆ ਹੋਵੇਗਾ, ਸੋ ਇਹਦਾ ਤੁਹਾਨੂੰ ਆਨਸਰ ਸਾਰਿਆਂ ਨੂੰ ਪਤਾ ਹੋਵੇਗਾ। ਸੋ PPSC ਇਦਾਂ ਦੇ ਕੁਐਸਚਨ ਵੀ ਪੁੱਛਦਾ ਵਾ, ਠੀਕ ਆ। ਸੋ ਇਹਦਾ ਸੀ ਆਨਸਰ ਬਿਲਕੁਲ ਸਹੀ ਚੱਲੇਗਾ, ਪਾਣੀ ਦੀ ਸੰਭਾਲ ਲਈ, ਕੰਜ਼ਰਵੇਸ਼ਨ ਵਾਟਰ ਲਈ, ਠੀਕ ਆ। ਸੋ ਪਿਛਲਾ ਜੋ ਆਪਣੀਆਂ ਕਲਾਸ ਹੋਈ ਸੀ, ਪਿਛਲੀ ਕਲਾਸ ਦੇ ਵਿੱਚ ਕੁਝ ਆਪਣੇ ਸਟੂਡੈਂਟਸ ਨੇ ਮੈਸੇਜ ਕੀਤਾ ਸੀ ਕਿ ਅੱਖਰ ਥੋੜੇ ਜਿਹੇ ਜੋ ਵਰਡ ਨੇ ਇਹਦੇ ਨਾ ਥੋੜੇ ਜਿਹੇ ਛੋਟੇ ਲੱਗ ਰਹੇ ਨੇ। ਸੋ ਜਿਹਦੇ ਕਰਕੇ ਮੈਂ ਹੁਣ ਅੱਖਰਾਂ ਦਾ ਜਿਹੜਾ ਸਾਈਜ਼ ਆ ਉਹ ਵਧਾ ਦਿੱਤਾ ਹੋਇਆ। ਅਗਰ ਫਿਰ ਵੀ ਤੁਹਾਨੂੰ ਛੋਟੇ ਲੱਗਣ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ, ਆਪਾਂ ਹੋਰ ਛੋਟੇ ਕਰ ਦੇਵਾਂਗੇ, ਵੱਡੇ ਕਰ ਦੇਵਾਂਗੇ, ਠੀਕ ਆ ਜੀ। ਹੁਣ ਦੇਖੋ ਜੀ, ਮੋਸਟ ਇੰਪੋਰਟੈਂਟ ਕੁਐਸਚਨ ਆ। ਪੰਜਾਬ ਦੇ ਲਗਭਗ ਤੁਸੀਂ ਦੇਖੋਗੇ ਕਿ 5-6 ਐਗਜ਼ਾਮ ਦੇ ਵਿੱਚ ਇਹ ਰਿਪੀਟ ਹੋ ਚੁੱਕਿਆ ਵਾ। ਕਹਿੰਦਾ ਇਹਨਾਂ ਦੇ ਵਿੱਚੋਂ ਕਿਹੜੀ ਕੰਟਰੀ ਆ ਜਿਹੜੀ ਸਾਰਕ ਦੀ ਮੈਂਬਰ ਨਹੀਂ ਗੀ? ਸੋ ਬਹੁਤ ਇੰਪੋਰਟੈਂਟ ਕੁਐਸਚਨ ਆ, ਠੀਕ ਆ। ਸੋ ਸਾਰਕ ਦੇ ਵਿੱਚ ਸਭ ਤੋਂ ਪਹਿਲਾਂ ਇਹਦਾ ਮੈਂ ਨੇਪਾਲ ਨਹੀਂ ਗੀ, ਬੰਗਲਾਦੇਸ਼ ਨਹੀਂ, ਅਫਗਾਨਿਸਤਾਨ ਨਹੀਂ ਜਾਂ ਮਿਆਂਮਾਰ ਨਹੀਂ। ਸੋ ਤੁਸੀਂ ਦੇਖਣਾ। ਸੋ ਇਹਦੀ ਇੱਕ ਨਾ ਟ੍ਰਿਕ ਆ, ਇਹਦੀ ਮੈਂ ਟ੍ਰਿਕ ਤੁਹਾਨੂੰ ਦੱਸ ਦਿੰਦਾ। MBBS ਯਾਦ ਕਰ ਲਿਆ, ਠੀਕ ਆ, ਜਿੱਦਾਂ ਡਾਕਟਰ ਹੁੰਦੇ ਨੇ। MBBS ਡਾਕਟਰ ਕੋਲੇ ਆਪਾਂ ਕਿਉਂ ਜਾਂਦੇ ਆ? ਪੇਨ ਲਈ। MBBS ਪੇਨ ਜੇ ਤੁਹਾਨੂੰ ਯਾਦ ਹੋ ਗਿਆ ਨਾ ਤਾਂ ਤੁਹਾਨੂੰ ਸਾਰਕ ਦੇ ਜਿਹੜੇ ਇਹ 8 ਦੇ 8 ਦੇਸ਼ ਨੇ ਇਹ ਤੁਹਾਨੂੰ ਯਾਦ ਹੋ ਜਾਣਗੇ। ਸੋ ਦੇਖੋ ਤੁਸੀਂ ਇਹਨਾਂ ਦੇ ਵਿੱਚੋਂ ਫਿਲਹਾਲ ਪਹਿਲਾਂ ਤੁਸੀਂ ਆਨਸਰ ਦਿਓ, ਫਿਰ ਮੈਂ ਤੁਹਾਨੂੰ ਦੱਸ ਦਵਾਂ। ਮੈਂ ਪੂਰੀ ਸਲਾਈਡ ਐਡ ਕੀਤੀ ਹੋਈ ਹੈ ਨਾਲ, ਤੁਸੀਂ ਆਪਦਾ ਕਲੀਅਰ ਹੋ ਜਾਏਗਾ ਤੁਹਾਡਾ। ਨੇਪਾਲ ਨੀਗਾ, ਠੀਕ ਆ, ਨਹੀਂ ਪੁੱਛਿਆ ਇਹਨਾਂ ਨੇ, ਇੱਕ ਚੀਜ਼ ਦਾ ਧਿਆਨ ਦੇਣਾ ਤੁਸੀਂ। ਨੇਪਾਲ, ਬੰਗਲਾਦੇਸ਼, ਅਫਗਾਨਿਸਤਾਨ ਜਾਂ ਮਿਆਂਮਾਰ। ਸੋ ਇਹ ਮਿਆਂਮਾਰ ਇੱਕ ਇਹੋ ਜਿਹਾ ਵਾ ਜਿਹੜਾ ਕਿ ਇਸ ਟਾਈਮ ਦੇ ਉੱਤੇ ਆਪਣਾ ਸਾਰਕ ਦਾ ਮੈਂਬਰ ਨਹੀਂਗਾ, ਠੀਕ ਆ। M ਤੋਂ ਮਾਲਦੀਵ ਪੈਂਦਾ ਵਾ, ਮਾਲਦੀਵ ਇਹਦਾ ਐਂਟਰ। ਹੁਣ ਦੇਖੋ ਜੀ, ਇਹਦੇ ਵਿੱਚ ਇਹਨਾਂ ਨੇ ਤੁਹਾਨੂੰ ਕਨਫਿਊਜ਼ ਕਰਨ ਲਈ ਇਹਨਾਂ ਨੇ, ਦੇਖੋ ਜੀ, ਇਹਨਾਂ ਨੇ ਮੈਂ ਇੱਥੇ ਤੁਹਾਡਾ ਐਡ ਕੀਤਾ। ਪਹਿਲਾਂ ਤਾਂ ਸਾਰਕ ਦੀ ਤੁਸੀਂ ਸਥਾਪਨਾ ਦੇਖਣੀ ਆ। ਸਥਾਪਨਾ ਇਹਦੀ 1985 'ਚ ਹੋਈ ਸੀ। ਦੇਖੋ ਹੁਣ MBBS ਪੈਨ ਦੀ ਗੱਲ ਕਰਦੇ ਸੀ ਆਪਾਂ, ਠੀਕ ਆ, MBBS ਪੈਨ। ਹੁਣ ਦੇਖੋ ਐਗਜ਼ਾਮੀਨਰ ਨੂੰ ਵੀ ਇਹ ਚੀਜ਼ ਪਤਾ ਲੱਗ ਗਈ ਕਿ ਲੋਕ ਜੋ ਇਹਨਾਂ ਨੇ ਸੌਖੇ ਤਰੀਕੇ ਦੇ ਨਾਲ ਬਣਾਇਆ ਹੋਇਆ ਵਾ। ਹੁਣ M ਤੋਂ ਮਾਲਦੀਵ ਵੀ ਆ ਗਿਆ, ਠੀਕ ਆ। ਬਟ ਦੇਖੋ ਤੁਸੀਂ M ਤੋਂ ਉਹਨਾਂ ਨੇ ਮਿਆਂਮਾਰ ਪਾਤਾ ਕਿ ਬੱਚੇ ਕਨਫਿਊਜ਼ ਹੋਣ, ਬਟ ਤੁਸੀਂ ਕਨਫਿਊਜ਼ ਨਹੀਂ ਹੋਣਾ। ਇਹਨੂੰ ਤੁਸੀਂ ਯਾਦ ਕਰ ਲੈਣਾ। B ਤੋਂ ਬੰਗਲਾਦੇਸ਼ ਆ ਗਿਆ, ਅਗਲੀ B ਤੋਂ ਭੂਟਾਨ ਆ ਜਾਂਦਾ ਵਾ, ਠੀਕ ਆ। S ਤੋਂ ਆ ਜਾਂਦਾ ਵਾ ਆਪਣਾ ਸ਼੍ਰੀਲੰਕਾ, P ਤੋਂ ਪਾਕਿਸਤਾਨ ਆ ਗਿਆ, A ਤੋਂ ਅਫਗਾਨਿਸਤਾਨ ਆ ਗਿਆ, I ਤੋਂ ਇੰਡੀਆ। ਇਹ ਯਾਦ ਰੱਖਣਾ, ਠੀਕ ਆ, ਇੰਡੀਆ ਆਪਣਾ ਮੈਂਬਰ ਆ। N ਤੋਂ ਨੇਪਾਲ। ਸੋ ਤੁਸੀਂ ਇਹ ਯਾਦ ਕਰ ਲੈਣਾ ਵਾ, ਠੀਕ ਆ। MBBS ਪੇਨ ਆਪਾਂ ਯਾਦ ਕਰ, ਇਹ ਯਾਦ ਹੋ ਗਿਆ ਤਾਂ ਤੁਹਾਡਾ 1 ਨੰਬਰ ਪੱਕਾ, ਕਿਉਂਕਿ ਇਹ ਕੁਐਸਚਨ ਬਹੁਤ ਵਾਰ ਰਿਪੀਟ ਹੋਇਆ। ਹੁਣ ਦੇਖੋ ਜੀ, ਉਹ ਕਹਿੰਦਾ ਜੀ ਇੱਕ ਕੁਐਸਚਨ ਆ, ਪੰਜਾਬ GK ਦਾ ਕੁਐਸਚਨ ਆ, ਇਹ ਪੇਪਰ ਦੇ ਵਿੱਚ ਆਇਆ ਹੋਇਆ ਵਾ PPSC ਦੇ ਹੀ ਕਿਸੇ ਪੇਪਰ 'ਚ। ਇਹ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਇਹ ਕਿੰਨਾ ਦੁਆਰਾ ਲਿਖਿਆ ਗਿਆ? ਕਿਹੜੇ ਗੁਰੂ ਸਾਹਿਬਾਂ ਦੁਆਰਾ ਲਿਖਿਆ ਗਿਆ ਵਾ ਇਹ? ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਅਰਜਨ ਦੇਵ ਜੀ ਜਾਂ ਗੁਰੂ ਤੇਗ ਬਹਾਦਰ ਜੀ? ਸੋ ਤੁਸੀਂ ਸੋਚਣਾ ਵਾ।
सोच लिया होएगा कि मित्र प्यारे नूं हाल मुरीदां दा कहना ये किन्ना द्वारा लिखा गया है, ठीक है जी। सो सोच लिया, सो ਇਹਦਾ बी आंसर सही चला जाएगा, गुरु गोबिंद सिंह जी द्वारा, ठीक है जी। सो ਇਹਨੂੰ ਤੁਸੀਂ याद करना, इदां दे क्वेश्चन पीपीएससी ਪੁੱਛਦਾ ਆਇਆ ਵਾ। ਕਹਿੰਦਾ ਜੀ ਇਹਨਾਂ ਦੇ ਵਿੱਚੋਂ ਦੱਸੋ, ਇੱਕ ਨਾ ਪਬਲਿਕ ਸੇਫਟੀ ਤੇ ਟ੍ਰੇਡ ਡਿਸਪਿਊਟ ਬਿੱਲ ਸੀਗਾ, ਠੀਕ ਆ, ਬਿੱਲ ਦੇ ਖਿਲਾਫ ਇਹ ਬ੍ਰਿਟਿਸ਼ ਸਰਕਾਰ ਨੇ ਇੰਟਰੋਡਿਊਸ ਕੀਤਾ ਸੀ। ਇਹ ਆਪਾਂ ਮਾਡਰਨ ਹਿਸਟਰੀ 'ਚ ਕਰ ਚੁੱਕੇ ਹਾਂ ਟੌਪਿਕ ਬਹੁਤ ਚੰਗੀ ਤਰ੍ਹਾਂ। ਤਾਂ ਇਹਨਾਂ ਨੇ ਨਾ ਇਹਦੇ ਬਿੱਲ ਦੇ ਖਿਲਾਫ ਨਾ ਅਸੈਂਬਲੀ ਦੇ ਵਿੱਚ ਨਾ ਬੰਬ ਸੁੱਟਤਾ ਸੀਗਾ ਭਗਤ ਸਿੰਘ ਨੇ। ਸੋ ਤੁਸੀਂ ਦੱਸਣਾ ਕਿ ਭਗਤ ਸਿੰਘ ਦੇ ਨਾਲ ਕੌਣ ਸੀਗੇ? ਪੁਟਕੇਸ਼ਵਰ ਦੱਤ ਸੀ, ਸੁਖਦੇਵ ਸੀ, ਰਾਜਗੁਰੂ ਸੀ ਜਾਂ ਚੰਦਰ ਸ਼ੇਖਰ ਆਜ਼ਾਦ ਸੀ? ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ। ਇਹ ਆਪਣਾ ਇਹ ਵਾਲਾ ਜਿਹੜਾ ਕੁਐਸਚਨ ਆ 2 ਵਾਰੀ 2021 ਚ ਰਿਪੀਟ ਹੋ ਚੁੱਕਾ। ਇੱਕ ਵਾਰੀ ਪੰਜਾਬ ਪੁਲਿਸ SI ਦੇ ਵਿੱਚ ਵੀ ਇਹ ਕੁਐਸਚਨ ਰਿਪੀਟ ਹੋਇਆ ਵਾ, ਤੇ PSPCL ਦੇ ਵਿੱਚ ਵੀ ਸ਼ਾਇਦ ਇੱਕ ਰਿਪੀਟ ਹੋ ਚੁੱਕਿਆ ਵਾ ਇਹ। ਸੋ ਇਹਦੇ ਨਾਲ ਤੁਹਾਨੂੰ ਪਤਾ ਹੋਗਾ ਕਿ ਪੁਟਕੇਸ਼ਵਰ ਦੱਤ ਸੀਗੇ, ਇਹਨਾਂ ਦੋਨਾਂ ਨੇ ਅਸੈਂਬਲੀ ਹਾਲ ਦੇ ਵਿੱਚ ਬੰਬ ਸੁੱਟਿਆ ਸੀ, ਠੀਕ ਆ। ਸੋ ਇੱਕ ਇਹਦੀ ਡੇਟ ਜ਼ਰੂਰ ਯਾਦ ਕਰਨੀ ਆ, ਬਹੁਤ ਇੰਪੋਰਟੈਂਟ ਡੇਟ ਬਣਦੀ ਆ 8 ਅਪ੍ਰੈਲ 1929। ਕਈ ਵਾਰ ਇਹ ਸਿੱਧਾ ਡਾਇਰੈਕਟ ਇਹ ਚੀਜ਼ ਵੀ ਪੁੱਛ ਲੈਂਦੇ ਨੇ, ਠੀਕ ਆ ਜੀ। ਨੈਕਸਟ ਆ ਗਿਆ ਆਪਣਾ ਕੁਐਸਚਨ। ਹੁਣ ਉਹ ਕਹਿੰਦੇ ਨੇ ਜੀ ਫਰੋਮ ਵੇਅਰ ਵਾਜ਼ ਬੰਦਾ ਸਿੰਘ ਬਹਾਦਰ ਕੈਪਚਰਡ ਬਾਏ ਦਾ ਮੁਗਲ ਫੋਰਸ। ਕਹਿੰਦਾ ਜੀ ਮੁਗਲ ਫੋਰਸ ਨੇ ਬੰਦਾ ਸਿੰਘ ਬਹਾਦਰ ਨੂੰ ਕਿੱਥੋਂ ਫੜਿਆ ਸੀ, ਕਿਹੜੀ ਜਗ੍ਹਾ ਤੋਂ ਫੜਿਆ ਸੀ? ਅਨੰਦਪੁਰ ਸਾਹਿਬ ਤੋਂ, ਸਮਾਣਾ ਤੋਂ, ਚਮਕੌਰ ਦੀ ਗੜੀ ਤੋਂ ਜਾਂ ਫੋਰਟ ਆਫ ਗੁਰਦਾਸ ਨੰਗਲ ਤੋਂ? ਤੁਸੀਂ ਦੱਸਣਾ ਵਾ। ਸੋ ਆਪਾਂ ਤੁਹਾਨੂੰ 5 ਸੈਕਿੰਡ ਦਾ ਟਾਈਮ ਦਿੱਤਾ ਵਾ, ਠੀਕ ਆ। ਜ਼ਿਆਦਾ ਟਾਈਮ ਨਹੀਂ ਆਪਾਂ ਦੇਵਾਂਗੇ ਕਿਉਂਕਿ ਉਹਦੇ ਨਾਲ ਫਿਰ ਆਪਣਾ ਬਹੁਤ ਜ਼ਿਆਦਾ ਟਾਈਮ ਵੇਸਟ ਹੋਊਗਾ। ਆਪਾਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਨਾ, ਨਾ ਹੀ ਆਪਾਂ ਜ਼ਿਆਦਾ ਐਕਸਪਲੇਨ ਕਰਾਂਗੇ। ਸੋ ਫੋਰਟ ਆਫ ਗੁਰਦਾਸ ਨੰਗਲ ਆਪਣਾ ਬਿਲਕੁਲ ਸਹੀ ਹੋ ਜਾਏਗਾ, ਜਿੱਥੋਂ ਕਿ ਇਹਨਾਂ ਨੂੰ ਆਪਾਂ ਨੂੰ ਕੈਪਚਰ ਕਰ ਲਿਆ ਸੀਗਾ, ਤੇ ਉਸ ਤੋਂ ਬਾਅਦ ਫਾਰੂਕ ਸ਼ੇਰ ਨੇ ਉਸ ਟਾਈਮ ਦੇ ਉੱਤੇ ਹੁਕਮ ਦਿੱਤਾ ਸੀ, ਤਾਂ ਇਹਨਾਂ ਨੂੰ ਮਤਲਬ ਸ਼ਹੀਦ ਕਰ ਦਿੱਤਾ ਸੀ। ਇੱਕ ਤੁਸੀਂ ਹੋਰ ਮੈਨੂੰ ਆਨਸਰ ਦੇਣਾ ਮੈਂ ਇਹਦਾ, ਠੀਕ ਆ। ਸੋ ਇਹਦੇ ਨਾਲ ਤੁਹਾਡਾ ਆਪਦਾ ਹੋਏਗਾ ਕਿ ਬੰਦਾ ਸਿੰਘ ਬਹਾਦਰ ਸੀ ਜਿਹੜੇ, ਉਹਨਾਂ ਦੀ ਸ਼ਹੀਦੀ ਕਿਹੜੇ ਸਾਲ ਦੇ ਵਿੱਚ ਹੋਈ ਸੀ? ਇਹ ਕੁਐਸਚਨ PSSB ਦੇ ਕਲਰਕ 2021 ਐਗਜ਼ਾਮ ਦੇ ਵਿੱਚ ਆ ਚੁੱਕਿਆ ਵਾ। ਸੋ ਤੁਸੀਂ ਦੱਸਣਾ ਵਾ, ਠੀਕ ਆ। ਇਹ ਕਮੈਂਟ ਬਾਕਸ ਦੇ ਵਿੱਚ, ਜੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਆਪਣਾ ਸਰਚ ਕਰੋ ਇਹਨੂੰ, ਠੀਕ ਹੈ ਜੀ। ਫੋਰਟ ਆਫ ਗੁਰਦਾਸ ਨੰਗਲ ਆਪਣਾ ਸਹੀ ਆ ਗਿਆ ਇਹਦਾ। ਹੁਣ 157 ਨੰਬਰ ਕੁਐਸਚਨ ਆ ਗਿਆ। ਉਹ ਕਹਿੰਦੇ ਜੀ ਗੁਰੂ ਨਾਨਕ ਦੇਵ ਜੀ ਰਿਲੇਟਡ ਟੂ ਦਾ ਪਲੇਸ ਆਫ ਕਰਤਾਰ। ਕਹਿੰਦਾ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਕਰਤਾਰਪੁਰ ਸਾਹਿਬ ਦੇ ਅਸਥਾਨ ਨਾਲ ਉਹਨਾਂ ਦਾ ਕੀ ਸੰਬੰਧ ਸੀਗਾ? ਦੇਖੋ ਜੀ, ਇਟ ਇਜ਼ ਏ ਬਰਥ ਪਲੇਸ ਆਫ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਸੀ। ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਿਸਟਰ ਸੀ ਉਹ ਕਰਤਾਰਪੁਰ ਸਾਹਿਬ ਰਹਿੰਦੇ ਸੀ, ਜਾਂ ਗੁਰੂ ਨਾਨਕ ਦੇਵ ਜੀ ਜਿਹੜੇ ਸੀ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਆਖਰੀ 18 ਸਾਲ ਕਰਤਾਰਪੁਰ ਸਾਹਿਬ 'ਚ ਬਿਤਾਏ ਸੀ, ਜਾਂ ਭਾਈ ਮਰਦਾਨਾ ਜੀ ਜਿਹੜੇ ਕਿ ਬਿਲੋਂਗ ਟੂ ਕਰਤਾਰਪੁਰ ਸਾਹਿਬ ਸੀ। ਸੋ ਇਹ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ, ਆਪਣੀ ਪੰਜਾਬ GK ਦੀ ਕਲਾਸ ਦੇ ਵਿੱਚ ਆਪਾਂ ਇਹ ਸਾਰੇ ਟੌਪਿਕ ਬਹੁਤ ਚੰਗੀ ਤਰ੍ਹਾਂ ਪੜ੍ਹਾਏ ਹੋਏ ਨੇ। ਸੋ ਵੈਸੇ ਵੀ ਤੁਹਾਨੂੰ ਪਤਾ ਹੋਏਗਾ, ਠੀਕ ਹੈ, ਆਪਣੇ ਗੁਰੂ ਸਾਹਿਬ ਬਾਰੇ ਤੁਹਾਨੂੰ ਸਾਰਾ ਕੁਝ ਇਹ ਪਤਾ ਹੋਣਾ ਚਾਹੀਦਾ। ਸੋ ਗੁਰੂ ਨਾਨਕ ਦੇਵ ਜੀ ਜਿਹੜੇ ਸੀ ਨਾ, ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਬਿਤਾਏ ਸੀ ਕਰਤਾਰਪੁਰ ਸਾਹਿਬ ਦੇ, ਠੀਕ ਆ। ਸੋ ਇੱਥੇ ਹੀ ਇਹ ਜੋਤੀ ਜੋਤ ਸਮਾਏ ਸੀ। ਸੋ ਇੱਕ ਚੀਜ਼ ਹੋਰ ਤੁਸੀਂ ਧਿਆਨ ਰੱਖੋ, ਕਰਤਾਰਪੁਰ ਸਾਹਿਬ ਆ ਨਾ ਜਿਹੜਾ ਪਾਕਿਸਤਾਨ ਦੇ ਵਿੱਚ ਆ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਹੂ ਆ, ਬਹੁਤ ਇੰਪੋਰਟੈਂਟ ਕੁਐਸਚਨ ਆ। ਸੋ ਆਪਾਂ ਸਾਰੇ ਕੋਈ ਵੀ ਕੁਐਸਚਨ ਮੈਂ ਇਦਾਂ ਦਾ ਨਹੀਂ ਲੈ ਕੇ ਆਇਆ ਜਿਹੜਾ ਕਿ ਤੁਹਾਨੂੰ ਦੇਖ ਕੇ ਇਦਾਂ ਲੱਗੇਗਾ ਕਿ ਯਾਰ ਇਹ ਔੜ ਜਿਹਾ ਕੁਐਸਚਨ ਆ, ਇਹ ਪੇਪਰ ਦੇ ਵਿੱਚ ਨਹੀਂ ਆ ਸਕਦਾ। ਤੁਸੀਂ ਚਾਹੇ PSSB, ਪੰਜਾਬ ਪੁਲਿਸ, ਕੋਈ ਵੀ ਪੇਪਰ ਤੁਸੀਂ ਚੱਕ ਕੇ ਦੇਖ ਲਓ, ਅਗਰ ਤੁਹਾਨੂੰ ਖੁਦ ਨੂੰ ਨਹੀਂ ਯਕੀਨ, ਤੁਹਾਨੂੰ ਇਹ ਵਾਲੇ 200 ਕੁਐਸਚਨ ਦੇ ਵਿੱਚੋਂ ਕੁਐਸਚਨ ਦੇਖਣ ਨੂੰ ਮਿਲਣਗੇ, ਕਿਉਂਕਿ ਇਹ ਇਹੋ ਜਿਹੇ ਕੁਐਸਚਨ ਆ ਜਿਹੜੇ ਕਿ ਮੋਸਟ ਰਿਪੀਟਡ ਕੁਐਸਚਨ ਆ, ਤੇ ਐਗਜ਼ਾਮੀਨਰ ਇਹਨਾਂ ਨੂੰ ਪਾਏ ਬਿਨਾਂ ਰਹਿ ਨਹੀਂ ਸਕਦਾ। ਸੋ ਇਹ ਸਿਰਫ ਕਰਨ ਦਾ ਉਹਨਾਂ ਨੂੰ ਜ਼ਿਆਦਾ ਫਾਇਦਾ ਵਾ ਜਿਹੜੇ ਆਲਰੇਡੀ ਪਹਿਲਾਂ ਥਿਊਰੀ ਚੰਗੀ ਤਰ੍ਹਾਂ ਕਰ ਚੁੱਕੇ ਨੇ, ਕਿਉਂਕਿ ਉਹਦੇ ਨਾਲ ਇਦਾਂ ਕਿ ਉਹਨਾਂ ਦੀ ਤਿਆਰੀ ਨੂੰ ਇੱਕ ਨਵਾਂ ਪੁਸ਼ ਮਿਲਦਾ ਵਾ, ਠੀਕ ਆ। ਸੋ ਇਹਦੇ ਨਾਲ ਕਿ ਇਹਦੇ ਵਿੱਚੋਂ ਅਗਰ ਕੁਐਸਚਨ ਆਉਂਦੇ ਨੇ 2, 3, 4 ਜਿੰਨੇ ਵੀ ਆਉਂਦੇ ਨੇ, ਠੀਕ ਆ, ਸੋ ਤੁਸੀਂ ਇੱਕ ਪੇਪਰ ਦੇ ਵਿੱਚ ਟੈਕਲ ਕਰ ਸਕਦੇ ਹੋ ਆਰਾਮ ਨਾਲ। ਹੁਣ ਦੇਖੋ ਜੀ, ਹੂ ਵਾਜ਼ ਦਾ ਅਮੰਗ ਆਫ ਦਾ ਫੋਲੋਇੰਗ ਇਜ਼ ਦਾ ਪਗੜੀ ਸੰਭਾਲ ਜੱਟਾ ਮੂਵਮੈਂਟ ਡਿਊਰਿੰਗ ਦਾ ਇੰਡੀਅਨ ਫਰੀਡਮ ਸਟਰਗਲ। ਦੇਖੋ ਜੀ, ਉਹ ਕਹਿੰਦੇ ਜੀ ਸੁਤੰਤਰਤਾ ਸੰਗਰਾਮ ਦੇ ਦੌਰਾਨ ਇੱਕ ਨਾ ਲਹਿਰ ਚੱਲੀ ਸੀ, ਪਗੜੀ ਸੰਭਾਲ ਜੱਟਾ ਲਹਿਰ। ਉਹ ਦੱਸੋ ਜੀ ਇਹਨਾਂ ਚੋਂ ਕਿਹਦੇ ਨਾਲ ਜੁੜੀ ਹੋਈ ਸੀ, ਕਿਹਦੇ ਨਾਲ ਜੁੜੀ ਹੋਈ ਹੈ? ਸਰਦਾਰ ਰਣਜੀਤ ਸਿੰਘ, ਸਰਦਾਰ ਅਜੀਤ ਸਿੰਘ, ਬੰਕਿਮ ਚੰਦਰ ਤੇ ਸੁਭਾਸ਼ ਚੰਦਰ ਬੋਸ। ਦੱਸਣਾ ਜੀ ਤੁਸੀਂ। ਸੋ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ। ਸੋ ਤੁਸੀਂ ਸੋਚ ਲਿਆ ਹੋਏਗਾ ਇਹਦਾ ਆਨਸਰ ਸਰਦਾਰ ਅਜੀਤ ਸਿੰਘ ਬਣਦਾ। ਕਈ ਵਾਰ ਨਾ ਐਗਜ਼ਾਮੀਨਰ ਕਨਫਿਊਜ਼ ਕਰਨ ਲਈ ਆਪਾਂ ਨੂੰ ਬੰਕੇ ਲਾਲ ਦਾ, ਠੀਕ ਆ, ਨਾਮ ਦੇ ਦੂਗਾ ਵਿੱਚ, ਬਟ ਇਹ ਇਹਨਾਂ ਨੇ ਪਗੜੀ ਸੰਭਾਲ ਜੱਟਾ ਲਿਖਿਆ ਗਾਇਆ ਸੀਗਾ। ਸੋ ਇਹਨਾਂ ਨੂੰ ਐਸੋਸੀਏਟ ਅਗਰ ਮੂਵਮੈਂਟ ਦੀ ਗੱਲ ਕਰੀਏ ਤਾਂ ਇਹਨੂੰ ਜੋ ਮੂਵਮੈਂਟ ਨੂੰ ਲੈ ਕੇ ਗਏ ਸੀ ਉਹਦੇ ਸਰਦਾਰ ਅਜੀਤ ਸਿੰਘ ਇਹਦੇ ਨਾਲ ਤਾਲੁਕ ਰੱਖਦੇ ਸੀਗੇ, ਠੀਕ ਆ। ਸੋ 1907 ਦੇ ਵਿੱਚ ਨਾ ਇਹਨਾਂ ਨੇ ਅੰਗਰੇਜ਼ਾਂ ਨੇ ਕੋਈ ਮਤਲਬ ਐਗਰੀਕਲਚਰ ਦੇ ਬਿੱਲ ਲੈ ਕੇ ਆਏ ਸੀ, ਠੀਕ ਆ। ਸੋ ਉਹਦੇ ਖਿਲਾਫ ਇਹ ਗੀਤ ਇਹਨਾਂ ਨੇ ਉਹ ਕੀਤਾ ਸੀਗਾ, ਠੀਕ ਆ। ਸੋ ਫਰੀਡਮ ਸਟਰਗਲ ਦੇ ਵਿੱਚ ਇਹ ਚਲਾਈ ਸੀ ਮੂਵਮੈਂਟ, ਠੀਕ ਆ। ਸੋ ਬਟ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾਗਾ ਤੁਸੀਂ ਕਿ ਜਿਹੜਾ ਇਹ ਸਲੋਗਨ ਆ ਪਗੜੀ ਸੰਭਾਲ ਜੱਟਾ ਦਾ, ਨੇਮ ਆਫ ਦਾ ਮੂਵਮੈਂਟ ਵਾਜ਼ ਇੰਸਪਾਇਰਡ ਹੋਇਆ ਸੀ, ਇਹ ਸਲੋਗਨ ਸੀਗਾ ਇਹ, ਬਟ ਐਕਚੁਅਲ ਦੇ ਵਿੱਚ ਜਿਹੜੇ ਇਹਦੇ ਐਡੀਟਰ ਸੀ ਨਾ ਜੰਗ ਸਿਆਲ ਨਿਊਜ਼ਪੇਪਰ ਦੇ ਬੰਕੇ ਲਾਲ ਸੀ। ਇਹ ਚ ਕਨਫਿਊਜ਼ ਨਹੀਂ ਹੋਣਾਗਾ ਤੁਸੀਂ ਬਿਲਕੁਲ ਵੀ। ਬਹੁਤ ਰਿਪੀਟਡ ਕੁਐਸਚਨ ਆ ਇਹ, 2 ਕੁਐਸਚਨ ਬਹੁਤ ਵਾਰ ਰਿਪੀਟ ਹੋਏ ਨੇ ਪੇਪਰ 'ਚ। ਸੋ ਆਹ ਵਾਲਾ ਕੁਐਸਚਨ ਤਾਂ ਹੁਣੇ 2021 PSSB ਕਲਰਕ 'ਚ ਹੋ ਚੁੱਕਿਆ ਬੰਕੇ ਲਾਲ ਵਾਲਾ। ਕਹਿੰਦਾ ਜੀ ਆਹ ਦੇਖੋ ਜੀ, ਆਹ ਕੁਐਸਚਨ ਮੈਂ ਨਾ ਕਰ ਰਿਹਾ ਸੀ ਜਦੋਂ ਬਣਾ ਰਿਹਾ ਸੀ, ਇਹ ਮੈਨੂੰ ਦੋ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲ ਚੁੱਕਾ, ਸਿਰਫ PPSC ਦੇ, ਬਾਕੀਆਂ ਦਾ ਮੈਨੂੰ ਪਤਾ ਨਹੀਂ। PPSC ਨੇ ਇਹਦੇ ਵਿੱਚ ਆਪਸ਼ਨ ਵੀ ਨਹੀਂ ਚੇਂਜ ਕੀਤੀ ਹੋਈ। 2019 ਦੇ ਵਿੱਚ ਸ਼ਾਇਦ ਤੇ 2021 ਜਾਂ 22 ਦੇ ਵਿੱਚ ਇਹ ਕੁਐਸਚਨ ਆ ਚੁੱਕਿਆ, 2 ਵਾਰੀ ਰਿਪੀਟ ਕਰਤਾ ਇਹਨਾਂ ਨੇ। ਤੁਸੀਂ ਦੇਖ ਸਕਦੇ ਹੋ ਕਿ ਰਿਪੀਟ ਕਰਦੀ ਹੈ ਇਹ ਕੁਐਸਚਨ। ਕਹਿੰਦਾ ਕੰਸੀਡਰ ਦਾ ਫੋਲੋਇੰਗ ਪੇਅਰਸ ਹੈ। ਹਰੀਕਾ ਵੈਟਲੈਂਡ ਕਹਿੰਦੇ ਜੀ ਕਨਫਲੂਐਂਸ ਹੁੰਦਾ ਜੀ ਸੰਗਮ, ਜਦੋਂ ਕਿ ਮਿਲ ਜਾਂਦੇ ਨੇ ਆਪਸ ਦੇ ਵਿੱਚ। ਹਰੀਕਾ ਵੈਟਲੈਂਡ ਕਹਿੰਦੇ ਬਿਆਸ ਤੇ ਸਤਲੁਜ ਦਾ ਸੰਗਮ ਆ। ਜਿਹੜੀ ਮੰਨ ਲਓ ਕੈਲੋਡੀਓ ਗੰਨਾ ਨੈਸ਼ਨਲ ਪਾਰਕ ਆ ਜਿਹੜਾ ਇਹ ਚ ਬਨਾਸ ਤੇ ਚੰਬਾਲ ਆ, ਤੇ ਪੋਲੇਰੋ ਲੇਕ ਆ ਜਿਹੜੀ ਉਹ ਕਹਿੰਦਾ ਜੀ ਇਹਦੇ ਵਿੱਚ ਮੂਸੀ ਤੇ ਕ੍ਰਿਸ਼ਨਾ ਦਾ ਸੰਗਮ ਆ। ਦੱਸੋ ਜੀ ਇਹਨਾਂ ਦੇ ਵਿੱਚੋਂ ਕਿਹੜੀ ਸਹੀ ਆ?
ਸੋ ਇਹਦੇ ਵਿੱਚ ਅਗਰ ਤੁਸੀਂ ਜੀਓਗ੍ਰਾਫੀ ਚੰਗੀ ਤਰ੍ਹਾਂ ਕੀਤੀ ਆ ਤਾਂ ਤੁਹਾਨੂੰ ਹੋ ਜਾਏਗਾ। ਆਪਾਂ ਪੰਜਾਬ ਦੀ ਜੀਓਗ੍ਰਾਫੀ ਕੀਤੀ ਹੋਈ ਆ, ਉਹ ਤਾਂ ਤੁਹਾਨੂੰ ਪਤਾ ਹੋਣਾ ਹੀ ਚਾਹੀਦਾ ਵਾ। ਇਹਨਾਂ ਚੋਂ ਸਹੀ ਪੁੱਛਿਆ ਉਹਨਾਂ ਨੇ, ਠੀਕ ਆ। ਸੋ ਪੇਪਰ ਦੇ ਵਿੱਚ ਨਾ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ, ਕਈ ਵਾਰ ਨਾ ਐਗਜ਼ਾਮੀਨਰ ਤੁਹਾਨੂੰ ਇਜ਼ ਆਰ ਕਰੈਕਟਲੀ ਮੈਚ ਦੇ ਕੇ ਨਾ ਕਈ ਵਾਰ ਇੱਥੇ ਨਾਟ ਮੈਚ ਵੀ ਦੇ ਦਿੰਦਾ। ਕੋਈ ਵੀ ਕੁਐਸਚਨ ਆਪਸ਼ਨ ਦੇ ਵਿੱਚ ਉਹ ਤੁਹਾਨੂੰ ਦੇ ਸਕਦਾ ਵਾ, ਠੀਕ ਆ। ਸੋ ਤੁਸੀਂ ਕਨਫਿਊਜ਼ ਨਹੀਂ ਹੋਣਾ ਗਾ। ਹੁਣ ਜੇ ਇਹਦਾ ਕਰੈਕਟ ਆਨਸਰ ਬਿਲਕੁਲ ਸਹੀ ਆਨਸਰ ਬਣਦਾ, ਸੋ ਇਹਦੇ ਲਈ ਤੁਸੀਂ ਪੰਜਾਬ ਜੀ ਕੇ ਪੜ੍ਹੀ ਹੋਏਗੀ ਆਪਣੀ। ਇੱਕ ਤਾਂ ਸਹੀ ਹੋ ਗਿਆ ਹਰੀਕੇ ਵੈਟਲੈਂਡ, ਜਿਹੜਾ ਸੰਗਮ ਵਿਆਸ ਤੇ ਸਤਲੁਜ ਮਿਲ ਜਾਂਦੇ ਆ, ਠੀਕ ਆ। ਸੋ ਆ ਵੀ ਆਪਣਾ ਗਲਤ ਹੋ ਜਾਏਗਾ, ਆ ਵੀ ਆਪਣਾ ਗਲਤ ਹੋ ਜਾਏਗਾ। ਜਦੋਂ ਆਪਣਾ ਜੀਓਗ੍ਰਾਫੀ ਸਾਰੀ ਕਰਾਂਗੇ, ਠੀਕ ਆ, ਉਹਦੇ ਵਿੱਚ ਆਪਣੇ ਇਹ ਵੀ ਆਪਣੇ ਕਲੀਅਰ ਹੋ ਜਾਣਗੇ। ਬਟ ਇਹ ਮੈਂ ਕੁਐਸਚਨ ਤਾਂ ਐਡ ਕੀਤਾ ਕਿਉਂਕਿ ਉਹਨਾਂ ਨੇ ਆਪਸ਼ਨ ਚੇਂਜ ਕੀਤੇ ਬਿਨਾਂ 2 ਵਾਰੀ ਰਿਪੀਟ ਕਰ ਚੁੱਕੇ ਆ। ਸੋ ਕਿਸੇ ਵੀ ਪੇਪਰ ਦੇ ਵਿੱਚ PPSC ਦੇ ਵਿੱਚ ਇਹ ਕੁਐਸਚਨ ਆ ਸਕਦਾ ਵਾ, ਠੀਕ ਆ ਜੀ। ਨੈਕਸਟ ਆ ਗਿਆ ਜੀ ਸਾਡਾ, ਆਹ ਦੇਖੋ ਜੀ। ਹੁਣ ਇਹ ਵਾਲਾ ਕੁਐਸਚਨ ਆ ਰਿਟ ਤੋਂ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਰਿਟ ਦੀ ਕਲਾਸ ਆਪਾਂ ਕਰਵਾਈ ਹੋਈ ਆ, ਬਹੁਤ ਚੰਗੀ ਤਰ੍ਹਾਂ ਪੰਜਾਬੀ ਦੇ ਵਿੱਚ ਕਰਵਾਈ ਹੋਈ ਆ ਤੇ ਅੰਗਰੇਜ਼ੀ ਦੇ ਵਿੱਚ ਤੁਸੀਂ ਕਰ ਸਕਦੇ ਹੋ। ਕਹਿੰਦਾ ਰਿਟ ਮੰਨ ਲਓ ਪ੍ਰੋਵੀਜ਼ਨ ਇਜ਼ ਇਸ਼ੂਡ ਬਾਈ ਸੁਪੀਰੀਅਰ ਕੋਰਟ, ਜਿਹੜੀ ਪ੍ਰੋਵੀਜ਼ਨ ਦੀ ਰਿਟ ਇਸ਼ੂ ਕਰਦੀ ਆ ਉਹ ਕਿਸ ਲਈ ਕਰਦੀ ਆ, ਠੀਕ ਹੈ ਜੀ। ਕਿਸੇ ਛੋਟੀ ਅਦਾਲਤ ਜਾਂ ਟ੍ਰਿਬਿਊਨਲ ਨੂੰ ਆਪਣੇ ਅਧਿਕਾਰ ਖੇਤਰ ਤੋਂ ਵੱਧ ਜਾਂ ਕੁਦਰਤੀ ਨਿਆਂ ਦੇ ਨਿਯਮਾਂ ਦੇ ਉਲਟ ਕੰਮ ਕਰਨ ਲਈ, ਇਸ ਦੀ ਸਮੀਖਿਆ ਵਿੱਚ ਮੰਨ ਲਓ ਕਿਸੇ ਕੇਸ ਦੀ ਕਾਰਵਾਈਆਂ ਦੇ ਰਿਕਾਰਡ ਨੂੰ ਤਬਦੀਲ ਕਰਨ ਜਾਂ ਨਿਆਂਇਕ ਜਾਂ ਅਰਧ ਨਿਆਂਇਕ ਕਾਰਜਾਂ ਦੇ ਅਭਿਆਸ ਕਰਨ ਵਾਲੀ ਇੱਕ ਅਦਾਲਤ ਜਾਂ ਸੰਸਥਾ ਨੂੰ, ਜਿਸ ਦੁਆਰਾ ਇਹ ਵਿਅਕਤੀ ਨੂੰ ਇਹ ਦਰਸਾਉਣ ਲਈ ਬੁਲਾਇਆ ਜਾ ਸਕਦਾ ਹੈ ਉਹ ਕਿਸ ਅਥਾਰਟੀ ਦੇ ਅਧੀਨ ਅਹੁਦਾ ਸੰਭਾਲ ਰਿਹਾ ਹੈ। ਮਤਲਬ ਕਿਸੇ ਨੇ ਹੋਲਡ ਕੀਤਾ ਹੋਇਆ ਪਬਲਿਕ ਆਫਿਸ, ਸੋ ਕਿਹਦੇ ਤਹਿਤ ਉਹਨੇ ਇੱਕ ਪੇਪਰ ਦੇ ਕੇ ਦਿੱਤਾ ਅਹੁਦਾ ਸੰਭਾਲਿਆ ਹੋਇਆ ਵਾ, ਜਾਂ ਉਹਨੇ ਆਪਣਾ ਉਹ ਕਰਕੇ ਜਾਂ ਰਿਸ਼ਵਤ ਦੇ ਕੇ ਉਹ ਕਿਸੇ ਦੀ ਸਿਫਾਰਿਸ਼ ਦੇ ਉੱਤੇ ਆਇਆ ਹੋਇਆ ਵਾ। ਸੋ ਨੈਕਸਟ ਆ ਗਿਆ ਜੀ ਸਾਡਾ ਕਿ ਗੈਰ ਕਾਨੂੰਨੀ ਨਜ਼ਰਬੰਦ ਕੀਤੇ ਗਏ ਆਪਣੇ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦੀ ਅਥਾਰਟੀ ਨੂੰ ਦੱਸਣਾ ਜੀ। ਹੁਣ ਤੁਸੀਂ ਇਹ ਇਦਾਂ ਦੇ ਕੁਐਸਚਨ ਦੇ ਵਿੱਚ ਵੀ ਨਾ ਤੁਸੀਂ ਮੰਨ ਲਓ ਉਹ ਕਰ ਸਕਦੇ ਹੋ, ਇਹਨੂੰ ਆਪਣਾ ਇਹਨੂੰ ਕੱਢ ਸਕਦੇ ਹੋ, ਠੀਕ ਹੈ ਜੀ। ਉਹ ਦੂਜਾ ਆਪਣਾ ਆਪਸ਼ਨਸ ਵੀ ਐਲੀਮੀਨੇਟ ਕਰ ਸਕਦੇ ਹੋ ਅਗਰ ਤੁਸੀਂ ਰਿਟ ਦੀ ਕਲਾਸ ਆਪਣੀ ਦੇਖੀ ਆ। ਦੇਖੋ ਜੀ ਇਹਦਾ ਆਪਣਾ ਕਰੈਕਟ ਆਨਸਰ ਬਣ ਦੂਗਾ ਉਹ, ਮੰਨ ਲਓ ਕੋਈ ਛੋਟੀ ਅਦਾਲਤ ਜਾਂ ਟ੍ਰਿਬਿਊਨਲ ਆ, ਠੀਕ ਆ। ਮੰਨ ਲਓ ਸੁਪੀਰੀਅਰ ਕੋਰਟ ਨੂੰ, ਮੰਨ ਲਓ ਆਪਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਐਗਜ਼ਾਮਪਲ ਲੈਂਦੇ ਆ। ਹਾਈ ਕੋਰਟ ਨੇ ਕੋਈ ਇਦਾਂ ਦੇ ਕੰਮ ਕੀਤੇ, ਮਤਲਬ ਕੋਈ ਨਿਆਂ ਦੇ ਕੋਈ ਇਦਾਂ ਦਾ ਫੈਸਲਾ ਸੁਣਾਇਆ ਕਿ ਜ਼ਿਆਦਾ ਤੋਂ ਜ਼ਿਆਦਾ ਮਤਲਬ ਕਿ ਕੇਸ ਦੀਆਂ ਡੇਟਸ ਪਾਈ ਜਾ ਰਿਹਾ, ਬਾਰ-ਬਾਰ ਕੇਸ ਨੂੰ ਅਸੈਪਟ ਕਰ ਲਿਆ, ਠੀਕ ਆ। ਮੰਨ ਲਓ ਡਿਸੀਜਨ ਆ ਵੀ ਗਿਆ, ਉਸ ਤੋਂ ਬਾਅਦ ਫਿਰ ਵੀ ਕੇਸ ਬਾਰ-ਬਾਰ ਅਸੈਪਟ ਕਰ ਰਿਹਾ ਵਾ, ਤਾਂ ਉਸ ਟਾਈਮ ਦੇ ਉੱਤੇ ਆ ਕੇ ਨਾ ਮੰਨ ਲਓ ਜਿਹੜੀ ਇਨਫੀਰੀਅਰ ਕੋਰਟ ਹੁੰਦੀ ਆ, ਜਿਹੜੀ ਉੱਪਰਲੀ ਕੋਰਟ ਹੁੰਦੀ ਆ, ਉਹ ਮੰਨ ਲਓ ਇਹਨਾਂ ਨੂੰ ਕਰਦਾ ਪਰਮਿਸ਼ਨ ਦਾ ਮਤਲਬ ਹੀ ਮਨਾਹੀ ਹੁੰਦਾ, ਉਹ ਰੋਕਦੀ ਆ ਕਿ ਤੁਸੀਂ ਇਹ ਆਪਦੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਨਿਯਮਾਂ ਤੋਂ, ਕੁਦਰਤੀ ਨਿਆਂ ਦੇ ਨਿਯਮਾਂ ਦੇ ਉਲਟ ਮਤਲਬ ਕੰਮ ਕਰਨ ਤੋਂ ਰੋਕਦੀ ਆ ਕਿ ਤੁਸੀਂ ਇਹ ਚੀਜ਼ ਨਾ ਕਰੋ, ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰੋ, ਠੀਕ ਆ ਸਾਰੀ। ਸੋ ਇਹਦੀ ਆਹ ਹੋ ਗਈ ਸੀ ਵੀ ਤੁਹਾਨੂੰ ਬਹੁਤ ਸੌਖਾ ਹੋਏਗਾ ਕਿ ਇਹਦੀ ਕਿਊਬਰੰਟ ਰਿਟ ਹੁੰਦੀ ਆ, ਠੀਕ ਆ। ਸੋ ਜਿਹਦੇ ਨਾਲ ਅਗਰ ਇਹ ਰਿਟ ਲੱਗ ਜਾਂਦੀ ਹੁੰਦੀ ਆ ਜੇਕਰ ਕੋਈ ਸਿਫਾਰਿਸ਼ ਦੇ ਨਾਲ ਉਹਦੇ ਵਿੱਚ ਪਬਲਿਕ ਪੋਸਟ ਲਈ ਹੋਵੇ ਜਿਹੜੇ ਬੰਦੇ ਨੇ, ਠੀਕ ਆ। ਸੋ ਇਹ ਰਿਟ ਜਾਰੀ ਕਰਦੀ ਹੁੰਦੀ ਆ ਅਦਾਲਤ। ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੰਨ ਲਓ ਕਿਸੇ ਨੂੰ ਕੋਰਟ ਤੋਂ ਪਹਿਲਾਂ ਕਿਸੇ ਨੂੰ ਫੜਿਆ ਹੋਇਆ ਵਾ ਅਦਾਲਤ ਆਪਣੇ ਪੁਲਿਸ ਨੇ, ਠੀਕ ਆ। ਸੋ ਉਹ ਵਾਲੇ ਬੰਦੇ ਨੂੰ ਉਹਦੇ ਲਈ ਆਪਣੀ ਹੈਬਿਅਸ ਕਾਰਪਸ ਹੁੰਦੀ ਆ। ਤੁਸੀਂ ਰਿਟ ਦੀ ਕਲਾਸ ਦੇਖੋ ਆਪਣੀ, ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣਗੇ। PDF ਵੀ ਆਪਾਂ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਸ਼ੇਅਰ ਕੀਤੀ ਹੋਈ ਆ। ਦੇਖੋ ਜੀ 161 ਨੰਬਰ ਕੁਐਸਚਨ ਦੇ ਵਿੱਚ ਉਹ ਕਹਿੰਦੇ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਕਿ ਭਾਰਤ ਦਾ ਜਿਹੜਾ ਰਾਸ਼ਟਰਪਤੀ ਆ ਅਤੇ ਉਪ ਰਾਸ਼ਟਰਪਤੀ, ਮੰਨ ਲਓ ਦੋਵਾਂ ਦੇ ਅਹੁਦਿਆਂ ਵਿੱਚ ਖਾਲੀ ਹੋਣ ਦੀ ਸਥਿਤੀ ਦੇ ਵਿੱਚ ਰਾਸ਼ਟਰਪਤੀ ਦੀ ਡਿਊਟੀ, ਮੰਨ ਲਓ ਪ੍ਰੈਜ਼ੀਡੈਂਟ ਤੇ ਉਪ ਰਾਸ਼ਟਰਪਤੀ ਦੇ ਅਹੁਦੇ ਖਾਲੀ ਹੋ ਗਏ, ਪ੍ਰੈਜ਼ੀਡੈਂਟ ਤੇ ਰਾਸ਼ਟਰਪਤੀ ਅਵੇਲੇਬਲ ਨਹੀਂ ਗਏ, ਠੀਕ ਆ। ਪ੍ਰੈਜ਼ੀਡੈਂਟ ਤੇ ਆਪਣਾ ਵਾਈਸ ਪ੍ਰੈਜ਼ੀਡੈਂਟ, ਠੀਕ ਆ, ਉਪ ਰਾਸ਼ਟਰਪਤੀ ਮਤਲਬ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਨਹੀਂ ਅਵੇਲੇਬਲ, ਤਾਂ ਰਾਸ਼ਟਰਪਤੀ ਦੀ ਜਿਹੜੀ ਡਿਊਟੀ ਆ ਕੌਣ ਨਿਭਾ ਸਕਦਾ? ਸਪੀਕਰ ਆਫ ਦੀ ਲੋਕ ਸਭਾ, ਚੀਫ ਜਸਟਿਸ ਆਫ ਇੰਡੀਆ, ਚੇਅਰਮੈਨ ਆਫ ਦੀ ਰਾਜ ਸਭਾ, ਜਾਂ ਅਟਾਰਨੀ ਜਨਰਲ ਆਫ ਇੰਡੀਆ, ਦੱਸਣਾ ਜੀ ਤੁਸੀਂ। ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਆਪਣੀ। ਤੁਸੀਂ ਸਾਰੀਆਂ ਕਲਾਸਾਂ ਪੋਲੀਟੀਨ ਦੀਆਂ ਦੇਖੋ, ਪੋਲੀਟੀ ਤਾਂ ਆਪਾਂ ਇੰਨੇ ਵਧੀਆ ਤਰੀਕੇ ਨਾਲ ਕਰਵਾਈ ਹੋਈ ਆ ਕਿ ਐਗਜ਼ਾਮੀਨਰ ਜਿੰਨਾ ਮਰਜ਼ੀ ਘੁਮਾ ਘਮੂ ਕੇ ਕੁਐਸਚਨ ਪੁੱਛ ਲਵੇ ਤੇ ਮਾਡਰਨ ਹਿਸਟਰੀ ਆਪਣੀ ਪੂਰੀ ਹੋ ਗਈ ਆ। ਤੁਸੀਂ ਬਿਲਕੁਲ ਸਹੀ ਕਰੋਗੇ। ਜਿੰਨੇ ਜੋ ਵੀ ਕੈਂਡੀਡੇਟ ਆਪਣੀ ਕਲਾਸਾਂ ਇਸ ਟਾਈਮ ਦੇਖ ਰਿਹਾ ਵਾ, ਥਿਊਰੀ ਕਲਾਸਿਸ ਦੇਖ ਰਿਹਾ ਤੇ PDF ਰਿਵਾਈਜ਼ ਕਰ ਰਿਹਾ, ਉਹ ਇਹ ਕੁਐਸਚਨ ਗਲਤ ਕਰ ਹੀ ਨਹੀਂ ਸਕਦਾ। ਸੋ ਅਗਰ ਇਹ ਪੋਸਟਾਂ ਖਾਲੀ ਹੋ ਜਾਣ ਤਾਂ ਰਾਸ਼ਟਰਪਤੀ ਨਿਭਾਉਂਦੀ ਜਿਹੜੀ ਚੀਫ ਜਸਟਿਸ ਆਫ ਇੰਡੀਆ, ਠੀਕ ਆ ਜੀ, ਮਤਲਬ ਚੀਫ ਜਸਟਿਸ ਆਫ ਸੁਪਰੀਮ ਕੋਰਟ ਨਿਭਾ ਸਕਦਾ ਵਾ, ਠੀਕ ਆ। ਨੈਕਸਟ ਆ ਗਿਆ ਜੀ ਸਾਡੇ ਕੋਲ, ਹਾਂਜੀ ਬਿਲਕੁਲ ਜੀ। ਸੋ ਇਹ ਥੋੜਾ ਜਿਹਾ ਇਦਾਂ ਵਾ ਕਿ ਥੱਲੇ ਆਨਸਰ ਨਾ ਦਿਖ ਜਾਵੇ, ਤਾਂ ਕਰਕੇ ਥੋੜਾ ਜਿਹਾ ਟਾਈਮ ਲੱਗਦਾ। ਸੋ ਉਹ ਕਹਿੰਦੇ ਜੀ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਦੇ ਨਤੀਜੇ ਹੇਠ ਲਿਖੇ ਵਿੱਚੋਂ ਕਿੱਥੇ ਦਿੱਤੇ ਹੋਏ ਨੇ, ਦੱਸੋ ਜੀ। ਮੰਨ ਲਓ ਸਪੋਜ਼ ਕਰ ਲਓ ਕਿ ਰਾਸ਼ਟਰਪਤੀ ਨੇ ਨੈਸ਼ਨਲ ਐਮਰਜੈਂਸੀ ਅਨਾਉਂਸ ਕਰਤੀ, ਠੀਕ ਆ, ਤਾਂ ਉਸ ਟਾਈਮ ਦੇ ਉੱਤੇ ਕੀ ਹੋਊਗਾ? ਕਹਿੰਦਾ ਜੀ ਪ੍ਰੈਜ਼ੀਡੈਂਟ ਇਸ਼ੂ ਕਰ ਸਕਦਾ ਵਾ ਸਟੇਟ ਐਗਜ਼ੀਕਿਊਟਿਵ ਨੂੰ, ਮਤਲਬ ਡਾਇਰੈਕਸ਼ਨ ਦੇ ਸਕਦਾ ਵਾ, ਡਾਇਰੈਕਟਿਵ ਕਰ ਸਕਦਾ ਸਟੇਟ ਐਗਜ਼ੀਕਿਊਟਿਵ ਨੂੰ। ਪ੍ਰੈਜ਼ੀਡੈਂਟ ਜਿਹੜਾ ਵਾ ਉਹ ਲੋਕ ਸਭਾ ਦਾ ਜਿਹੜਾ ਨਾਰਮਲ ਟੈਨਿਓਰ ਆ ਉਹਨੂੰ ਐਕਸਟੈਂਡ ਕਰ ਸਕਦਾ। ਪ੍ਰੈਜ਼ੀਡੈਂਟ ਸਸਪੈਂਡ ਕਰ ਸਕਦਾ ਆਲ ਦੀ ਫੰਡਾਮੈਂਟਲ ਰਾਈਟ ਆਫ ਸਿਟੀਜ਼ਨ ਨੈਸ਼ਨਲ ਐਮਰਜੈਂਸੀ ਦੇ ਟਾਈਮ। ਦਾ ਪ੍ਰੈਜ਼ੀਡੈਂਟ ਕੈਨ ਮੋਡੀਫਾਈ ਦਾ ਡਿਸਟ੍ਰੀਬਿਊਸ਼ਨ ਪੈਟਰਨ ਆਫ ਫਾਈਨੈਂਸ਼ੀਅਲ ਰਿਸੋਰਸਸ ਬਿਟਵੀਨ ਸੈਂਟਰ ਤੇ ਸਟੇਟ। ਇਹ ਤੁਸੀਂ ਦੱਸਣਾ ਵਾ, ਮਤਲਬ ਜਿਹੜਾ ਮਤਲਬ ਫਾਈਨੈਂਸ਼ੀਅਲ ਕੋਈ ਮਤਲਬ ਹੋ ਗਿਆ ਤਾਂ ਸੈਂਟਰ ਸਟੇਟ ਦੇ ਵਿੱਚ ਡਿਸਟ੍ਰੀਬਿਊਸ਼ਨ 'ਚ, ਤਾਂ ਪ੍ਰੈਜ਼ੀਡੈਂਟ ਉਸ ਟਾਈਮ ਦੇ ਉੱਤੇ ਉਹਨੂੰ ਮੋਡੀਫਾਈ ਕਰ ਸਕਦਾ ਉਸ ਪੈਟਰਨ ਨੂੰ। ਦੇਖੋ ਜੀ ਤੁਸੀਂ ਸੋਚਣਾ ਹੁਣ ਇਹ ਮੇਰੇ ਅਕੋਰਡਿੰਗ ਤੁਸੀਂ ਕੀਤਾ ਹੋਏਗਾ ਇਹ। ਸੋ ਇਹਦੀ ਆਪਾਂ ਕਲਾਸ ਵੀ ਬਹੁਤ ਚੰਗੀ ਤਰ੍ਹਾਂ ਕੀਤੀ ਹੋਈ ਆ ਦੋਨੇ ਟੌਪਿਕਸ ਦੀ। ਦੇਖੋ ਜੀ ਇਹਦਾ ਆਪਣਾ ਸਹੀ ਬਿਲਕੁਲ ਕਰੈਕਟ ਆਨਸਰ ਬਣਦਾ ਵਾ 1, 2 ਐਂਡ 4। ਪ੍ਰੈਜ਼ੀਡੈਂਟ ਡਾਇਰੈਕਟ ਕਰ ਸਕਦਾ ਵਾ ਸਟੇਟ ਐਗਜ਼ੀਕਿਊਟਿਵ ਨੂੰ ਅਗਰ ਨੈਸ਼ਨਲ ਐਮਰਜੈਂਸੀ ਘੋਸ਼ਿਤ ਕੀਤੀ ਆ। ਪ੍ਰੈਜ਼ੀਡੈਂਟ ਨਾਰਮਲ ਟੈਨੋਰ ਜਿਹੜਾ ਹੁੰਦਾ ਵਾ, ਠੀਕ ਆ, ਲੋਕ ਸਭਾ ਦਾ ਉਹਨੂੰ ਵੀ ਵਧਾ ਸਕਦਾ ਹੁੰਦਾ ਵਾ, ਬਟ ਇੱਕ ਲਿਮਿਟਡ ਸਮੇਂ ਲਈ, ਠੀਕ ਆ ਜੀ। ਜਿਹੜਾ ਪ੍ਰੈਜ਼ੀਡੈਂਟ ਹੁੰਦਾ ਵਾ ਉਹ ਮੋਡੀਫਾਈ ਕਰ ਸਕਦਾ, ਇਹ ਵੀ ਆਪਣਾ ਬਿਲਕੁਲ ਸਹੀ ਹੋ ਗਿਆ। 3 ਨੰਬਰ ਆਪਣਾ ਗਲਤ ਹੋ ਜਾਊਗਾ। ਹੁਣ ਤੁਸੀਂ ਸੋਚੋਗੇ ਇਹ ਕਿਉਂ ਗਲਤ ਹੋ ਜਾਊਗਾ?
क्योंकि इन्होंने ऑल दी फंडामेंटल राइट्स देता। स्टेटमेंट बेस ਦੇ ਵਿੱਚ ਇਹੀ ਦਿੱਕਤ ਹੁੰਦੀ ਆ ਕਿ ਕਈ ਵਾਰ ਆਪਾਂ ਅੱਧਾ ਕੁਐਸਚਨ ਪੜ੍ਹਦੇ ਆ, ਇਹਨੂੰ ਚੰਗੀ ਤਰ੍ਹਾਂ ਪੜ੍ਹਨਾ। ऑल दी फंडामेंटल ਰਾਈਟਸ ਜਿਹੜੇ ਹੁੰਦੇ ਨੇ ਸਿਟੀਜ਼ਨ ਦੇ ਉਹ ਸਸਪੈਂਡ ਨਹੀਂ ਹੁੰਦੇ। ਇੱਕ ਨਾ ਆਰਟੀਕਲ 20 ਤੇ 21 ਹੋਏਗਾ, ਫੰਡਾਮੈਂਟਲ ਰਾਈਟਸ ਦੀ ਕਲਾਸ ਆਪਣੀ ਤੁਸੀਂ ਜਾ ਕੇ ਦੇਖੋ, ਬਹੁਤ ਚੰਗੀ ਤਰ੍ਹਾਂ ਕਰਵਾਏ ਹੋਏ ਨੇ। ਆਰਟੀਕਲ 20 ਤੇ 21 ਜਿਹੜੇ ਇਹੋ ਜਿਹੇ ਨੇ ਜਿਹੜੇ ਕਿ ਰਾਈਟ ਟੂ ਲਾਈਫ ਵੀ ਹੋ ਗਿਆ ਜਿੱਦਾਂ 21 ਨੰਬਰ ਆਰਟੀਕਲ, ਤਾਂ ਉਸ ਦੇ ਦੌਰਾਨ ਤੁਹਾਡੇ ਇਹ ਵਾਲੇ ਫੰਡਾਮੈਂਟਲ ਰਾਈਟਸ ਸਸਪੈਂਡ ਨਹੀਂ ਹੁੰਦੇਗੇ ਨੈਸ਼ਨਲ ਐਮਰਜੈਂਸੀ ਦੇ ਦੌਰਾਨ, ਠੀਕ ਹੈ ਜੀ। ਹੁਣ 163 ਨੰਬਰ ਕੁਐਸਚਨ ਕਹਿੰਦਾ ਜੀ ਕੁਆਇਟ ਇੰਡੀਆ ਮੂਵਮੈਂਟ ਆ ਉਹ ਕਿਹਦੇ ਲਾਂਚ ਕੀਤੀ ਸੀ, ਕਿਹਦੇ ਰਿਸਪੌਂਸ ਦੇ ਵਿੱਚ, ਮਤਲਬ ਉਸ ਟਾਈਮ ਦੇ ਉੱਤੇ ਕਿਹੜੀ ਇਹੋ ਜਿਹੀ ਘਟਨਾ ਹੋਈ ਸੀ ਜਾਂ ਕਿਸ ਦੇ ਵਿਰੁੱਧ ਹੋਈ ਸੀ, ਇਹ ਕਿਸ ਟਾਈਮ ਦੇ ਉੱਤੇ ਹੋਈ ਸੀ। ਕੈਬਨਿਟ ਮਿਸ਼ਨ ਪਲਾਨ, ਕ੍ਰਿਪਸ ਪਲਾਨ, ਸਾਈਮਨ ਕਮਿਸ਼ਨ ਰਿਪੋਰਟ ਜਾਂ ਆਪਣਾ ਲਾ ਲਓ ਵੈਬਲ ਪਲਾਨ, ਦੱਸੋ ਜੀ। ਸੋ ਤੁਸੀਂ ਸੋਚ ਲਿਆ ਹੋਵੇਗਾ ਕ੍ਰਿਪਸ ਪ੍ਰਪੋਜ਼ਲ ਆਪਣਾ ਬਿਲਕੁਲ ਸਹੀ ਆ। ਸਰ ਸਟੀਫਰਡ ਕ੍ਰਿਪਸ ਆਏ ਸੀਗੇ 1942 ਦੇ ਵਿੱਚ। ਸੋ ਇਹਨਾਂ ਦੀ ਜਿਹੜੀ ਰਿਪੋਰਟ ਆਈ ਸੀ, ਜਿਹੜਾ ਇਹ ਕਮਿਸ਼ਨ ਆਇਆ ਸੀ, ਇਹਦੇ ਟਾਈਮ ਦੇ ਉੱਤੇ ਇਹ ਅਸੈਪਟ ਨਹੀਂ ਸੀ ਕੀਤਾ ਇਹਨਾਂ ਨੇ, ਗਾਂਧੀ ਜੀ ਨੇ। ਤਾਂ ਉਸ ਤੋਂ ਬਾਅਦ ਇਹ ਕੁਆਇਟ ਇੰਡੀਆ ਮੂਵਮੈਂਟ 1942 ਈਸਵੀ ਦੇ ਵਿੱਚ ਹੀ ਲਾਂਚ ਹੋ ਗਈ ਸੀ, ਠੀਕ ਹੈ ਜੀ। ਸੋ ਬਿਲਕੁਲ ਸਹੀ ਆਨਸਰ ਬਣ ਜਾਏਗਾ ਸਾਡਾ। ਹੁਣ ਜੀ ਦੇਖੋ ਪੀਪੀਐਸਸੀ ਦਾ ਮੈਂ ਤੁਹਾਨੂੰ ਕਿਹਾ ਕਿ ਉਹ ਕੁਝ ਵੀ ਪੁੱਛ ਸਕਦੀ ਆ। ਦੇਖੋ ਉਹਨਾਂ ਨੇ ਬੈਂਕਿੰਗ ਦਾ ਕੁਐਸਚਨ ਪਾਇਆ ਪਿਆ, ਨਾਬਰਡ ਬਾਰੇ ਪੁੱਛੀ ਬੈਠੇ ਨੇ ਉਹ ਸਾਰਾ ਕੁਝ। ਸੋ ਇਦਾਂ ਦੇ ਕੁਐਸਚਨ ਵੀ ਉਹ ਪਾ ਸਕਦੀ ਆ। ਪੀਪੀਐਸਸੀ ਦਾ ਕੁਝ ਨਹੀਂ ਪਤਾ ਕਿ ਉਹ ਕਿਹੜਾ ਕੁਐਸਚਨ ਕਿੱਥੋਂ ਜਾ ਕੇ ਪਾ ਦੇਵੇ। ਸੋ ਆਪਾਂ ਸਾਰਾ ਡਿਟੇਲ ਦੇ ਵਿੱਚ ਕਰਨਾ। ਉਹ ਕਹਿੰਦੇ ਨਾਬਰਡ ਆ ਜਿਹੜੀ ਇੱਕ ਨਾ ਅਪੈਕਸ ਡਿਵੈਲਪਮੈਂਟ ਬੈਂਕ ਆ ਜਿਹੜੀ ਕਿ ਇੰਡੀਆ ਦੇ ਵਿੱਚ, ਜਿਹਦਾ ਕਿ ਹੈੱਡਕੁਆਟਰ ਆ, ਜਿਹੜਾ ਹੈੱਡਕੁਆਟਰ ਬੇਸਡ ਔਨ ਮੁੰਬਈ ਆ, ਠੀਕ ਆ ਜੀ। ਨਾਬਰਡ ਕਹਿੰਦੇ 12 ਜੁਲਾਈ 1982 ਨੂੰ ਸਪੈਸ਼ਲ ਐਕਟ ਪਾਸ ਹੋਇਆ ਸੀ ਜਿਹੜਾ ਪਾਰਲੀਮੈਂਟ ਦੇ, ਉਹਦੇ ਤਹਿਤ ਬਣਾਈ ਗਈ ਸੀ। ਜਿਹੜੇ ਆਰਬੀਆਈ ਆ ਕਹਿੰਦਾ ਜੀ ਇਹਦੇ ਵਿੱਚ ਜਿਹੜਾ ਆਰਬੀਆਈ ਦਾ ਸਟੈਕ ਆ, ਠੀਕ ਆ, ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਸਟੈਕ ਆ ਉਹ ਕਿੰਨਾ ਵਾ 99% ਆ। ਨਾਬਰਡ ਵਾਜ਼ ਐਸਟੈਬਲਿਸ਼ਡ ਔਨ ਦਾ ਰਿਕਮੈਂਡੇਸ਼ਨ ਆਫ ਦਾ ਸ਼ਿਵਰਾਮਨ ਕਮਿਸ਼ਨ, ਠੀਕ ਹੈ, ਸ਼ਿਵਰਾਮਨ ਕਮੇਟੀ ਦੇ ਨਾਲ। ਦੱਸੋ ਜੀ ਇਹਨਾਂ ਚੋਂ ਕਿਹੜਾ ਸਹੀ ਆ। ਇਹਦੇ ਉੱਤੇ ਕੋਆਪਰੇਟਿਵ ਆਪਣਾ ਕਲਰਕ ਦਾ ਪੇਪਰ ਹੋਇਆ ਸੀ 2021 ਦੇ ਵਿੱਚ, ਉਹਦੇ ਵਿੱਚ ਵੀ ਇਹਦੇ ਵਿੱਚੋਂ 1-2 ਕੁਐਸਚਨ ਬਣੇ ਸੀਗੇ ਇਹਨਾਂ ਸਟੇਟਮੈਂਟ ਦੇ ਵਿੱਚੋਂ, ਤੁਹਾਨੂੰ ਪਤਾ ਹੋਏਗਾ ਅਗਰ ਤੁਸੀਂ ਦਿੱਤਾ ਹੋਏਗਾ ਪੇਪਰ। ਸੋ ਇਹਦੇ ਸਾਰੇ ਦੇ ਸਾਰੇ ਆਪਣੇ ਸਹੀ ਚਲੇ ਜਾਣਗੇ। ਇਹ ਵੀ ਆਪਣੇ ਡਿਵੈਲਪਮੈਂਟ ਹੈੱਡਕੁਆਟਰ ਦਾ ਮੁੰਬਈ 'ਚ। ਨਾਬਰਡ ਦੀ ਸਥਾਪਨਾ 12 ਜੁਲਾਈ 1982 ਨੂੰ ਹੋਈ ਸੀ, ਠੀਕ ਆ ਜੀ। ਸੋ ਇਹ ਪਾਰਲੀਮੈਂਟ ਦੇ ਵਿੱਚ ਐਕਟ ਬਣਿਆ ਸੀਗਾ। ਸੇ ਇਹ 'ਚ 99% ਗਵਰਨਮੈਂਟ ਆਫ ਇੰਡੀਆ ਦਾ ਹੋਲਡ ਆ, ਠੀਕ ਹੈ ਜੀ। ਸੋ ਬਿਲਕੁਲ ਆਪਣਾ ਸਹੀ ਹੋ ਜਾਏਗਾ, ਆਨਸਰ ਨੰਬਰ ਡੀ ਆਪਣਾ ਹੋ ਜਾਏਗਾ। ਸੋ ਦੇਖੋ ਜੀ ਆਹ ਵਾਲਾ ਕੁਐਸਚਨ ਆ, ਇਹ 2 ਵਾਰੀ ਮੈਂ ਕੁਐਸਚਨ ਦੇਖ ਚੁੱਕਿਆ ਪੀਪੀਐਸਸੀ ਦੇ ਪੇਪਰਾਂ ਦੇ ਵਿੱਚ, ਇਸ ਲਈ ਮੈਂ ਇਹ ਐਡ ਕਰਦਾ ਹੋਇਆ। ਹੁਣ ਉਹ ਕਹਿੰਦੇ ਜੀ ਦੱਸੋ ਤੁਸੀਂ ਇਹਦੇ ਵਿੱਚੋਂ, ਉਹਨਾਂ ਨੇ ਪੁੱਛ ਲਿਆ ਤੁਹਾਨੂੰ ਕਿ ਇਹਦੇ ਵਿੱਚੋਂ ਆਪਣਾ ਮੈਚ ਦਾ ਕਾਲਮ ਲਿਸਟ ਦੇ ਵਿੱਚ ਉਹ ਦੇ ਦੇਣਗੇ ਤੁਹਾਨੂੰ ਕਿ ਮੰਨ ਲਓ ਸਪੋਜ਼ ਕਰ ਲਓ ਇਹਦੇ ਵਿੱਚ ਤੁਹਾਨੂੰ ਇਹ ਦੇਣਗੇ, ਇੱਕ ਮਿੰਟ ਜੀ, ਇੱਕ ਲਿਸਟ ਦੇ ਦੇਣਗੇ, ਲਿਸਟ ਨੰਬਰ 1 ਦੇ ਦੇਣਗੇ, ਇੱਕ ਨੰਬਰ ਲਿਸਟ ਦੇ ਦੇਣਗੇ, ਫਿਰ ਉਹ ਤੁਹਾਨੂੰ ਕਹਿਣਗੇ ਕਿ ਇਹਨਾਂ ਨੂੰ ਮਿਲਾਓ, ਠੀਕ ਹੈ ਜੀ। ਸੋ ਇਹ ਤੁਸੀਂ ਦੇਖੋ ਹੁਣ ਤੁਸੀਂ ਇਹਦਾ ਮਾਰਕ ਜਿਹੜਾ ਹੁੰਦਾ ਵਾ, ਠੀਕ ਆ। ਸੋ ਇਹ ਕਿਹਦੇ ਨਾਲ ਤਾਲੁਕਾਤ ਕਰਦਾ ਵਾ, ਡੈਸੀਬਲ ਕਿਹਦੇ ਨਾਲ ਤਾਲੁਕਾਤ ਕਰਦਾ ਵਾ, ਠੀਕ ਆ। ਸੋ ਹਰਟਸ ਕਿਹਦੇ ਨਾਲ ਕਰਦਾ ਤੇ ਪੈਰਸੈਕ। ਸੋ ਇਹਦੇ ਵਿੱਚ ਤੁਸੀਂ ਇੱਧਰਲੀ ਸਾਈਡ ਤੁਸੀਂ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ। ਸੋ ਤੁਸੀਂ ਦੇਖਣਾ ਵਾ ਇਹ ਕਿ ਇਹਦਾ ਕਿਹੜਾ ਸਹੀ ਜਾਏਗਾ। ਸੋ ਤੁਹਾਨੂੰ ਆਪਾਂ ਟਾਈਮ ਦੇਵਾਂਗੇ। ਸੋ ਤੁਸੀਂ ਸੋਚ ਲਿਆ ਹੋਏਗਾ, ਠੀਕ ਹੈ ਜੀ। ਹੁਣ ਜਿਹੜਾ ਮਾਰਕ ਆ ਨਾ, ਜਿਹੜਾ ਮਾਰਕ ਹੁੰਦਾ ਵਾ, ਮਾਰਕ ਯੂਜ਼ ਕੀਤਾ ਜਾਂਦਾ ਸਪੀਡ ਲਈ, ਠੀਕ ਹੈ ਜੀ। ਸੋ ਜਿਹੜਾ ਆਪਣਾ ਡੈਸੀਬਲ ਹੁੰਦਾ ਵਾ, ਡੈਸੀਬਲ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਜਿਹੜਾ ਡੈਸੀਬਲ ਹੈ ਉਹ ਸਾਊਂਡ ਦੀ ਉਹ ਹੁੰਦੀ ਆ, ਠੀਕ ਹੈ ਜੀ, ਸਾਊਂਡ ਦੀ ਯੂਨਿਟ। ਇੱਧਰਲੀ ਸਾਈਡ ਆਪਣੀਆਂ ਯੂਨਿਟਾਂ ਨੇ, ਇੱਧਰਲੀ ਸਾਈਡ ਐਕਚੁਅਲ ਦੇ ਵਿੱਚ ਇਹਨਾਂ ਨੇ ਥੋੜਾ ਜਿਹਾ ਕਨਫਿਊਜ਼ ਕਰਨ ਲਈ ਦਿੱਤਾ ਹੋਇਆ। ਸੋ ਮਾਰਕ ਆ ਜਿਹੜਾ ਆਪਣਾ, ਇਹ ਆਪਣਾ ਸਪੀਡ ਮੈਜ਼ਰ ਕਰਨ ਲਈ ਹੁੰਦਾ ਵਾ, ਠੀਕ ਆ। ਜਿਹੜਾ ਡੈਸੀਬਲ ਹੁੰਦਾ ਵਾ ਉਹ ਆਪਣਾ ਸਾਊਂਡ ਦਾ ਆ ਗਿਆ। ਜਿਹੜਾ ਹਰਟਸ ਹੋ ਗਿਆ, ਹਰਟਸ ਫ੍ਰੀਕੁਐਂਸੀ ਦਾ ਹਰਟਸ ਹੁੰਦਾ, ਠੀਕ ਆ ਜੀ। ਸੋ ਪਾਰਸਕ ਹੋ ਗਿਆ ਆਪਣਾ ਡਿਸਟੈਂਸ ਦਾ, ਠੀਕ ਆ। ਸੋ ਇਹ ਤੁਸੀਂ ਹੋ ਜਾਏਗਾ। ਸੋ ਦੇਖੋ ਜੀ ਆਪਣਾ ਕਿਹੜਾ ਆਨਸਰ ਸਹੀ ਬਣਦਾ ਵਾ, ਇਹਦਾ ਬੀ, ਹਾਂਜੀ ਬਿਲਕੁਲ ਬੀ ਆਨਸਰ ਆਪਣਾ ਬਿਲਕੁਲ ਸਹੀ ਬਣ ਜਾਏਗਾ। ਸੋ ਇਹ ਤੁਸੀਂ ਕਰ ਲੈਣਾ ਵਾ, ਠੀਕ ਆ। ਸੋ ਇਹ ਸਾਰੀਆਂ ਆਪਾਂ ਜਦੋਂ ਆਪਾਂ ਕਰਾਂਗੇ ਨਾ ਸਾਇੰਸ ਪੜਾਂਗੇ, ਸਾਇੰਸ ਦੇ ਵਿੱਚ ਇਹ ਸਾਰਾ ਆਪਾਂ ਡਿਟੇਲ ਦੇ ਵਿੱਚ ਕਰ ਲਾਂਗੇ, ਠੀਕ ਆ ਜੀ। ਸੋ ਹੋ ਗਿਆ ਵਾ। ਸੋ ਨੈਕਸਟ ਆ ਗਿਆ ਜੀ, ਕਹਿੰਦਾ ਜੀ ਕਨਸਟੀਟਿਊਸ਼ਨ ਆਫ ਇੰਡੀਆ, ਜਿਹੜਾ ਕਿ ਮਤਲਬ ਭਾਰਤ ਦਾ ਸੰਵਿਧਾਨ, ਭਾਰਤ ਦੀ ਸੁਪਰੀਮ ਕੋਰਟ ਨੂੰ ਮੰਨ ਲਓ ਕੇਂਦਰ ਤੇ ਰਾਜਾਂ ਦੇ ਵਿਚਕਾਰ ਕੋਈ ਵਿਵਾਦ ਹੋ ਗਿਆ ਤਾਂ ਉਹਦੇ ਨਿਪਟਾਰੇ ਕਰਨ ਲਈ ਕਿਹੜਾ ਅਧਿਕਾਰ ਦਿੰਦਾ। ਰਿਟ ਜੁਡੀਸ਼ਰੀ ਹੁੰਦੀ ਆ, ਉਹਦੀ ਅਪੀਲੇਟ ਜੁਡੀਸ਼ਰੀ ਹੁੰਦੀ ਆ, ਐਡਵਾਈਜ਼ਰੀ ਹੁੰਦੀ ਆ, ਜਾਂ ਓਰੀਜਨਲ ਜੁਡੀਸ਼ਨ ਹੁੰਦਾ, ਦੱਸੋ ਜੀ। ਸੋ ਇਹ ਵਾਲਾ ਕਲਾਸ ਵੀ ਆਪਣੀ ਕੀਤੀ ਹੋਈ ਆ ਸੁਪਰੀਮ ਕੋਰਟ ਦੀ, ਅਜੇ 2 ਦਿਨ ਪਹਿਲਾਂ ਕੀਤੀ ਆ। ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ ਟੌਪਿਕ, ਜੇ ਤੁਸੀਂ ਕੀਤਾ ਹੋਇਆ ਬਿਲਕੁਲ ਸਹੀ ਕਰੋਗੇ। ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਓਰੀਜਨਲ ਜੁਡੀਸ਼ਰੀ ਦੇ ਅੰਦਰ ਆਉਂਦਾ ਵਾ, ਠੀਕ ਹੈ ਜੀ ਇਹ। ਸੋ ਬਿਲਕੁਲ ਸਹੀ ਆ ਜੀ, ਓਰੀਜਨਲ ਜੁਰਿਸਡਿਕਸ਼ਨ। ਸੋ ਨੈਕਸਟ ਆ ਗਿਆ ਜੀ ਸਾਡੇ ਕੋਲੇ, ਕਹਿੰਦੇ ਜੀ ਇਹਨਾਂ ਦੇ ਵਿੱਚੋਂ ਮੈਚ ਦਾ ਫੋਲੋਇੰਗ ਫੇਰ ਆ ਗਿਆ। ਦੇਖਿਆ ਮਤਲਬ ਇੱਕ ਕੁਐਸਚਨ ਪੁੱਛਿਆ ਉਹਨਾਂ ਨੇ ਤੇ ਉਹਦੇ ਵਿੱਚ ਤੁਹਾਨੂੰ 4 ਕੁਐਸਚਨ ਇਕੱਠੇ ਪਾਤੇ। ਨੰਬਰ ਕਿੰਨੇ ਮਿਲਣੇ ਆ ਤੁਹਾਨੂੰ? 1। ਚਾਹੇ ਜੇ 4 ਨੰਬਰ ਦਾ ਕੁਐਸਚਨ ਦਾ 4 ਲਾ ਲਓ। ਵੈਸੇ ਐਕਚੁਅਲ ਦੇ ਵਿੱਚ ਤਾਂ ਆਪਾਂ 1 ਮੰਨ ਕੇ ਚੱਲੀਏ ਨਾ, ਨੰਬਰ ਤੁਹਾਨੂੰ 1 ਮਿਲਣਾ ਵਾ, ਕੁਐਸਚਨ ਉਹਨਾਂ ਨੇ 4 ਪਾ ਲਏ। ਇਹ ਤੁਸੀਂ ਤਾਂ ਹੀ ਕਰ ਸਕਦੇ ਹੋ ਜੇ ਤੁਹਾਡੀ ਥਿਊਰੀ ਪੜ੍ਹੀ ਹੋਈ ਆ। ਸੋ ਰੱਟਾ ਲਗਾ ਕੇ ਕੁਝ ਵੀ ਨਹੀਂ ਹੋਣਾਗਾ ਤੁਹਾਡਾ, ਠੀਕ ਹੈ ਜੀ। ਸੋ ਥਿਊਰੀ ਪੜ੍ਹੋ। ਮੈਂ ਤਾਂ ਤੁਹਾਨੂੰ ਇਹੀ ਸਲਾਹ ਦਿੰਦਾ ਵਾਂ, ਕਿਤੇ ਵੀ ਤੁਸੀਂ ਅਜੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਵੀ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਸਾਨੂੰ ਥਿਊਰੀ ਪੜ੍ਹਨੀਆਂ ਪੈਣੀਆਂ। ਜਿਹੜੇ ਇਸ ਟਾਈਮ ਪੀਪੀਐਸਸੀ ਨਾਇਬ ਤਹਿਸੀਲਦਾਰ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਇਹ ਕੁਐਸਚਨ ਕੁਝ ਵੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਨਾਇਬ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਇਸ ਤੋਂ ਕਿਤੇ ਵੱਧ ਲੈਵਲ ਦੇ ਕੁਐਸਚਨ ਆ ਸਕਦੇ ਨੇ, ਠੀਕ ਆ। ਸੋ ਇਦਾਂ ਦੇ ਕੁਐਸਚਨ ਵੀ ਉਹਨਾਂ ਨੂੰ ਪਤਾ ਕਿ ਰਿਪੀਟ ਹੋ ਸਕਦੇ ਨੇ। ਸੋ ਬਟ ਅਗਰ ਆਪਾਂ ਗੱਲ ਕਰੀਏ ਉਹਦੇ ਵਿੱਚ ਲੈਵਲ ਥੋੜਾ ਜਿਹਾ ਅਪ ਹੋਏਗਾ, ਠੀਕ ਆ। ਸੋ ਗਰੁੱਪ ਬੀ ਦੀ ਪੋਸਟ ਆ, ਹੌਲੀ ਹੌਲੀ ਕਰਕੇ ਪੀਪੀਐਸਸੀ ਆਪਦਾ ਲੈਵਲ ਵਧਾ ਵੀ ਰਿਹਾ ਵਾ। ਸੋ ਇਹੋ ਜਿਹੇ ਕੁਐਸਚਨ ਦਾ ਉਹ ਆਰਾਮ ਨਾਲ ਕਰਦੇ ਰਹੋਗੇ। ਜੋ ਕੈਂਡੀਡੇਟ ਨਵੇਂ ਨੇ ਜਿਨ੍ਹਾਂ ਨੇ ਅਜੇ ਥਿਊਰੀ ਨਹੀਂ ਪੜ੍ਹੀ ਉਹਨਾਂ ਲਈ ਇਹ ਕੁਐਸਚਨ ਥੋੜੇ ਜਿਹੇ ਉਹ ਹੋਣਗੇ। ਸੋ ਤੁਸੀਂ ਸੋਚ ਲਿਆ ਹੋਵੇਗਾ, ਠੀਕ ਆ। ਇਹਨਾਂ ਦੇ ਵਿੱਚ ਦੱਸਣਾ ਕਿ ਆਨੰਦ ਸਾਹਿਬ ਲਾਵਾਂ
ਆਸਾ ਦੀ ਵਾਰ ਤੇ ਬਚਿੱਤਰ ਨਾਟਕ ਇਹ ਕਿੰਨਾ ਕਿੰਨਾਂ ਦੀਆਂ ਰਚਨਾਵਾਂ ਨੇ ਐਕਚੁਅਲ ਦੇ ਵਿੱਚ, ਠੀਕ ਆ। ਇਹ ਦੱਸੋ ਜੀ ਤੁਸੀਂ। ਸੋ ਇਹਨਾਂ ਨੇ ਆ ਦਿੱਤਾ ਹੋਇਆ ਕਿ ਏ ਦੇ ਥੱਲੇ ਕਿਹੜਾ, ਬੀ ਦੇ ਥੱਲੇ। ਮੈਚ ਦੀ ਕਾਲਮ ਹੀ ਲਾ ਲਓ ਤੁਸੀਂ, ਮੈਚ ਦੀ ਫੋਲੋਇੰਗ ਲਾ ਲਓ। ਦੇਖੋ ਜੀ ਗੁਰੂ ਨਾਨਕ ਦੇਵ ਜੀ ਨੇ ਕੀ ਲਿਖਿਆ। ਗੁਰੂ ਨਾਨਕ ਦੇਵ ਜੀ ਨੇ ਲਿਖਿਆ ਜੀ ਇਹਦੇ ਵਿੱਚੋਂ ਆਪਣਾ ਆਸਾ ਦੀ ਵਾਰ। ਸੋ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਲਿਖਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੇ ਕਿਹੜੀ ਰਚਨਾ ਸੀ ਇਹਨਾਂ ਦੀ, ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸੀਗੀ। ਤੇ ਆਪਣਾ ਗੁਰੂ ਰਾਮਦਾਸ ਜੀ ਨੇ ਲਾਵਾਂ ਨਾਲ ਸੰਬੰਧ ਹੈ। ਸੋ ਇਹ ਵਾਲਾ ਕੁਐਸਚਨ ਪੰਜਾਬ ਪਟਵਾਰੀ ਪ੍ਰੀ ਦੇ ਵਿੱਚ ਰਿਪੀਟ ਹੋ ਚੁੱਕਿਆ ਵਾ। ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਰਚਨਾ ਕੀਤੀ ਸੀ। ਸੋ ਦੇਖੋ ਹੁਣ ਇਹਦੇ ਵਿੱਚ ਆਪਣਾ ਕਿਹੜਾ ਸਹੀ ਬਣਦਾ ਵਾ, ਪਹਿਲੇ ਦਾ ਤੀਜਾ। ਹੁਣ ਦੇਖੋ ਜੇ ਤੁਹਾਨੂੰ ਇਹਦੇ ਵਿੱਚੋਂ ਇੱਕ ਵੀ ਪਤਾ ਵਾ ਨਾ, ਜਿੱਦਾਂ ਕਿ ਤੁਹਾਨੂੰ ਇਦਾਂ ਪਤਾ ਸੀ ਕਿ ਹਾਂ ਯਾਰ ਮੈਨੂੰ ਇਹਦੇ ਵਿੱਚ ਸਪੋਜ਼ ਕਰ ਲਓ ਕਿ ਤੁਹਾਨੂੰ ਪਤਾ ਸੀਗਾ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੀ ਰਚਨਾ ਕੀਤੀ ਆ। ਤੁਸੀਂ ਦੇਖ ਲਓ 3 ਏ ਦਾ ਕਿਹਦਾ ਬਣਦਾ, ਤੁਹਾਨੂੰ ਪਤਾ ਲੱਗ ਗਿਆ। 3 ਹੋਰ ਕਿਸੇ ਦਾ ਨਹੀਂਗਾ, ਬਾਕੀ ਸਾਰੇ ਕੱਟ ਹੋ ਗਏ ਤਾਂ ਤੁਹਾਡਾ ਸਿੱਧਾ ਹੀ ਕੁਐਸਚਨ ਨਿਕਲ ਜਾਂਦਾ ਵਾ। ਸੋ ਇਦਾਂ ਦੇ ਕੁਐਸਚਨ ਥੋੜੇ ਜਿਹੇ ਕਰਨੇ ਸਿੱਖੋ, ਠੀਕ ਆ ਜੀ। ਥੋੜੇ ਜਿਹੇ ਸਮਾਰਟ ਅਪਰੋਚ ਦੇ ਨਾਲ ਅਗਰ ਤੁਸੀਂ ਕਰੋਗੇ ਤਾਂ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਕੁਐਸਚਨ ਤੁਹਾਨੂੰ ਕਈ ਵਾਰ ਕੋਈ ਸਟੇਟਮੈਂਟ ਨਹੀਂ ਵੀ ਆਉਂਦੀ ਉਹ ਵੀ ਕਵਰ ਹੋ ਜਾਏਗੀ। ਹੁਣ ਇਹਨਾਂ 'ਚ ਦੱਸੋ ਜੀ ਕਿਹੜਾ ਟ੍ਰਿਊ ਨਹੀਂਗਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੁਆਰਾ, ਠੀਕ ਆ ਜੀ। ਕਹਿੰਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਸੀਗੇ ਉਹਨਾਂ ਦਾ ਓਰੀਜਨਲ ਨੇਮ ਲਛਮਣ ਦਾਸ ਸੀਗਾ, ਦੇਵ ਸੀਗਾ। he made the fort of Mukhbali Sir as a capital and renamed it as Lohgad. He was captured and killed by the order of Mughal Empire Aurangzeb, the name of the son of Ajay Singh। ਦੱਸੋ ਜੀ ਕਿਹੜਾ ਸਹੀ ਨਹੀਂਗਾ। ਦੇਖੋ ਹੁਣ ਕਰਤਾ ਨਾ, ਫਿਰ ਇਹਨਾਂ ਨੇ ਨਹੀਂ ਪੁੱਛ ਲਿਆ ਉਹਨਾਂ ਨੇ ਕਿ ਨਹੀਂਗਾ। ਅਗਰ ਇਹ ਮੇਰਾ ਯੈਲੋ ਨਾ ਕੀਤਾ ਹੁੰਦਾ ਤਾਂ ਕਿਸੇ ਨੂੰ ਵੀ ਡਾਊਟ ਹੋ ਸਕਦਾ, ਮੈਨੂੰ ਵੀ ਡਾਊਟ ਹੋ ਸਕਦਾ ਸੀਗਾ ਇਹਦੇ ਵਿੱਚ, ਕਿਉਂਕਿ ਇਹ ਚੀਜ਼ ਦਾ ਇਹੀ ਆ ਕਿ ਆਪਾਂ ਕੋਈ ਜ਼ਿਆਦਾ ਜਲਦਬਾਜ਼ੀ ਨਹੀਂ ਕਰਨੀ। ਆਪਾਂ ਬਹੁਤ ਚੰਗੀ ਤਰ੍ਹਾਂ, ਵੈਸੇ ਨਾ PPSC ਦੇ ਮੈਂ ਜਦੋਂ ਦੇਖ ਰਿਹਾ ਸੀ ਉਹਦੇ ਵਿੱਚ ਨਾ ਕੁਛ ਦੇ ਵਿੱਚ ਪੇਪਰਾਂ ਦੇ ਵਿੱਚ ਮੈਂ ਦੇਖਿਆ ਕਿ ਉਹ ਬੋਲਡ ਅੱਖਰਾਂ ਦੇ ਵਿੱਚ ਨਾਟ ਟ੍ਰਿਊ ਲਿਖਦੇ ਨੇ ਜਾਂ ਟ੍ਰਿਊ, ਠੀਕ ਹੈ ਜੀ। ਸੋ ਬਾਈ ਚਾਂਸ ਨਾ ਵੀ ਲਿਖਣ ਤਾਂ ਵੀ ਤੁਸੀਂ ਇਹੋ ਜਿਹੀ ਜਿਹੜੀ ਸਟੇਟਮੈਂਟ ਦੇਤੀ ਨਾ ਨਾਟ ਟ੍ਰਿਊ ਇਹ ਚੰਗੀ ਤਰ੍ਹਾਂ ਦੇਖਣੀ ਆ ਜਦੋਂ ਇਦਾਂ ਦੀਆਂ ਸਟੇਟਮੈਂਟ ਪਾਈਆਂ ਹੁਣ ਸਪੈਸ਼ਲੀ। ਸੋ ਇਹ ਤੁਹਾਡਾ ਆਰਾਮ ਨਾਲ ਕਵਰ ਹੋ ਜਾਏਗਾ, ਪਤਾ ਹੋਏਗਾ ਤੁਹਾਨੂੰ ਕਿ ਇਹਨਾਂ ਦੇ ਵਿੱਚ ਦੱਸੋ ਜੀ ਟ੍ਰਿਊ ਕਿਹੜੀ ਨਹੀਂਗੀ। ਦੇਖੋ ਜੀ ਲਛਮਣ ਦੇਵ ਇਹਨਾਂ ਦਾ ਨਾਮ ਸਹੀ ਸੀਗਾ, ਠੀਕ ਹੈ ਜੀ। ਹੀ ਮੇਡ ਦਾ ਫੋਰਟ ਆਫ ਦਾ ਮੁਖਬਲੀ ਸਰ ਐਜ਼ ਏ ਕੈਪੀਟਲ ਐਡਰ, ਹਾਂ ਬਿਲਕੁਲ ਸਹੀ ਗੱਲ ਹੈ ਜੀ। ਮੁਖਬਲੀ ਸਰ ਦਾ ਇਹਨਾਂ ਦਾ ਰੀਨੇਮ ਕਰਤਾ ਸੀ ਇਹਨਾਂ ਨੇ ਲੋਹਗੜ੍ਹ, ਤੇ ਉਹਨੂੰ ਆਪਦਾ ਕਿਲਾ ਬਣਾਤਾ ਸੀ ਇਹਨਾਂ ਨੇ, ਲੋਹਗੜ੍ਹ ਦਾ ਕਿਲਾ ਵੀ ਕਹਿ ਦਿੰਦੇ ਆਪਾਂ ਨੂੰ। ਉਹਨਾਂ ਨੂੰ ਕੈਪਚਰ ਕੀਤਾ ਸੀ ਗੁਰਦਾਸ ਨੰਗਲ ਤੋਂ ਕੀਤਾ ਸੀ, ਆਪਾਂ ਪਹਿਲਾਂ ਪੜ੍ਹਿਆ ਵੀ ਹੋਇਆ ਵਾ ਇਹ ਕੁਐਸਚਨ ਆ ਵੀ ਚੁੱਕਿਆ। ਤੇ ਇਹਨਾਂ ਨੂੰ ਕਿਲ ਕੀਤਾ ਸੀਗਾ, ਸ਼ਹੀਦ ਕੀਤਾ ਸੀ, ਮਤਲਬ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਕੀਤਾ ਸੀ। ਇਹ ਗਲਤ ਹੋ ਗਿਆ ਜੀ, ਮੈਂ ਪਿੱਛੇ ਤੁਹਾਨੂੰ ਦੱਸ ਚੁੱਕਿਆ ਵਾਂ। ਸੋ ਇਹ ਕਵਰ ਹੋ ਗਿਆ ਹੋਇਆ। ਮੁਗਲ ਬਾਦਸ਼ਾਹ ਉਸ ਟਾਈਮ ਦਾ ਫਾਰੂਕ ਸ਼ੇਰ ਸੀਗਾ, ਫਾਰੂਕ ਸ਼ੇਰ ਦੇ ਆਰਡਰ ਦੇ ਉੱਤੇ ਕਿਲ ਕੀਤਾ ਸੀਗਾ। ਦਾ ਨੇਮ ਆਫ ਹਿਸ ਸਨ, ਉਹਨਾਂ ਦੇ ਸਨ ਦਾ ਨਾਮ ਕੀ ਸੀ, ਅਜੇ ਸਿੰਘ। ਇਹ ਵੀ ਆਪਣਾ ਸਹੀ ਹੋ ਗਿਆ। ਸੋ ਇਹਦਾ ਆਪਣਾ ਟੌਪਿਕ ਸ਼ਾਇਦ ਰਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਦਾ, ਤਿਆਰ ਕੀਤਾ ਪਿਆ ਵਾ ਮੇਰਾ। ਸੋ ਇਹ ਵੀ ਮੈਂ ਕਵਰ ਕਰ ਦੂੰਗਾ ਸ਼ਾਇਦ, ਮੈਨੂੰ ਲੱਗਦਾ ਪਤਾ ਨਹੀਂ ਮੈਂ ਕਰਵਾ ਦਿੱਤਾ। ਸੋ ਕੋਈ ਗੱਲ ਨਹੀਂ, ਤੁਸੀਂ ਦੇਖ ਲੈਣਾ ਪੰਜਾਬ ਜੀਕੇ ਦੀ ਕਲਾਸਾਂ ਆਪਾਂ ਸ਼ੁਰੂ ਕਰ ਦਾਂਗੇ 2-4 ਦਿਨ ਦੇ ਵਿੱਚ। ਸੋ ਟੌਪਿਕ ਮੇਰੇ ਕਾਫੀ ਕਲਾਸਾਂ 2-3 ਮੇਰੀਆਂ ਰੈਡੀ ਕੀਤੀਆਂ ਪਈਆਂ ਨੇ। ਆਪਾਂ 5 ਕਲਾਸਾਂ 6 ਕਲਾਸਾਂ ਹੋਈਆਂ ਨਾ, 7ਵੀਂ ਕਲਾਸ ਆਪਾਂ ਸ਼ੁਰੂ ਕਰ ਦਾਂਗੇ ਇਸੇ ਵੀਕ ਦੇ ਵਿੱਚ ਲੈ ਆਵਾਂਗੇ, ਠੀਕ ਆ। ਸੋ ਬਾਕੀ ਮਾਡਰਨ ਹਿਸਟਰੀ ਤਾਂ ਆਪਾਂ ਆਲਮੋਸਟ ਕੰਪਲੀਟ ਕਰ ਹੀ ਲਈ ਆ। ਸੋ ਪੋਲਿਟੀ ਆਪਣੀ ਚੱਲ ਰਹੀ ਹੈ ਇਸ ਟਾਈਮ ਦੇ ਉੱਤੇ। ਪੋਲਿਟੀ ਦੀਆਂ 18-19 ਕਲਾਸਾਂ ਹੋ ਚੁੱਕੀਆਂ ਨੇ, ਲਗਭਗ ਅੱਧੀ ਪੋਲਿਟੀ ਆਪਾਂ ਨਿਬੇੜ ਦਿੱਤੀ ਹੋਈ ਆ। ਇਹਨਾਂ 'ਚੋਂ ਮਿਸਲਾਂ ਦੇ ਨਾਲ ਬਣਾਓ, ਠੀਕ ਆ। ਮਿਸਲਾਂ 12 ਮਿਸਲਾਂ ਜਿਹੜੀਆਂ ਸੀਗੀਆਂ ਉਹ ਸਾਰੀਆਂ 12 ਮਿਸਲਾਂ ਦੇ ਨਾਮ ਤੇ ਤੁਸੀਂ ਉਹਨਾਂ ਦੇ ਫਾਊਂਡਰ ਯਾਦ ਕਰਨੇ ਨੇ। ਭੰਗੀ ਮਿਸਲ ਦਾ ਤਾਲੁਕ ਕਿਹਦੇ ਨਾਲ ਸੀ, ਕਨਈਆ ਦਾ ਕਿਹਦੇ ਨਾਲ ਸੀ, ਸਿੰਘਾਪੁਰੀਆ ਦਾ, ਫੈਜ਼ਲਪੁਰੀਆ ਦਾ ਕਿਹਦੇ ਨਾਲ ਸੀ, ਤੇ ਸ਼ੁਕਰਚਾਰੀਆ ਮਿਸਲ ਦਾ ਤਾਲੁਕਾਤ ਕਿਹਨਾਂ ਨਾਲ, ਦੱਸੋ ਜੀ। ਸੋ ਇਹ ਵੀ ਮੈਚ ਦੀ ਫੋਲੋਇੰਗ ਵਾਲਾ ਹੀ ਆ ਗਿਆ। ਸੋ ਤੁਸੀਂ ਸੋਚ ਲਿਆ ਹੋਵੇਗਾ। ਸੋ ਆਪਾਂ ਤੁਹਾਨੂੰ 2-4 ਸੈਕਿੰਡ ਵੱਧ ਦੇ ਦਿੰਦੇ ਹਾਂ ਕਿਉਂਕਿ ਥੋੜਾ ਜਿਹਾ ਕਨਫਿਊਜ਼ ਕਰਨ ਵਾਲਾ ਕੁਐਸਚਨ ਆ। ਦੇਖੋ ਜੀ ਜਿਹੜੇ ਭੰਗੀ ਮਿਸਲ ਆਪਣਾ ਹਰੀ ਸਿੰਘ ਢਿੱਲੋਂ ਨੇ ਚਲਾਈ ਸੀ, ਠੀਕ ਆ। ਹਰੀ ਸਿੰਘ ਢਿੱਲੋਂ ਭੰਗੀ ਮਿਸਲ ਚਲਾਈ ਸੀਗੀ, ਦੇ ਫਾਊਂਡਰ ਸੀਗੇ। ਕਨਈਆ ਮਿਸਲ ਕਿਹਨਾਂ ਨੇ ਚਲਾਈ ਸੀ ਜੀ, ਕਨਈਆ ਮਿਸਲ ਚਲਾਈ ਸੀਗੀ ਆਪਣੇ ਜੈ ਸਿੰਘ ਨੇ, ਠੀਕ ਆ। ਜੈ ਸਿੰਘ ਕਨਈਆ ਦੇ ਨਾਲ ਤਾਲੁਕਾਤ ਰੱਖਦੇ ਆ। ਸਿੰਘਾਪੁਰੀਆ ਤੇ ਫੈਜ਼ਲਪੁਰੀਆ ਮਿਸਲ ਬਿਲਕੁਲ ਸਹੀ ਜੀ। ਨਵਾਬ ਕਪੂਰ ਸਿੰਘ ਬਹੁਤ ਹੀ ਵੱਡੀ ਸ਼ਖਸੀਅਤ ਸੀ ਇਹ ਨਵਾਬ ਕਪੂਰ ਸਿੰਘ। ਸੋ ਆਪਾਂ ਇਹਨਾਂ ਬਾਰੇ ਵੀ ਪੜਾਂਗੇ, ਜੱਸਾ ਸਿੰਘ ਆਹਲੂਵਾਲੀਆ ਬਾਰੇ ਵੀ ਪੜਾਂਗੇ, ਸਾਰਾ ਕੁਝ ਆਪਾਂ ਡਿਟੇਲ ਦੇ ਵਿੱਚ ਪੜਾਂਗੇ, ਠੀਕ ਆ ਜੀ। ਸੋ ਆਪਣੀ ਕਲਾਸਾਂ ਮੇਰੀਆਂ ਕਾਫੀ ਤਿਆਰ ਕੀਤੀਆਂ ਪਈਆਂ ਨੇ ਇਹ। ਸ਼ੁਕਰਚਾਰੀਆ ਮਿਸਲ ਦੀ ਅਗਰ ਆਪਾਂ ਗੱਲ ਕਰੀਏ, ਸ਼ੁਕਰਚਾਰੀਆ ਮਿਸਲ ਜਿਹੜੀ ਸੀ ਬੁੱਧ ਸਿੰਘ ਨੇ ਆਪਣੀ ਕੀਤੀ ਸੀ। ਸੋ ਇਹ ਜਿਹੜੇ ਬੁੱਧ ਸਿੰਘ ਜੀ ਸੀਗੇ ਨਾ, ਇਹ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਗ੍ਰੈਂਡਫਾਦਰ ਨੇ। ਇੱਕ ਚੀਜ਼ ਯਾਦ ਰੱਖਣਾ, ਕਈ ਵਾਰ ਪੇਪਰ ਦੇ ਵਿੱਚ ਨਾ ਕੁਐਸਚਨ ਪਤਾ ਕਿੱਦਾਂ ਹੁੰਦਾ ਕਿ ਜਿਹੜੀ ਸ਼ੁਕਰਚਾਰੀਆ ਮਿਸਲ ਆ, ਸ਼ੁਕਰਚਾਰੀਆ ਮਿਸਲ ਦੇ ਫਾਊਂਡਰ ਕੌਣ ਸੀ, ਮਹਾਰਾਜਾ ਰਣਜੀਤ ਸਿੰਘ ਦੇ ਦੇਣਗੇ, ਉਹਨਾਂ ਦੇ ਫਾਦਰ ਦਾ ਨਾਮ ਦੇ ਦੇਣਗੇ, ਤੇ ਉਹਨਾਂ ਦੇ ਦਾਦਾ ਜੀ ਦੇ ਨਾਮ ਬੁੱਧਾ ਸਿੰਘ। ਸੋਚ ਤੁਸੀਂ ਕਨਫਿਊਜ਼ ਨਹੀਂ ਹੋਣਾਗਾ, ਤੁਸੀਂ ਬੁੱਧ ਸਿੰਘ ਲਾਉਣਾ, ਬਿਲਕੁਲ ਸਹੀ ਹੈ ਜੀ। ਡੀ ਆਪਸ਼ਨ ਆਪਣੀ ਸਹੀ ਹੋ ਗਈ। ਸੋ ਕਹਿੰਦਾ ਜੀ ਜੈਤੋ ਮੋਰਚਾ ਵਾ ਜਿਹੜਾ ਫॉर ਦਾ ਵਿਚ ਵਨ ਆਫ ਦਾ ਫੋਲੋਇੰਗ, ਕਹਿੰਦਾ ਜੀ ਜੈਤੋ ਮੋਰਚਾ ਜਿਹੜਾ ਉਹ ਕਿਸ ਲਈ ਕਿਸ ਨਾਲ ਰਿਲੇਟਡ ਆ। ਫॉर ਗੈਟਿੰਗ ਸਿੱਖ ਗੁਰਦੁਆਰਾ ਐਕਟ 1925 ਦੇ, ਫॉर ਰੀਸਟੋਰੇਸ਼ਨ ਆਫ ਦਾ ਮਹਾਰਾਜਾ ਰਿਪੁਦਮਨ ਸਿੰਘ ਆਫ ਨਾਭਾ ਟੂ ਹਿਜ਼ ਥਰੋਨ, ਥਰੋਨ ਦਾ ਮਤਲਬ ਹੁੰਦਾ ਤਾਜ, ਠੀਕ ਆ ਜੀ। for letting Sikh cut timber from garden to the Gurdwara for the Guru Ka Langar, for letting people pray for the Gurdwara Gangsar of Jaito। ਸੋ ਜੈਤੋ ਮੋਰਚਾ ਜਿਨ੍ਹਾਂ ਨੇ ਪੜ੍ਹਿਆ ਪੰਜਾਬ ਜੀਕੇ 'ਚ ਕਵਰ ਹੋ ਜਾਏਗਾ ਇਹ। ਸੋ ਜਿਹੜੇ ਨਾਇਬ ਵਾਲੇ ਆ ਉਹ ਤਾਂ ਆਲਮੋਸਟ ਪੜ੍ਹ ਚੁੱਕੇ ਹੋਣਗੇ ਇਹ ਵਾਲਾ ਟੌਪਿਕ। ਸੋ ਫॉर ਰੀਸਟੋਰੇਸ਼ਨ ਆਫ ਮਹਾਰਾਜਾ ਰਿਪੁਦਮਨ ਸਿੰਘ ਆਫ ਨਾਭਾ ਆਫ ਹਿਜ਼ ਥਰੋਨ, ਠੀਕ ਹੈ ਜੀ। ਵੱਲ ਆਪਾਂ ਵੱਧਦੇ ਹਾਂ ਜੀ 172 ਨੰਬਰ ਕੁਐਸਚਨ ਦੇ ਵਿੱਚ। ਉਹ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਆ ਜਿਹੜੀ ਕਿ ਸਹੀ ਨਹੀਂ ਹੈਗੀ। ਫਿਰ ਉਹਨਾਂ ਨੇ ਉਹੀ ਪੁੱਛ ਲਈ ਕਿ ਕਿਹੜੀ ਸਹੀ ਨਹੀਂ ਗੀ। ਸੋ ਆਹ ਵਾਲੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਨੇ ਸਟੇਟਮੈਂਟਾਂ
ਕਹਿੰਦਾ ਜੀ ਜਿਹੜੇ ਭਗਤ ਸਿੰਘ ਬਾਰੇ ਪੁੱਛਿਆ ਉਹਨਾਂ ਨੇ। ਕਹਿੰਦਾ ਜੀ ਭਗਤ ਸਿੰਘ ਜਿਹੜੇ ਸੀਗੇ ਉਹ ਸੰਧੂ ਜੱਟ ਫੈਮਿਲੀ ਦੇ ਵਿੱਚ 1907 ਦੇ ਵਿੱਚ ਜਨਮ ਹੋਇਆ ਸੀ ਤੇ ਉਹਨਾਂ ਨੇ ਦਿਆਨੰਦ ਐਂਗਲੋ ਵੈਡਿਕ ਸਕੂਲ ਲਾਹੌਰ ਦੇ ਵਿੱਚ ਆਪਦਾ ਉਹ ਸਟੱਡੀ ਕੀਤੀ ਸੀਗੀ। ਹੀ ਫਾਊਂਡਡ ਦਾ ਪੰਜਾਬ ਨੌਜਵਾਨ ਸਭਾ 1926 'ਚ ਕੀਤੀ ਸੀ ਤੇ ਉਹਨੂੰ ਆਪਦੇ ਆਪ ਨੂੰ ਇਹਨਾਂ ਨੇ ਸੈਕਰਟਰੀ ਨਿਯੁਕਤ ਕੀਤਾ ਸੀਗਾ। ਕਿ ਉਹਨਾਂ ਨੇ ਜਿਹੜੇ ਆਪਣੇ ਸੁਪਰੀਡੈਂਟ ਸੀਗੇ, ਸੁਪਰੀਡੈਂਟ ਆਫ ਪੁਲਿਸ ਮਿਸਟਰ ਸਕਾਟ, ਉਹਨਾਂ ਨੂੰ 1928 ਦੇ ਵਿੱਚ ਮਾਰ ਦਿੱਤਾ ਸੀ। ਹੀ ਥ੍ਰੂ ਦਾ ਬੌਂਬ ਇਨ ਦਾ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਅਗੇਂਸਟ ਪੈਸੇਜੀ ਆਫ ਦਾ ਗੌਰਮੈਂਟ ਆਫ ਇੰਡੀਆ ਐਕਟ 1919। ਦੱਸਣਾ ਜੀ ਤੁਸੀਂ, ਬਹੁਤ ਟ੍ਰਿਕੀ ਕੁਐਸਚਨ ਬਣਾਇਆ। ਨਾਟ ਟਰੂ ਦੱਸਿਆ, ਪੁੱਛਿਆ, ਠੀਕ ਆ ਉਹਨਾਂ ਨੇ ਵੀ ਕਿਹੜੀ ਗਲਤ ਆ ਸਟੇਟਮੈਂਟ, ਜਿਹੜੀ ਸਹੀ ਆ ਉਹ ਤਾਂ ਸਹੀ ਹੋਈ ਆ, ਨਾਟ ਟਰੂ ਟਿਕ ਕਰਨੀ ਆਪਾਂ। ਦੇਖੋ ਜੀ, ਸੋ ਇਹ ਥੋੜ੍ਹਾ ਜਿਹਾ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ। ਜਿਹੜੇ ਆਹ ਵਾਲਾ ਸਟੇਟਮੈਂਟ ਤਾਂ ਸਹੀ ਆ ਬਿਲਕੁਲ, 1907 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ, ਜੱਟ ਫੈਮਿਲੀ 'ਚ ਹੋਇਆ ਸੀ, ਠੀਕ ਆ ਜੀ। ਸੋ ਦਿਆਨੰਦ ਐਂਗਲੋ ਵੈਡਿਕ ਸਕੂਲ 'ਚ ਉਹਨਾਂ ਨੇ ਇਹੋ ਕੀਤੀ ਸੀ ਤੇ ਉਹਨਾਂ ਨੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਸੀ 1926 ਦੇ ਵਿੱਚ, ਇਹ ਵੀ ਬਿਲਕੁਲ ਸਹੀ ਹੋ ਗਿਆ। ਤੇ ਨੈਕਸਟ ਆਪਣਾ ਬਣਦਾ, ਉਹਨਾਂ ਨੇ ਸੁਪਰੀਡੈਂਟ ਜਿਹੜੇ ਨੇ ਪੁਲਿਸ ਦੇ ਜੋ ਮਿਸਟਰ ਸਕਾਟ, ਠੀਕ ਆ ਜੀ, ਸਕਾਟ ਨੂੰ 1928 'ਚ ਮਾਰਿਆ ਸੀ। ਕਤਲ ਜ਼ਰੂਰ ਕੀਤਾ ਸੀ ਇਹਨਾਂ ਨੇ, ਬਟ ਇਹਨਾਂ ਨੇ ਸਕਾਟ ਨੂੰ ਨਹੀਂ ਸੀ ਮਾਰਿਆ, ਸਾਂਡਰਸ ਨੂੰ ਮਾਰਿਆ ਸੀ 1928 ਦੇ ਵਿੱਚ। ਕਿਉਂਕਿ ਇਹ ਬਦਲਾ ਲੈਣ ਲਈ ਮਾਰਨ ਤਾਂ ਇਹ ਸਕਾਟ ਨੂੰ ਗਏ ਸੀ, ਬਟ ਇਹਨਾਂ ਨੂੰ ਸਾਂਡਰਸ ਮਿਲ ਗਿਆ ਤਾਂ ਇਹਨਾਂ ਨੇ ਸਾਂਡਰਸ ਨੂੰ ਮਾਰਤਾ। ਤੇ ਇਹਨਾਂ ਨੇ ਬੰਬ ਜਿਹੜਾ ਸੁੱਟਿਆ ਸੀ ਨਾ, ਇਹ ਬਿਲਕੁਲ ਸਹੀ ਆ ਕਿ ਇਹਨਾਂ ਨੇ ਬੰਬ ਸੁੱਟਿਆ ਸੀਗਾ, ਬਟ ਇਹਨਾਂ ਨੇ ਗੌਰਮੈਂਟ ਆਫ ਇੰਡੀਆ ਐਕਟ ਲਈ ਨਹੀਂ ਸੀ ਸੁੱਟਿਆ। ਇਹਨਾਂ ਨੇ ਜਿਹੜੇ ਦੋ ਬਿੱਲ ਇੰਟਰੋਡਿਊਸ ਹੋਏ ਸੀ ਨਾ, ਇੱਕ ਪਬਲਿਕ ਸੇਫਟੀ ਬਿੱਲ ਤੇ ਇੱਕ ਡਿਸਪਿਊਟ ਬਿੱਲ ਜਿਹੜਾ ਸੀਗਾ, ਟ੍ਰੇਡ ਡਿਸਪਿਊਟ ਬਿੱਲ, ਉਹਦੇ ਅਗੇਂਸਟ ਸਿੱਟੇ ਸੀਗੇ। ਜਿਹੜਾ ਮੈਂ ਪਿਛਲੇ ਤੁਹਾਡੇ ਹੁਣੇ ਕੁਐਸਚਨ ਲੰਘ ਕੇ ਗਿਆ ਵਾ, ਉਹਦੇ ਵਿੱਚ ਤੁਹਾਡਾ ਕਲੀਅਰ ਹੋ ਜਾਏਗਾ ਉਹ। ਸੋ ਇਹਦੇ ਵਿੱਚ ਆਪਣਾ ਇਹ ਵਾਲਾ ਸਹੀ ਹੋ ਗਿਆ। ਹੁਣੇ ਇੱਕ 2022 'ਚ ਪੇਪਰ ਹੋਇਆ ਸੀ, ਉਹਦੇ ਵਿੱਚ ਦੇਖੋ ਉਹਨਾਂ ਨੇ ਕਨਫਿਊਜ਼ ਕਰਨ ਨੂੰ ਕੀ ਕੀਤਾ ਨੇ। ਉਹ ਕਹਿੰਦੇ ਜੀ ਦੱਸੋ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਕਿਹੜੇ ਬ੍ਰਿਟਿਸ਼ ਪੁਲਿਸ ਅਫਸਰ ਨੂੰ ਮਾਰਨ ਲਈ ਪਲਾਨ ਬਣਾਇਆ, ਮਤਲਬ ਯੋਜਨਾ ਬਣਾਈ। ਸੋ ਦੇਖੋ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਸਾਂਡਰਸ ਵੀ ਦਿੱਤਾ, ਸਕਾਟ ਵੀ ਦਿੱਤਾ। ਇੱਥੇ ਇਹਨਾਂ ਨੇ ਸਕਾਟ ਦੇ ਕੇ ਪੁੱਛ ਲਿਆ। ਜਿਹੜੀ ਉਹਨਾਂ ਨੇ, ਦੇਖੋ ਇਹਨੂੰ ਸਮਝੋ ਤੁਸੀਂ, ਜਿਹੜੀ ਉਹਨਾਂ ਨੇ ਯੋਜਨਾ ਬਣਾਈ ਸੀ ਨਾ, ਉਹ ਬਣਾਈ ਸੀ ਉਹਨਾਂ ਨੇ ਸਕਾਟ ਲਈ ਯੋਜਨਾ ਬਣਾਈ ਸੀ। ਮਾਰਨਾ ਇਹਨਾਂ ਨੇ ਸਕਾਟ ਨੂੰ ਸੀਗਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ, ਪਰ ਇਹਨਾਂ ਨੂੰ ਉੱਥੇ ਸਾਂਡਰਸ ਮਿਲ ਗਿਆ ਤਾਂ ਇਹ ਸਾਂਡਰਸ ਨੂੰ ਗੋਲੀ ਮਾਰ ਕੇ ਆ ਗਈ, ਠੀਕ ਆ ਜੀ। ਸੋ ਇਹ ਆਪਣਾ ਬਿਲਕੁਲ ਤੁਹਾਡੇ ਆਹ ਦੋ ਦੇਖ ਲਓ ਹੁਣ, ਤੀਜਾ ਚੌਥਾ ਕਿਹਦੇ ਵਿੱਚ ਬਣਦੇ ਪਏ ਨੇ। ਤੀਜਾ ਬੀ ਆਪਸ਼ਨ ਆਪਣੀ ਸਹੀ ਹੋ ਗਈ, ਠੀਕ ਆ। ਇਹ ਗਲਤ ਉੱਪਰ ਵਾਲੇ ਸਹੀ ਨੇ। ਕਹਿੰਦਾ ਜੀ ਗਾਂਧੀ ਜੀ ਨੇ ਨਾ 11 ਪੁਆਇੰਟ ਦਿੱਤੇ ਸੀਗੇ ਲਾਰਡ ਇਰਵਿਨ ਨੂੰ, ਜਦੋਂ ਕਿ ਸਿਵਲ ਡਿਸਓਬੀਡੈਂਟ ਮੂਵਮੈਂਟ ਜਦੋਂ ਆਪਣੀ ਸਟਾਰਟ ਹੋਈ ਸੀ। ਤਾਂ ਇਹਨਾਂ ਦੇ ਵਿੱਚ ਦੱਸੋ ਕਿਹੜੇ 11 ਨਹੀਂ ਗੇ, ਠੀਕ ਹੈ ਜੀ। ਲਾਰਡ ਇਰਵਿਨ ਦੇ ਨੂੰ ਦਿੱਤੇ ਸੀ ਕਿ ਤੁਸੀਂ ਇਹਨਾਂ ਦੇ ਉੱਤੇ ਮਤਲਬ 11 ਫਰਮਾ ਦਿੱਤਾ ਕਿ ਤੁਸੀਂ ਇਹਨਾਂ ਦੇ ਉੱਤੇ ਗੌਰ ਕਰੋ, ਤੇ ਉਹ ਤੋਂ ਪਹਿਲਾਂ ਕੀਤਾ ਸੀ। ਜੇ ਤੁਸੀਂ ਨਹੀਂ ਕਰੋਗੇ ਤਾਂ ਅਸੀਂ ਸਿਵਲ ਡਿਸਓਬੀਡੈਂਟ ਮੂਵਮੈਂਟ ਚਲਾ ਦਾਂਗੇ। ਦੇਖੋ ਜੀ, ਪਹਿਲਾਂ ਇਹਨਾਂ ਨੇ ਕਹਿੰਦਾ ਜੀ 50% ਜਿਹੜੀ ਰਿਡਕਸ਼ਨ ਕਰੋ ਜਿਹੜੀ ਲੈਂਡ ਰੈਵਨਿਊ ਤੇ ਅਬੋਲੀਗੇਸ਼ਨ ਆਫ ਜਿਹੜਾ ਤੁਸੀਂ ਨੂਣ ਦਾ ਜਿਹੜਾ ਟੈਕਸ ਲਾ ਰਹੇ ਹੋ ਤੇ ਗੌਰਮੈਂਟ ਸਾਲਟ ਮੋਨੋਪੋਲੀ 'ਚ। ਇੱਕ ਇਹ ਕਹਿੰਦਾ ਜੀ 50% ਤੁਸੀਂ ਆਪਦਾ ਜਿਹੜਾ ਮਿਲਟਰੀ ਐਕਸਪੈਂਡੀਚਰ ਤੋਂ ਤੁਹਾਡਾ ਖਰਚਾ ਹੋ ਰਿਹਾ ਜਾਂ ਤੁਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਉੱਤੇ ਖਰਚ ਕਰ ਰਹੇ ਹੋ, ਉਹ ਵੀ ਤੁਸੀਂ 50% ਘਟਾਓ। ਇੱਕ ਉਹ ਕਹਿੰਦਾ ਜਿਹੜਾ ਕਾਓ ਸਲੌਟਰ ਆ, ਜਿਹੜਾ ਮਤਲਬ ਜਿਹੜੇ ਗਊਆਂ ਦੀ ਜਿਹੜੀ ਹੱਤਿਆ ਹੁੰਦੀ ਆ, ਤੇ ਇਹਨੂੰ ਤੁਸੀਂ ਬੰਦ ਕਰਵਾਓ ਤੇ ਖਾਦੀ ਦਾ ਯੂਜ਼ ਕਰੋ, ਠੀਕ ਆ ਜੀ। ਪ੍ਰੋਹਿਬਿਸ਼ਨ ਦੋਨੇ ਚੀਜ਼ਾਂ ਕਹਿੰਦੇ ਇਹਨੂੰ ਬੰਦ ਕਰੋ ਤੇ ਖਾਦੀ ਦਾ ਯੂਜ਼ ਇਹਦੇ ਉੱਤੇ ਰੋਕ ਲਾਓ। ਰਿਲੀਜ਼ ਕਰੋ ਸਾਰੇ ਪੋਲੀਟੀਕਲ ਜਿਹੜੇ ਉਹਨਾਂ ਦੇ ਉਸ ਟਾਈਮ ਦੇ ਉੱਤੇ ਜਿਹੜੇ ਗ੍ਰਿਫਤਾਰ ਕੀਤੇ ਹੋਏ ਸੀ, ਉਹਨਾਂ ਨੂੰ ਰਿਲੀਜ਼ ਕਰੋ। ਦੱਸਣਾ ਜੀ ਉਹਨੂੰ ਸੀ ਨਹੀਂ ਪੁੱਛਿਆ ਉਹਨਾਂ ਨੇ। ਆਹ ਦੇਖੋ ਜੀ ਰੈੱਡ ਕੀਤਾ ਹੋਇਆ ਕਿ ਇਹਨਾਂ ਦੇ ਵਿੱਚ 11 ਬਿੰਦੂਆਂ ਦੇ ਵਿੱਚ ਕਿਹੜਾ ਨਹੀਂ ਗਾ। ਸੋ ਬਿਲਕੁਲ ਤੁਸੀਂ ਸਹੀ ਸੋਚ ਲਿਆ ਹੋਵੇਗਾ, ਸਿੱਧਾ ਗਲਤ ਹੋ ਗਿਆ ਹੈਗਾ, ਠੀਕ ਆ। ਸੋ ਇਸ ਤਰ੍ਹਾਂ ਉਹ ਨਹੀਂ, ਉਹਨਾਂ ਨੇ ਇਹਦੇ ਪੁਆਇੰਟ ਦੇ ਵਿੱਚ ਸਿਰਫ ਆਹ 3 ਆਪਸ਼ਨ ਹੀ ਉਹ 11 ਦੇ ਵਿੱਚੋਂ ਸੀਗੀ, ਇਹ ਨਹੀਂ ਸੀ, ਠੀਕ ਆ, ਕਿ ਇਹਦੇ ਉੱਤੇ ਤੁਸੀਂ ਰੋਕ ਲਾ ਦਿਓ। ਨੈਕਸਟ ਆ ਗਿਆ ਜੀ ਆਪਣਾ, ਕਹਿੰਦਾ ਇਹਨਾਂ ਦੇ ਵਿੱਚੋਂ ਦੱਸੋ, ਇਹ ਵੀ ਸਟੇਟਮੈਂਟ ਬੇਸਡ ਕੁਐਸਚਨ ਆ ਗਿਆ। ਕਹਿੰਦਾ ਜੀ ਇਹਨਾਂ ਦੇ ਵਿੱਚੋਂ ਫੋਲੋਇੰਗ ਪੇਅਰ ਦੱਸੋ ਇਹਨਾਂ 'ਚੋਂ ਜਿਹੜਾ ਕਿ ਕਰੈਕਟਲੀ ਮੈਚ ਹੈਗਾ। ਸੁਰਿੰਦਰ ਬੈਨਰਜੀ ਹੋਮ ਰੂਲ ਮੂਵਮੈਂਟ ਨਾਲ ਸੀਗੇ। ਲਾਲਾ ਹਰਦਿਆਲ ਨੇ ਆਰਗੇਨਾਈਜ਼ ਕੀਤੀ ਸੀਗੀ ਨੈਸ਼ਨਲ ਆਰਮੀ ਇਨ ਦਾ ਯੂਰਪ ਫॉर ਇੰਡੀਅਨ ਫਰੀडम ਸਟਰਗਲ। ਰਾਜਾ ਰਾਧਾ ਕਾਂਤਾ ਦੇਵ, ਉਹ ਕਹਿੰਦੇ ਉਹ ਓਪੋਜ਼ਿਟ ਸੀਗੇ ਜਦੋਂ ਮਤਲਬ ਸਤੀ ਦੀ ਅਬੋਲਿਸ਼ਨ ਹੋਈ ਸੀ ਪ੍ਰੈਕਟਿਸ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ, ਇਹ ਓਪੋਜ਼ਿਟ ਸੀਗੇ ਉਸ ਟਾਈਮ ਦੇ ਉੱਤੇ। ਸਈਦ ਅਹਿਮਦ ਖਾਨ ਜਿਹੜੇ ਸੀਗੇ ਉਹ ਫਾਊਂਡਰ ਸੀਗੇ ਆਪਣੇ ਮੁਸਲਿਮ ਲੀਗ ਦੇ 1906 ਦੇ ਵਿੱਚ ਜਿਹੜੀ ਸਥਾਪਨਾ ਹੋਈ ਸੀ। ਆਰ ਕਰੈਕਟ ਪੁੱਛਿਆ, ਸਹੀ ਕਿਹੜੀ ਹੈ ਇਹਨਾਂ ਚੋਂ ਦੱਸੋ ਜੀ। ਹੁਣ ਦੇਖੋ ਜੀ ਆਹ ਤਾਂ ਸਿੱਧੀ ਉਹ ਤੁਹਾਡੀ ਗਲਤ ਹੋ ਗਈ, ਠੀਕ ਆ। ਸੁਰਿੰਦਰਨਾਥ ਬੈਨਰਜੀ ਦਾ ਸੰਬੰਧ ਇਹਨਾਂ ਦੇ ਨਾਲ ਨਹੀਂ ਸੀਗਾ, ਕਿਉਂਕਿ ਹੋਮ ਰੂਲ ਮੂਵਮੈਂਟ ਆਪਾਂ ਕੀਤਾ ਹੀ ਹੋਇਆ ਵਾ ਕਿ ਬਾਲ ਗੰਗਾਧਰ ਤਿਲਕ ਤੇ ਐਨੀ ਬੇਸੰਤ ਨੇ ਚਲਾਈ ਸੀਗੀ। ਸੋ ਇਹਨਾਂ ਦੇ ਆ ਦੂਜਾ ਵੀ ਗੱਲ, ਲਾਲਾ ਹਰਦਿਆਲ ਦਾ ਸੰਬੰਧ ਵੀ ਇਹਨਾਂ ਲਾਲਾ ਹਰਦਿਆਲ ਦਾ ਸੰਬੰਧ ਜਿਹੜਾ ਸੀ ਉਹ ਗਦਰ ਪਾਰਟੀ ਨਾਲ ਸੀ, ਇਹ ਵੀ ਗਲਤ ਹੋ ਗਿਆ ਤੁਹਾਡਾ।
ਸੋ ਆਪਣਾ ਸਈਦ ਅਹਿਮਦ ਖਾਨ, ਇਹ ਵੀ ਆਪਣਾ ਮੁਸਲਿਮ ਲੀਗ ਦੀ ਜਿਹੜੀ ਸਥਾਪਨਾ ਸੀ ਆਪਾਂ ਪੜ੍ਹਿਆ ਸੀ ਕਿ ਜਿਹੜੇ ਸ਼ੈਫੀਉਲ ਖਾਨ ਸੀਗੇ ਜਾਂ ਉਹਨਾਂ ਦੇ ਦੂਜੇ ਸੀਗੇ, ਇਹਨਾਂ ਨੇ 1906 'ਚ ਚਲਾਈ ਸੀ। ਸੋ ਸਈਦ ਅਹਿਮਦ ਖਾਨ ਵੀ ਇਹਦੇ ਵਿੱਚ ਆਪਣੇ ਗਲਤ ਹੋ ਗਏ। ਸੋ ਜਿਹੜਾ ਆਹ ਵਾਲਾ ਵਾ ਨਾ, ਆਹ ਵਾਲਾ ਜਿਹੜਾ ਆਹ ਵਾਲੀ ਕਰੈਕਟ ਆ, ਇਹ ਵਾਲੀ ਆਪਣੀ ਬਿਲਕੁਲ ਆਪਣੀ ਹੋ ਜਾਏਗੀ। ਇਹ ਵਾਲੀ ਕਰੈਕਟਲੀ ਮੈਚ ਆ, ਸਿਰਫ ਡੀ ਆਪਸ਼ਨ ਆਪਣੀ ਸਹੀ ਹੋਊਗੀ, ਕਿਉਂਕਿ ਜਦੋਂ ਉਸ ਟਾਈਮ ਦੇ ਉੱਤੇ ਰਾਜਾ ਰਾਮ ਮੋਹਨ ਰਾਏ ਨੇ ਇਹਦੇ ਲਈ ਚਲਾਇਆ ਸੀਗਾ ਕਿ ਹਾਂ ਸਤੀ ਦੀ ਜਿਹੜੀ ਪ੍ਰਥਾ ਵਾ ਉਹਨੂੰ ਖਤਮ ਕੀਤੀ ਜਾਵੇ, ਤਾਂ ਉਸ ਤੋਂ ਬਾਅਦ ਜਦੋਂ ਲਾਰਡ ਵਿਲੀਅਮ ਵੈਂਟਿਕ ਨੇ ਇਹਦਾ ਮਤਲਬ ਐਕਟ ਬਣਾਤਾ ਸੀਗਾ ਕਿ ਹਾਂ ਸਤੀ ਐਕਟ ਬਣਾਤਾ ਸੀ ਕਿ ਸਤੀ ਨੂੰ ਇਸ ਤਰ੍ਹਾਂ ਨਹੀਂ ਸਾੜਿਆ ਜਾਏਗਾ, ਠੀਕ ਆ ਜੀ। ਸੋ ਆਪਣੇ ਜੋ ਉਹਦੇ ਲਈ ਸੀਗਾ ਸੋ ਆਪਾਂ ਤੁਹਾਨੂੰ ਇਹ ਪੜ੍ਹਿਆ ਹੋਏਗਾ ਤੁਸੀਂ ਇਹ ਵਾਲਾ ਚੈਪਟਰ, ਠੀਕ ਆ ਜੀ। ਸੋ ਇਹਦੇ ਲਈ ਇਹ ਸੀਗਾ। ਸੋ ਰਾਜਾ ਰਾਧਾ ਕਾਂਤ ਦੇਵ ਸੀਗੇ ਨਾ ਜਿਹੜੇ, ਉਹ ਉਸ ਟਾਈਮ ਦੇ ਉੱਤੇ ਇਹ ਓਪੋਜ਼ਿਟ ਹੋ ਗਏ ਸੀ ਅਤੇ ਇਹਨਾਂ ਨੇ ਪ੍ਰਦਰਸ਼ਨ ਕੀਤਾ ਸੀ ਕਿ ਤੁਸੀਂ ਸਾਡੇ ਜਿਹੜੇ ਹਿੰਦੂ ਧਰਮ ਦੇ ਨਾਲ ਖਿਲਵਾੜ ਕਰ ਰਹੇ ਹੋ, ਠੀਕ ਹੈ ਜੀ। ਸੋ ਇਹ ਵਾਲਾ ਆਪਣਾ ਕਰੈਕਟਲੀ ਮੈਚ ਹੋ ਜਾਏਗਾ। ਸੋ ਆਹ ਦਿੱਤਾ ਵੀ ਹੋਇਆ ਮੇਰਾ, ਰਾਜਾ ਰਾਮ ਮੋਹਨ ਰਾਏ ਜਿਹੜੇ ਸੀਗੇ ਇਹਨਾਂ ਨੇ ਬਹੁਤ ਸਾਰੇ ਸੋਸ਼ਲ ਇਵੈਂਟ ਦੇ ਵਿੱਚ ਕੀਤਾ ਹੋਇਆ ਵਾ, ਅਤੇ ਸਤੀ ਪ੍ਰਥਾ ਵੀ ਉਹਨਾਂ 'ਚੋਂ ਇੱਕ ਸੀ। ਬਟ ਲਾਰਡ ਵਿਲੀਅਮ ਵੈਂਟਿਕ ਨੇ ਇਹਨਾਂ ਨੇ ਪਾਸ ਕੀਤਾ ਸੀ ਲਾਅ ਜਿਹੜੀ ਸਤੀ ਪ੍ਰਥਾ ਨੂੰ ਖਤਮ ਕਰਨ ਲਈ, 1829 ਈਸਵੀ ਦੇ ਵਿੱਚ ਕੀਤਾ ਸੀ, ਠੀਕ ਹੈ। ਡੇਟ ਈਅਰ ਯਾਦ ਕਰਨੀ ਆ। ਹੁਣ ਕਹਿੰਦੇ ਜੀ ਉਹ ਗਦਰ ਆ ਜਿਹੜਾ, ਗਦਰ ਕੀ ਆ, ਠੀਕ ਹੈ ਜੀ। ਗਦਰ ਕੀ ਸੀ? ਕਹਿੰਦਾ ਇੱਕ ਰੈਵੋਲੂਸ਼ਨਰੀ ਐਸੋਸੀਏਸ਼ਨ ਸੀ ਜਿਹਦਾ ਹੈੱਡਕੁਆਟਰ ਸੈਨ ਫਰਾਂਸਿਸਕੋ ਦੇ ਵਿੱਚ ਸੀਗਾ। ਨੈਸ਼ਨਲ ਆਰਗੇਨਾਈਜੇਸ਼ਨ ਸੀ ਜਿਹੜਾ ਕਿ ਸਿੰਗਾਪੁਰ ਦੇ ਨਾਲ ਤੋਂ ਆਪਰੇਟ ਕਰਦੀ ਸੀ। ਨੈਸ਼ਨਲ ਆਰਗੇਨਾਈਜੇਸ਼ਨ ਸੀਗੀ ਜਿਹਦਾ ਹੈੱਡਕੁਆਟਰ ਬਰਲਿਨ 'ਚ ਸੀ। ਜਾਂ ਕਮਿਊਨਿਸਟ ਮੂਵਮੈਂਟ ਸੀਗੀ ਜਿਹੜੇ ਕਿ ਇੰਡੀਆ ਦੇ ਫਰੀਡਮ ਲਈ ਕੰਮ ਕਰ ਰਹੀ ਸੀ, ਜਿਹਦਾ ਕਿ ਤਾਸ਼ਕੈਂਟ ਦੇ ਵਿੱਚ ਸੀਗਾ। ਸੋ ਇਹ ਤੁਸੀਂ ਬਹੁਤ ਵਾਰ ਕੀਤਾ ਹੋਵੇਗਾ। ਸੋ ਮੇਰੇ ਹਿਸਾਬ ਨਾਲ ਆਪਸ਼ਨ ਐਲੀਮੀਨੇਟ ਕਰਕੇ ਹੀ ਹੋ ਗਿਆ। ਸੋ ਇਹ ਆਪਸ਼ਨ ਆਪਣੀ ਬਿਲਕੁਲ ਸਹੀ ਚਲੇ ਜਾਏਗੀ। ਸਨ ਫਰਾਂਸਿਸਕੋ ਦੇ ਵਿੱਚ ਸੀਗੀ, 1913 'ਚ ਸਥਾਪਨਾ ਹੋਈ ਸੀ ਇਹਦੀ। ਸੋ ਜ਼ਿਆਦਾ ਟਾਈਮ ਲੱਗ ਰਿਹਾ, ਸੋ ਹੁਣ ਆਪਾਂ ਥੋੜ੍ਹਾ ਜਿਹਾ ਖਿੱਚਾਂਗੇ ਕਿਉਂਕਿ ਕੁਐਸਚਨ ਅਜੇ ਕਾਫੀ ਪਏ ਨੇ ਆਪਣੇ, ਠੀਕ ਹੈ ਜੀ। ਹੂ ਅਮੰਗ ਦਾ ਫੋਲੋਇੰਗ ਯੂਜ਼ ਦਾ ਜਿਹੜੇ ਕਿ ਅਨ ਬ੍ਰਿਟਿਸ਼ ਟੂ ਦਾ ਸਿਟੀਜ਼ ਦਾ ਇੰਗਲਿਸ਼ ਕਲੋਨੀਅਲ ਕੰਟਰੋਲ ਆਫ ਇੰਡੀਆ। ਕਹਿੰਦਾ ਇਹਨਾਂ ਦੇ ਵਿੱਚੋਂ ਭਾਰਤ ਦੇ ਅੰਗਰੇਜ਼ੀ ਬਸਤੀਵਾਦੀ ਨਿਯੰਤਰਣ ਦੀ ਆਲੋਚਨਾ ਕਰਨ ਲਈ ਇਹਨਾਂ ਦੇ ਵਿੱਚੋਂ ਅਨ ਬ੍ਰਿਟਿਸ਼ ਸ਼ਬਦ ਦੀ ਵਰਤੋਂ ਕਿਹਨੇ ਕੀਤੀ ਸੀ? ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋਇਆ, ਬਹੁਤ ਵਾਰ ਤੁਹਾਨੂੰ ਆਉਂਦਾ ਹੋਏਗਾ, ਦਾਦਾ ਬਾਈ ਨਾਰੋਜੀ, ਠੀਕ ਹੈ ਜੀ। ਸੀ ਆਪਸ਼ਨ ਆਪਣੀ ਬਿਲਕੁਲ ਸਹੀ ਹੈ। ਸੋ ਇਹਨਾਂ ਦੇ ਵਿੱਚ ਦੱਸੋ ਜੀ ਕਿਹੜੀ ਫੋਲੋਇੰਗ ਸਟੇਟਮੈਂਟ ਜਿਹੜੀ ਆ, ਕਿਹੜੀ ਆਪਣੀ ਸਟੇਟਮੈਂਟ ਦੱਸੋ ਜੀ ਇਹਨਾਂ 'ਚੋਂ ਕਰੈਕਟ ਕਿਹੜੀ ਆ? ਕਹਿੰਦਾ ਰੋਬਰਟ ਕਲਾਈਵ ਜਿਹੜੇ ਸੀਗੇ ਉਹ ਆਪਣੇ ਫਸਟ ਗਵਰਨਰ ਜਨਰਲ ਸੀਗੇ ਬੰਗਾਲ ਦੇ। ਵਿਲੀਅਮ ਵੈਂਟਿੰਗ ਜਿਹੜੇ ਨੇ ਉਹ ਪਹਿਲੇ ਗਵਰਨਰ ਜਨਰਲ ਇੰਡੀਆ ਦੇ ਸੀਗੇ ਜਿਹੜੇ ਕਿ 1833 'ਚ ਬਣੇ ਸੀ। ਤੁਸੀਂ ਦੱਸਣਾ ਇਹਨਾਂ 'ਚੋਂ ਸਹੀ ਕਿਹੜੀ ਆ। ਸੋ ਸੋਚੋ ਤੁਸੀਂ 5 ਸੈਕਿੰਡ, ਆਪਾਂ ਤੁਹਾਨੂੰ ਟਾਈਮ ਦੇਵਾਂਗੇ। ਆਪਾਂ ਨੇ ਇਹਦੀ ਕਲਾਸ ਬਹੁਤ ਚੰਗੀ ਤਰ੍ਹਾਂ ਕੀਤੀ ਹੋਈ ਆ, ਤੁਹਾਨੂੰ ਯਾਦ ਹੋਣਾ ਚਾਹੀਦਾ ਇਹ, ਠੀਕ ਹੈ ਜੀ। ਸੋ ਆਪਣਾ ਪਹਿਲਾ ਗਲਤ ਹੋ ਜਾਊਗਾ ਕਿਉਂਕਿ ਜਿਹੜੇ ਰੋਬਰਟ ਕਲਾਈਵ ਸੀਗੇ ਨਾ ਉਹ ਫਸਟ ਗਵਰਨਰ ਸੀ, ਸਿਰਫ ਜਨਰਲ ਨਹੀਂ ਸੀਗੇ, ਠੀਕ ਹੈ, ਸਿਰਫ ਗਵਰਨਰ ਸੀਗੇ, ਠੀਕ ਆ ਇਹ। ਸੋ ਜਿਹੜੇ ਵਿਲੀਅਮ ਵੈਂਟਿਕ ਸੀਗੇ ਉਹ ਆਪਣੇ ਗਵਰਨਰ ਜਨਰਲ ਆਫ ਇੰਡੀਆ। ਸੋ ਓਨਲੀ ਬੀ ਆਪਣੀ ਸਹੀ ਹੋ ਜਾਏਗੀ। ਸੋ ਜਿਹੜੇ ਆਪਣੇ ਫਸਟ ਗਵਰਨਰ ਜਨਰਲ ਆਫ ਬੰਗਾਲ ਸੀ ਉਹ ਕੌਣ ਸੀ? ਵਾਰਨ ਹੇਸਟਿੰਗ। ਸੋ ਆਪਣੇ ਇੰਡੀਆ ਦੇ ਵਾਇਸਰਾਏ ਕੌਣ ਸੀਗੇ? ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਜਿਹੜੇ ਪਹਿਲੇ ਵਾਇਸਰਾਏ ਸੀਗੇ ਕੌਣ ਸੀਗੇ ਇੰਡੀਆ ਦੇ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲੇ, ਕਹਿੰਦਾ ਕੰਸੀਡਰ ਕਰੋ ਇਹਨਾਂ ਦੇ ਵਿੱਚੋਂ ਸਟੇਟਮੈਂਟ ਕਿ ਵਿੱਚ ਇਹ ਵੀ ਸਟੇਟਮੈਂਟ ਬੇਸਡ ਆ। ਕਹਿੰਦਾ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਆ ਜਿਹੜੀ ਕਿ ਆਪਣੇ ਕਰੈਕਟ ਆ? ਲਾਰਡ ਮਾਊਂਟਬੈਟਨ ਜਿਹੜੇ ਸੀ ਉਹ ਵਾਇਸਰਾਏ ਸੀਗੇ ਸ਼ਿਮਲਾ ਕਾਨਫਰੰਸ ਜਦੋਂ ਹੋਈ ਸੀਗੀ ਉਸ ਦੇ। ਇੰਡੀਅਨ ਨੇਵੀ ਦਾ ਜਿਹੜਾ ਇੱਕ ਨਾ ਇੰਡੀਅਨ ਨੇਵੀ ਰਿਵੋਲਟ ਹੋਇਆ ਸੀ 1946 'ਚ, ਜਦੋਂ ਬੰਬੇ ਤੇ ਕਰਾਚੀ ਦੇ ਵਿੱਚ ਰਾਇਲ ਇੰਡੀਅਨ ਨੇਵੀ ਵਿੱਚ ਭਾਰਤੀ ਮਲਾਹ ਸਰਕਾਰ ਦੇ ਵਿਰੁੱਧ ਉੱਠ ਖੜੇ ਹੋਏ ਸੀ, ਠੀਕ ਆ। ਦੱਸਣਾ ਤੁਸੀਂ ਜੀ ਇਹਨਾਂ 'ਚੋਂ ਕਿ ਕਿਹੜੀ ਆਪਸ਼ਨ ਆਪਣੀ ਕਰੈਕਟ ਆ। ਸੋ ਬੀ ਬਿਲਕੁਲ ਸਹੀ ਆ। ਮਾਊਂਟਬੈਟਨ ਦਾ ਆਪਣੀ ਗਲਤ ਹੋ ਗਈ ਕਿਉਂਕਿ ਇਹਦੇ ਵਿੱਚ ਪਤਾ ਕੀ ਮਾਊਂਟਬੈਟਨ ਦਾ ਆਪਾਂ ਪਹਿਲਾਂ ਹੀ ਪੜ੍ਹਿਆ ਸੀਗਾ ਕਿ ਮਾਊਂਟਬੈਟਨ ਦਾ ਬਾਅਦ 'ਚ ਆਏ ਸੀਗੇ ਜਦੋਂ 1947 ਈਸਵੀ ਦੇ ਵਿੱਚ, ਜਦੋਂ ਭਾਰਤ ਦੀ ਵੰਡ ਹੋਣ ਵਾਲੀ ਸੀ। ਨੈਕਸਟ ਆ ਗਿਆ ਜੀ ਸਾਡੇ ਕੋਲੇ, ਆਹ ਬਹੁਤ ਇੰਪੋਰਟੈਂਟ ਕੁਐਸਚਨ ਆ, ਇਹ ਤੁਸੀਂ ਚੰਗੀ ਤਰ੍ਹਾਂ ਕਰਨਾ ਵਾ। ਸੋ ਥੋੜ੍ਹਾ ਜਿਹਾ ਤੁਹਾਨੂੰ ਔਖਾ ਹੋਏਗਾ ਪੜ੍ਹਨ ਲਈ ਕਿਉਂਕਿ ਇਹਦੇ ਅੱਖਰ ਕਿਉਂਕਿ ਵੱਡਾ ਕੁਐਸਚਨ ਸੀ, ਸੋ ਛੋਟੇ ਕਰਦੇ ਸੀ ਅੱਖਰ। ਤੋ ਇਹਨਾਂ ਦੇ ਜੋ ਸਟੇਟਮੈਂਟ ਦੱਸੋ। ਕਹਿੰਦਾ ਜੀ ਦਾਦਾ ਸਾਹਿਬ ਫਾਲਕੇ ਅਵਾਰਡ ਆ ਜਿਹੜਾ ਸਿਨੇਮਾ ਦੇ ਖੇਤਰ ਵਿੱਚ ਭਾਰਤ ਦਾ ਸਭ ਤੋਂ ਉੱਚਾ ਪੁਰਸਕਾਰ ਆ ਸਿਨੇਮਾ 'ਚ। ਤਿਉਹਾਰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੁਆਰਾ ਸਥਾਪਿਤ ਇੱਕ ਸੰਸਥਾ ਵਾ ਜਿਹੜੀ ਕਿ ਫਿਲਮ ਡਾਇਰੈਕਟਰ ਦੁਆਰਾ ਰਾਸ਼ਟਰੀ ਫਿਲਮ ਅਵਾਰਡ ਸਮਾਰੋਹ ਵਿੱਚ ਹਰ ਸਾਲ ਪੇਸ਼ ਕੀਤਾ ਜਾਂਦਾ। ਕਹਿੰਦਾ ਭਾਰਤੀ ਸਿਨੇਮਾ ਦੁਆਰਾ ਦਾਦਾ ਸਾਹਿਬ ਦੀ ਯਾਦ ਦੇ ਵਿੱਚ ਇਹ ਪੁਰਸਕਾਰ ਪੇਸ਼ ਕੀਤਾ ਗਿਆ ਸੀ। ਭਾਰਤੀ ਸਿਨੇਮਾ ਵਿੱਚ ਫਾਲਕੇ ਦਾ ਯੋਗਦਾਨ, ਜਿਸ ਨੂੰ ਭਾਰਤੀ ਸਿਨੇਮਾ ਦਾ ਫਾਦਰ ਵੀ ਕਿਹਾ ਜਾਂਦਾ ਸੀ। ਇਹਨਾਂ 'ਚੋਂ ਸਹੀ ਦੱਸਣੀ ਆ ਤੁਸੀਂ। ਦਾਦਾ ਸਾਹਿਬ ਫਾਲਕੇ ਆ ਜਿਹੜੇ ਆਪਣੇ, ਉਹ ਇੰਡੀਆ ਦੀ ਪਹਿਲੀ ਫੁੱਲ ਲੈਂਥ ਫਿਲਮ ਬਣਾਈ ਸੀ ਇਹਨਾਂ ਨੇ, ਆਲਮੈਰਾ, ਜਿਹੜੀ 1931 ਦੇ ਵਿੱਚ ਹੋਈ ਸੀ। ਸੋ ਲੈਜੈਂਡਰੀ ਐਕਟਰ ਜਿਹੜੇ ਰਜਨੀਕਾਂਤ ਨੇ ਉਹਨਾਂ ਨੂੰ 51ਵਾਂ ਜਿਹੜਾ ਆਪਣਾ ਦਾਦਾ ਸਾਹਿਬ ਫਾਲਕੇ ਅਵਾਰਡ ਹੋਇਆ ਸੀ, ਉਹ ਕੰਟਰੀਬਿਊਸ਼ਨ ਇੰਡੀਅਨ ਸਿਨੇਮੇ ਲਈ ਕਿਹਨੂੰ ਦਿੱਤਾ ਸੀਗਾ? ਉਹਨੂੰ ਰਜਨੀਕਾਂਤ ਨੂੰ ਮਿਲਿਆ ਵਾ 51ਵਾਂ। ਸੋ ਇਹਨਾਂ ਦੇ ਵਿੱਚੋਂ ਫੋਲੋਇੰਗ ਸਟੇਟਮੈਂਟ ਤੁਸੀਂ ਸਹੀ ਦੱਸਣੀ ਆ ਕਿ ਸਹੀ ਕਿਹੜੀ ਆ, ਦੱਸੋ ਜੀ ਸਹੀ, ਠੀਕ ਹੈ ਜੀ।
ਸੋ ਇਹਦਾ ਆ ਬਿਲਕੁਲ ਸਹੀ ਹੋ ਜਾਏਗਾ। ਠੀਕ ਆ ਜੀ। ਇਹਦੇ ਲਈ ਕੀ ਦਿੱਤਾ ਜਾਂਦਾ, ਨੈਸ਼ਨਲ ਫਿਲਮ ਅਵਾਰਡ ਦਾ ਸਭ ਤੋਂ ਉੱਚਾ ਪੁਰਸਕਾਰ ਆ। ਸੋ ਜਿਹੜਾ ਇਹ ਦਾਦਾ ਸਾਹਿਬ ਦੀ ਆਵਾਜ਼ ਦੇ ਅਵਾਰਡ ਵਿੱਚ ਦਿੱਤਾ ਜਾਂਦਾ ਵਾ, ਕਿਉਂਕਿ ਦਾਦਾ ਸਾਹਿਬ ਫਾਲਕੇ ਜਿਹੜੇ ਸੀ ਨਾ, ਇਹਨਾਂ ਨੇ 1913 ਈਸਵੀ ਦੇ ਵਿੱਚ ਇੱਕ ਫਿਲਮ ਬਣਾਈ ਸੀਗੀ ਆਪਣੀ ਰਾਜਾ ਹਰੀਸ਼ ਚੰਦਰ। ਠੀਕ ਆ ਜੀ। ਸੋ ਇਹ ਆਪਣੀ ਰਾਜਾ ਹਰੀਸ਼ ਚੰਦਰ ਜਿਹੜੀ ਫਿਲਮ ਸੀ ਨਾ, ਇਹ ਪਹਿਲੀ ਫਿਲਮ ਸੀਗੀ ਜਿਹੜੀ ਕਿ ਸਾਇਲੈਂਟ ਫੀਚਰ ਫਿਲਮ ਸੀਗੀ। ਠੀਕ ਆ। ਸੋ ਉਹਦੇ ਲਈ ਉਹਨਾਂ ਨੂੰ ਦਿੱਤਾ ਜਾਂਦਾ ਵਾ। ਠੀਕ ਆ। ਕੰਟਰੀਬਿਊਸ਼ਨ ਆਫ ਦੀ ਇੰਡੀਆ। ਕਹਿੰਦਾ ਦਾਦਾ ਸਾਹਿਬ ਫਾਲਵੇ ਨੇ ਜਿਹੜੀ ਫਸਟ ਫੁੱਲ ਲੈਂਥ ਫਿਲਮ ਸੀਗੀ ਜਿਹੜੀ ਕਿ ਆਲਮ ਆਰਾ 1931 ਇਹਦੇ ਲਈ ਬਣਾਈ ਸੀ। ਨਹੀਂ ਜੀ, ਆਲਮ ਆਰਾ ਜਿਹੜੀ ਸੀ ਨਾ, ਆਲਮ ਆਰਾ ਦੇ ਇਹ ਡਾਇਰੈਕਟਰ ਨਹੀਂ ਸੀਗੇ। ਡਾਇਰੈਕਟਰ ਜਿਹੜੇ ਸੀਗੇ ਰਾਜਾ ਹਰੀਸ਼ ਚੰਦਰ ਫਿਲਮ ਦੇ ਸੀ। ਸੋ ਇਹ ਆਪਣਾ ਗਲਤ ਹੋ ਜਾਏਗਾ। ਪਹਿਲਾ ਸਹੀ ਆ, ਦੂਜਾ ਸਹੀ ਆ, ਤੀਜਾ ਆਪਣਾ ਗਲਤ ਹੋਇਆ। ਜਿਹੜੀ ਆਲਮ ਆਰਾ ਸੀਗੀ ਨਾ, ਇਹ ਫਿਲਮ ਹੈਗੀ ਆ ਜੀ ਆਪਣੀ ਜਿਹੜੀ ਬੋਲਦੀ ਹੋਈ ਫਿਲਮ, ਮਤਲਬ ਜਿਹੜੀ ਉਹਦੇ ਵਿੱਚ ਸਾਊਂਡ ਨਹੀਂ ਸੀ। ਰਾਜਾ ਹਰੀਸ਼ ਚੰਦਰ ਸਾਇਲੈਂਟ ਸੀ। ਠੀਕ ਆ। ਫੀਚਰ ਫਿਲਮ ਸੀ। ਬਟ ਜਿਹੜੀ ਇਹ ਵਾਲੀ ਜਿਹੜੀ ਫੁੱਲ ਲੈਂਥ ਦੀ ਫੀਚਰ ਫਿਲਮ ਸੀ ਜਿਹਦੇ ਵਿੱਚ ਕਿ ਆਵਾਜ਼ ਵੀ ਹੈਗੀ ਸੀ। ਠੀਕ ਆ। ਆਲਮ ਆਰਾ। ਸੋ ਰਜਨੀਕਾਂਤ ਨੂੰ 51ਵਾਂ ਉਹ ਪੁਰਸਕਾਰ ਮਿਲਿਆ। ਪਹਿਲਾ ਪੁਰਸਕਾਰ ਕਿਹਨੂੰ ਮਿਲਿਆ ਸੀ? 1969 ਦੇ ਵਿੱਚ ਇਹ ਸ਼ੁਰੂ ਹੋਇਆ ਸੀ। ਠੀਕ ਹੈ ਜੀ। ਦਾਦਾ ਸਾਹਿਬ ਫਾਲਕੇ ਦੀ ਅਵਾਰਡ 'ਚ ਪਹਿਲਾ ਪੁਰਸਕਾਰ ਜਿਹੜਾ ਮਿਲਿਆ ਸੀ ਉਹ ਮਿਲਿਆ ਸੀ ਦੇਵਿਕਾ ਰਾਣੀ ਨੂੰ। ਠੀਕ ਹੈ ਜੀ। ਸੋ ਜਦੋਂ ਆਪਾਂ ਸਟੈਟਿਕ ਜੀਕੇ ਕਰਾਂਗੇ, ਇਹ ਪੋਰਸ਼ਨ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ। ਜਿਹੜੇ ਇੰਪੋਰਟੈਂਟ ਬਣਦੇ ਨੇ ਇਹਦੇ ਵਿੱਚੋਂ ਦੇਖ ਲਓ ਕਿੰਨਾ ਡੈਪਥ ਦੇ ਵਿੱਚ ਕੁਐਸਚਨ ਪੁੱਛਿਆ ਹੋਇਆ। 2022 PPSC ਨੇ ਹੀ ਪੁੱਛਿਆ ਵਾ ਇਹ ਕੁਐਸਚਨ। ਸਟੇਟਮੈਂਟ ਕਰੈਕਟ ਦੇ ਵਿੱਚ ਲਾਇਆ ਸੀ ਆਪਾਂ। ਸੋ ਇਹਦੇ ਵਿੱਚ ਆਪਣੀ ਆ ਗਈ ਜੀ ਕਰੈਕਟ ਪੁੱਛਿਆ ਨਾ ਉਹਨਾਂ ਨੇ। ਸੋ C ਸਹੀ ਹੋ ਗਿਆ। ਠੀਕ ਆ। ਪਹਿਲਾ ਵੀ ਸਹੀ ਸੀ, ਦੂਜਾ ਵੀ ਸਹੀ ਸੀ, ਤੀਜਾ ਗਲਤ ਸੀ ਜਿਹੜਾ ਮੈਂ ਤੁਹਾਨੂੰ ਕਹਿਤਾ ਸੀਗਾ। ਠੀਕ ਆ। ਸੋ ਆਹ ਆਲਮਾਰਾ ਵਾਲਾ ਗਲਤ ਸੀ। ਸੋ C ਆਪਸ਼ਨ ਇਹਦੀ ਬਿਲਕੁਲ ਸਹੀ ਬਣ ਗਿਆ। ਸੋ ਆ ਮੈਂ ਥੋੜ੍ਹਾ ਜਿਹਾ ਮੇਰੇ ਹਿਸਾਬ ਹਾਂਜੀ ਐਡ ਕੀਤਾ ਹੋਇਆ ਵਾ। ਸੋ ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ। ਸੋ ਐਡੀਸ਼ਨਲ ਇਨਫੋਰਮੇਸ਼ਨ ਦੇਤੀ ਕਿ ਇਹਨਾਂ ਦੇ ਵਿੱਚੋਂ ਕੀ ਪਤਾ ਘੁਮਾ ਕੇ ਪੁੱਛ ਲੈਣਾ ਉਹ। ਕਹਿੰਦਾ ਇਹਨਾਂ ਦੇ ਵਿੱਚੋਂ ਬਿਟਵੀਨ ਕਿਹੜੀ ਕਿ ਬੈਟਲ ਆਫ ਬਕਸਰ ਕਿਹਦੇ ਵਿੱਚ ਹੋਈ ਸੀ? 1764 ਦੇ ਵਿੱਚ ਹੋਈ ਸੀ। ਪਹਿਲੀ ਗੱਲ ਤਾਂ ਤੁਹਾਨੂੰ ਮੈਂ ਕਲੀਅਰ ਕਰਦਾ, ਅੰਗਰੇਜ਼ਾਂ ਤੇ ਮੀਰ ਕਾਸਮ ਦੇ ਵਿਚਕਾਰ ਹੋਈ ਸੀ। ਤੇ ਮੀਰ ਕਾਸਮ ਦੇ ਹੋਰ ਵੀ ਦੋ ਦੋਸਤ ਸੀਗਾ ਨਵਾਬ। ਹੋ ਹੀ ਗਿਆ ਯਾਰ, ਤੁਹਾਡਾ ਕਲੀਅਰ ਹੋ ਗਿਆ ਤੁਹਾਡਾ ਇਹ। ਠੀਕ ਹੈ। A ਆਪਸ਼ਨ ਇਹਦੀ ਬਿਲਕੁਲ ਸਹੀ ਬਣ ਜਾਏਗੀ ਕਿਉਂਕਿ ਇੱਕ ਨਵਾਬ ਆਫ ਅਵਧ ਸੀਗੇ। ਠੀਕ ਹੈ। 1764 ਦੇ ਵਿੱਚ ਤੇ ਇੱਕ ਮੁਗਲ ਦੇ ਸੀਗੇ, ਮੁਗਲ ਵੀ ਨਾਲ ਰਲ ਗਏ ਸੀ ਇਹਨਾਂ ਦੇ। ਇਹ ਤਿੰਨ ਜਦੋਂ ਮਿਲੇ ਸੀ ਫਿਰ 1764 ਦੇ ਵਿੱਚ ਇੰਗਲਿਸ਼ ਦੇ ਵਿੱਚ ਆਪਣਾ ਅੰਗਰੇਜ਼ਾਂ ਦੇ ਨਾਲ ਲੜਾਈ ਹੋਈ ਸੀ। ਇਹ ਆਪਣਾ ਸਹੀ ਹੋ ਗਿਆ। ਆ ਦੇਖੋ ਜੁਆਇੰਟ ਆਰਮੀ ਸੀਗੀ ਜਿਹੜੀ ਨਵਾਬ ਆਫ ਅਵਧ ਸੀਗੇ ਇਹਦੇ ਵਿੱਚ, ਤੇ ਬੰਗਾਲ ਦਾ ਨਵਾਬ ਸੀਗਾ, ਤੇ ਆਪਣਾ ਮੁਗਲ ਅੰਪਾਇਰ ਸੀਗਾ। ਠੀਕ ਆ। ਸੋ ਸਹੀ ਹੋ ਜਾਏਗਾ ਕਿਉਂਕਿ ਮੀਰ ਕਾਸਮ ਸੀਗੇ ਨਾ, ਆਪਣਾ ਮੀਰ ਕਾਸਮ ਉਸ ਟਾਈਮ ਦੇ ਉੱਤੇ ਬੰਗਾਲ ਦਾ ਨਵਾਬ ਸੀਗਾ। ਸੋ ਮੀਰ ਕਾਸਮ ਤਾਂ ਆ ਗਿਆ ਆਪਣਾ। ਕਹਿੰਦਾ ਇਹਨਾਂ ਦੇ ਵਿੱਚੋਂ ਕਿਹੜਾ ਵਾ ਜਿਹੜਾ ਕਿ ਇਨਕਰੈਕਟਲੀ ਮੈਚ ਆ? ਇਨਕਰੈਕਟਲੀ ਦੱਸਣਾ ਵੀ ਗਲਤ ਕਿਹੜਾ ਵਾ। ਕਾਨਪੁਰ ਤੋਂ ਇਹਨੇ ਲੀਡ ਕੀਤਾ ਸੀ 1857 ਦੇ ਵਿਦਰੋਹ ਦਾ। ਕੀਤੀ ਹੋਈ ਆ ਕਲਾਸ ਆਪਣੀ, ਤੁਸੀਂ ਕਲਾਸ ਦੇਖ ਲਿਓ ਜਾ ਕੇ। ਇਹ ਕਾਨਪੁਰ ਬੇਗਮ ਹਜ਼ਰਤ ਮਹਿਲ ਸੀ, ਦਿੱਲੀ ਤੋਂ ਬਖਤ ਖਾਨ ਸੀਗੇ, ਫੈਜ਼ਿਆਬਾਦ ਤੋਂ ਕੁੰਵਰ ਸਿੰਘ ਸੀਗੇ, ਜਾਂ ਆਪਣਾ ਬਰੇਲੀ ਤੋਂ ਖਾਨ ਬਹਾਦਰ ਸੀ? ਦੱਸੋ ਜੀ। ਇਨਕਰੈਕਟਲੀ ਪੁੱਛਿਆ ਉਹਨਾਂ ਨੇ। ਇਨਕਰੈਕਟਲੀ ਮਤਲਬ ਕਿ ਗਲਤ। ਸੋ ਇਹਦੇ ਵਿੱਚ ਪਹਿਲਾ ਹੀ ਗਲਤ ਹੋ ਗਿਆ ਜੀ। ਕਾਨਪੁਰ ਤੋਂ ਸੀਗੇ ਆਪਣੇ ਨਾਨਾ ਸਾਹਿਬ। ਠੀਕ ਆ। ਦਿੱਲੀ ਤੋਂ ਬਖਤ ਖਾਨ ਹੀ ਸੀਗੇ। ਠੀਕ ਆ ਜੀ। ਸੋ ਬਹਾਦਰ ਸ਼ਾਹ ਵੀ ਸੀਗੇ, ਵੈਸੇ ਬਹਾਦਰ ਸ਼ਾਹ ਵੀ ਸੀਗੇ, ਬਟ ਇਹ ਬਖਤ ਖਾਨ ਉਸ ਟਾਈਮ ਜਰਨਲ ਸੀਗਾ ਉਹਦਾ। ਸੋ ਸਾਰੀ ਕਮਾਨ ਇਹਦੇ ਹੱਥ ਦੇ ਵਿੱਚ ਹੀ ਸੀਗੀ। ਫੈਜ਼ਿਆਬਾਦ ਤੋਂ ਕੁੰਵਰ ਸਿੰਘ ਸੀਗੇ ਜਾਂ ਬਰੇਲੀ ਤੋਂ ਖਾਨ। ਸੋ ਇਹ ਥੋੜ੍ਹਾ ਜਿਹਾ ਨਾ ਡਿਸਪਿਊਟ ਕੁਐਸਚਨ ਆ ਕਿਉਂਕਿ ਮੈਨੂੰ ਇਹਦੇ ਵਿੱਚ ਥੋੜ੍ਹਾ ਜਿਹਾ ਡਾਊਟ ਲੱਗਿਆ ਵਾ। ਸੋ ਕਿਉਂਕਿ ਨਾ ਬਰੇਲੀ ਤੋਂ ਚਲੋ ਇਹ ਸਹੀ ਆ, ਬਟ ਇਹ ਫੈਜ਼ਿਆਬਾਦ ਵਾਲਾ ਮੈਨੂੰ ਗਲਤ ਲੱਗ ਰਿਹਾ ਕਿਉਂਕਿ ਜਿਹੜਾ ਕੁੰਵਰ ਸਿੰਘ ਸੀਗੇ ਨਾ, ਸੋ ਜਿਹੜੇ ਆ ਨਾਨਾ ਸਾਹਿਬ ਦਾ ਆਪਣੇ ਕਾਨਪੁਰ ਤੋਂ, ਜਿਹੜੇ ਕੁੰਵਰ ਸਿੰਘ ਸੀਗੇ ਆਪਣੇ ਬਿਹਾਰ ਤੋਂ ਕੁੰਵਰ ਸਿੰਘ ਨੇ ਲੀਡ ਕੀਤਾ ਸੀ। ਸੋ ਇਹ ਥੋੜ੍ਹਾ ਜਿਹਾ ਮੈਨੂੰ ਡਿਸਪਿਊਟ ਲੱਗਦਾ, ਹੋ ਸਕਦਾ ਚੇਂਜ ਹੋਇਆ ਹੋਵੇ। ਸੋ ਜਿਹੜੀ ਮੈਨੂੰ ਆਨਸਰ ਕੀ ਮਿਲੀ ਸੀ ਉਹਦੇ ਵਿੱਚ ਤਾਂ ਉਹ ਕਿਉਂਕਿ ਇਹਨਾਂ ਨੇ ਇੱਕ ਹੀ ਆਪਸ਼ਨ ਦਿੱਤੀ ਹੋਈ ਆ। ਸੋ ਇਹਦੇ ਵਿੱਚ ਮੈਂ ਐਡ ਵੀ ਤੁਹਾਨੂੰ ਕਰ ਦਿੱਤਾ। ਸੋ ਇਹਨੂੰ ਤੁਸੀਂ ਨਾ ਚੰਗੀ ਤਰ੍ਹਾਂ ਕਰ ਲੈਣਾ ਕਿਉਂਕਿ ਮੈਨੂੰ ਥੋੜ੍ਹਾ ਜਿਹਾ ਉਹ ਲੱਗਾ ਪਹਿਲਾਂ ਤਾਂ ਪੱਕਾ ਹੀ ਗਲਤ ਆ। ਸੋ ਤੀਸਰੇ ਦੇ ਵਿੱਚ ਮੈਨੂੰ ਥੋੜ੍ਹਾ ਡਾਊਟ ਆ, ਤੁਸੀਂ ਕਰ ਲੈਣਾ ਕਿਉਂਕਿ ਜਰਨਲ ਬਖਤ ਖਾਨ ਸੀ ਜਿਹੜੇ ਸੀਗੇ ਬਹੁਤ ਇੰਪੋਰਟੈਂਟ ਨੇ ਇਹ। ਠੀਕ ਆ। ਨਾਨਾ ਸਾਹਿਬ ਨੇ ਲੀਡ ਕੀਤਾ ਸੀ 1857 ਚ ਕਾਨਪੁਰ ਚੋਂ। ਬਖਤ ਖਾਨ ਨੇ ਦਿੱਲੀ ਚੋਂ ਲੀਡ ਕੀਤਾ ਸੀ, ਨਾਨਾ ਸਾਹਿਬ ਨੇ ਕਾਨਪੁਰ ਤੋਂ ਕੀਤਾ ਸੀ, ਬੇਗਮ ਹਜ਼ਰਤ ਮਹਿਲ ਨੇ ਲਖਨਊ ਤੋਂ ਕੀਤਾ ਸੀ। ਠੀਕ ਹੈ। ਜਿਹੜੀ ਉੱਪਰ ਆਪਸ਼ਨ ਦਿੱਤੀ ਹੋਈ ਸੀ ਇਹਨਾਂ ਨੇ। ਖਾਨ ਬਹਾਦਰ ਨੇ ਬਰੇਲੀ ਤੋਂ, ਤੇ ਕੁੰਵਰ ਸਿੰਘ ਆ ਦੇਖੋ ਜੀ, ਕੁੰਵਰ ਸਿੰਘ ਨੇ ਬਿਹਾਰ ਤੋਂ ਕੀਤਾ ਹੋਇਆ। ਜਿਹੜਾ ਮੌਲਵੀ ਅਹਿਮਦੁੱਲਾ ਸੀਗੇ ਨਾ, ਉਹਨਾਂ ਨੇ ਫੈਜ਼ਿਆਬਾਦ ਤੋਂ ਕੀਤਾ ਸੀ। ਸੋ ਉੱਪਰ ਗਲਤ ਦਿੱਤਾ ਹੋਇਆ। ਸੋ ਤੁਸੀਂ ਇਹਦੇ ਅਨੁਸਾਰ ਚੱਲਿਓ। ਠੀਕ ਆ। ਸੋ ਆ ਆਪਣੀ ਸਹੀ ਕੀਤੀ ਹੋਈ ਆ। ਰਾਣੀ ਲక్ష్ਮੀ ਬਾਈ ਨੇ ਉਹ ਝਾਂਸੀ ਤੋਂ ਲੀਡ ਕੀਤਾ। ਇਹ ਸਾਰਿਆਂ ਨੂੰ ਤੁਸੀਂ ਰੱਟਾ ਲਾ ਲਓ ਤੁਸੀਂ ਇੱਕ ਤਰ੍ਹਾਂ ਨਾਲ। ਠੀਕ ਆ। ਕਹਿੰਦਾ ਇਹਨਾਂ ਦੇ ਵਿੱਚ ਦੱਸੋ ਜੀ ਕਿਹੜੀ ਜੀ ਮਹਿਲਵਾੜੀ ਸਿਸਟਮ। ਇਹਦੀ ਆਪਣੀ ਇੱਕ ਕਲਾਸ ਰਹਿੰਦੀ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅੰਗਰੇਜ਼ਾਂ ਨੇ ਜਿਹੜੀਆਂ ਇੱਦਾਂ ਦੀਆਂ ਕੁਝ ਇੰਟਰੋਡਿਊਸ ਕੀਤੀਆਂ ਸੀਗੀਆਂ। ਠੀਕ ਆ। ਜਿਹੜੇ ਸਿਸਟਮ ਉਹਦੀ ਮੈਂ ਇੱਕ ਕਲਾਸ ਪੂਰੀ ਕਰ ਲਾਂਗਾ। ਠੀਕ ਆ। ਸੋ ਬਾਕੀ ਜਿੰਨਾ ਵੀ ਮਾਡਰਨ ਹਿਸਟਰੀ ਆਪਣੀ ਕਵਰ ਕੀਤੀ ਹੋਈ ਆ। ਠੀਕ ਆ। ਸਾਰੀ 15 ਕਲਾਸਾਂ ਕੀਤੀਆਂ ਹੋਈਆਂ ਨਾ, ਤੁਸੀਂ ਸਾਰੀਆਂ ਉਹ ਕਰ ਲੈਣੀਆਂ। ਉਹਦੇ ਵਿੱਚ ਮਾਡਰਨ ਹਿਸਟਰੀ ਦੇ ਸਾਰੇ ਕੁਐਸਚਨ PPSC ਦੇ ਬਣ ਰਹੇ ਨੇ ਉਹਦੇ ਵਿੱਚੋਂ ਹੀ। ਕਹਿੰਦਾ ਮਹਿਲਵਾੜੀ ਸਿਸਟਮ ਦਾ ਕੀ ਮਤਲਬ ਆ? ਕਹਿੰਦਾ ਇਹ ਮਹਿਲ ਸ਼ਬਦ ਤੋਂ ਆਇਆ ਵਾ। ਇਹਦਾ ਮਤਲਬ ਦੋਹਰੀ ਸਰਕਾਰ ਸੀਗੀ। ਕਹਿੰਦਾ ਇਹ ਸਿਸਟਮ ਜਿਹੜਾ ਡਰਾਈਵ ਹੋਇਆ ਇਹਦਾ ਮਤਲਬ ਸੀਗਾ ਲਿਆ ਇਹ ਮਹਿਲ ਸ਼ਬਦ ਤੋਂ ਹੀ ਆ।
ਪਰ ਇਹਦਾ ਅਰਥ ਕੀ ਹੈ, ਜਿਹੜੀ ਜਾਇਦਾਦ ਹੁੰਦੀ ਆ ਪਿੰਡਾਂ ਦੇ ਵਿੱਚ, ਕਹਿੰਦੇ ਕਿ ਇੱਕ ਰੈਵਨਿਊ ਸੈਟਲਮੈਂਟ ਸੀਗੀ ਜਿਹੜੀ ਜ਼ਮੀਂਦਾਰੀ ਆਫ ਦਾ ਵਿਲੇਜ ਆਫ ਦਾ ਸਮਝੌਤੇ ਤੋਂ। ਸੋ ਇਹਦਾ ਆਪਣਾ ਸੀ ਬਿਲਕੁਲ ਸਹੀ ਚਲਿਆ ਜਾਏਗਾ, ਕਿਉਂਕਿ ਇਹ ਇੱਕ ਸਿਸਟਮ ਡਰਾਈਵ ਹੋਇਆ ਸੀ ਵਰਡ ਤੋਂ, ਹੋਇਆ ਸੀ ਜਿਹੜਾ ਕਿ ਵਰਡ ਮਹਿਲ ਤੋਂ ਹੋਇਆ ਸੀ, ਜਿਹੜਾ ਕਿ ਜਿਹਦਾ ਮਤਲਬ ਹੁੰਦਾ ਮੀਨਸ ਸਟੇਟ ਔਰ ਵਿਲੇਜ। ਸੋ ਸੀ ਆਪਣਾ ਬਿਲਕੁਲ ਸਹੀ ਚਲਾ ਜਾਏਗਾ। ਮਹਿਲਵਾੜੀ ਸਿਸਟਮ ਮੈਂ ਥੋੜਾ ਡਿਟੇਲ 'ਚ ਦਿੱਤਾ ਕਿਉਂਕਿ ਮੇਰੀ ਅਜੇ ਤੱਕ ਇਹ ਕਲਾਸ ਪੈਂਡਿੰਗ ਪਈ ਆ। ਮਹਿਲਵਾੜੀ ਸਿਸਟਮ ਨੂੰ ਇੰਟਰੋਡਿਊਸ ਕੀਤਾ ਸੀ ਹੌਟ ਮੈਕਨੈਜ਼ੀ ਨੇ, ਸੋ 1822 'ਚ। ਬਟ ਇਹਨੂੰ ਜਿਹੜਾ ਰਿਵਿਊ ਲੈ ਕੇ ਆਏ ਸੀ ਉਹ ਲਾਰਡ ਵਿਲੀਅਮ ਲੈ ਕੇ ਆਏ ਸੀਗੇ, ਵੈਂਟਿਕ ਲੈ ਕੇ ਆਏ ਸੀ। ਸੋ ਇਹ ਸਿਸਟਮ ਇੰਟਰੋਡਿਊਸ ਕੀਤਾ ਨਾਰਥ ਵੈਸਟ ਫਰੰਟੀਅਰ, ਆਗਰਾ ਸੈਂਟਰ ਪ੍ਰੋਵੀਜ਼ਨ, ਗੰਗੋਤਿਕ ਵੈਲੀ, ਪੰਜਾਬ। ਤੇ ਇਹਦਾ ਜਿਹੜਾ ਐਲੀਮੀਨੇਟ ਕੀਤਾ ਸੀ ਇਹਨੇ ਉਸ ਟਾਈਮ ਦੇ ਜ਼ਮੀਂਦਾਰੀ ਤੇ ਰਾਇਤਵਾਰੀ ਸਿਸਟਮ। ਸੋ ਇਹ ਵੀ ਆਪਣੀ ਪੈਂਡਿੰਗ ਪਈ ਆ, ਇਹਦੀ ਇੱਕ ਕਲਾਸ ਮੈਂ ਲੈ ਆਉਂਗਾ, ਕੋਈ ਗੱਲ ਨਹੀਂ। ਸੋ ਤੁਸੀਂ ਇਹ ਕਰ ਲੈਣਾ। ਮੈਂ ਥਿਊਰੀ ਦੀ ਕਲਾਸ ਆਪਾਂ ਪੂਰੀ ਡਿਟੇਲ 'ਚ ਕਰ ਲਾਂਗੇ। ਮੈਨੂੰ ਯਾਦ ਆ ਇਹ ਕਿ ਮੈਂ ਛੱਡ ਦਿੱਤਾ ਸੀ ਉਸ ਟਾਈਮ ਦੇ ਉੱਤੇ। ਇੱਕ ਮੁਗਲ ਕਾਲ ਦੀ ਕਲਾਸ ਰਹਿੰਦੀ ਆਪਣੀ, ਬਾਕੀ ਆਪਣੀ ਸਾਰੀ ਹਿਸਟਰੀ, ਕਿਉਂਕਿ ਮੁਗਲ ਕਾਲ ਆਪਣੀ ਉਹਦੇ ਵਿੱਚ ਆ ਜਾਂਦਾ ਮੈਡੀਵਲ ਹਿਸਟਰੀ 'ਚ। ਸੋ ਮੈਡੀਵਲ ਹਿਸਟਰੀ ਤਾਂ ਜੇ ਆਪਣੀ ਰਹਿੰਦੀ ਆ, ਕਿਉਂਕਿ ਥੋੜ੍ਹੇ ਜਿਹੇ ਇੰਪੋਰਟੈਂਟ ਚੈਪਟਰ ਆਪਾਂ ਕਰ ਲਾਂਗੇ, ਕਿਉਂਕਿ ਇਹਦੇ ਵਿੱਚੋਂ ਕੁਐਸਚਨ ਪੁੱਛ ਲੈਂਦੇ ਨੇ। ਕਹਿੰਦਾ ਇਹਨਾਂ ਦੇ ਵਿੱਚੋਂ ਦੱਸੋ ਕਿਹੜੀ ਆ ਜਿਹੜੀ ਕਿ ਆਊਦਰ ਨੇ ਬੁੱਕ ਦੇ ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ ਨਾਲ। ਪਤਾ ਨਹੀਂ ਹਰੇਕ ਪੇਪਰ ਦੇ ਵਿੱਚ ਇਹ ਕੁਐਸਚਨ ਰਿਪੀਟ ਹੁੰਦਾ ਵਾ। ਸੋ ਇਹ ਤੁਹਾਨੂੰ ਰਟਿਆ ਹੋਣਾ ਚਾਹੀਦਾ, ਦਾਦਾ ਬਾਈ ਨੌਰੋਜੀ। ਆਹ ਨਾਮ ਆ ਗਿਆ ਨਾ, ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ। ਸੋ ਚੁੱਪ ਕਰਕੇ ਇਹਨੂੰ ਟਿਕ ਲਾ ਦਿਓ, ਆਪਣੇ ਦਾਦਾ ਬਾਈ ਨੌਰੋਜੀ ਨੇ, ਕਦੇ ਗਲਤ ਨਹੀਂ ਜਾਊਗਾ। ਕਹਿੰਦਾ ਵਿਦ ਦੀ ਰੈਫਰੈਂਸ ਆਫ ਦਾ ਰਾਜਾ ਰਾਮ ਮੋਹਨ ਰਾਏ ਬਾਰੇ ਪੁੱਛ ਲਿਆ ਕਿ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਉਹ ਵਾ ਆਪਣੀ। ਸੋ ਇਹ ਸਟੇਟਮੈਂਟ ਬੇਸਡ ਆ ਗਿਆ, ਠੀਕ ਹੈ ਜੀ। ਸੋ ਉਹ ਬਿਲੀਵ ਕਰਦੇ ਸੀਗੇ ਜਿਹੜੇ ਇੰਗਲਿਸ਼ ਐਜੂਕੇਸ਼ਨ ਵੁੱਡ ਹੈਲਪ ਓਪਨ ਦਾ ਗੇਟਸ ਆਫ ਦਾ ਲਿਬਰਲ ਥਰੂ ਦਾ ਇੰਗਲਿਸ਼ ਇਨ ਇੰਡੀਆ। ਮਤਲਬ ਹੀ ਸਪੋਂਸਰ ਦਾ ਓਪਨਿੰਗ ਆਫ ਦਾ ਹਿੰਦੂ ਕਾਲਜ ਐਂਡ ਫੌਟ ਫॉर ਦਾ ਫਰੀडम ਆਫ ਪ੍ਰੈਸ। He was the first man to inaction of the right of man. He cannot be called as the prophet of the humanity. ਦੱਸੋ ਜੀ। ਸੋ ਰਾਜਾ ਰਾਮ ਮੋਹਨ ਰਾਏ ਦਾ ਤੁਹਾਡਾ ਇਹਦਾ ਆਪਣਾ ਹੋ ਜਾਏਗਾ ਬੀ ਆਪਸ਼ਨ ਸਹੀ ਚਲੇ ਜਾ, ਵੀ ਆ ਵੀ ਸਹੀ ਆ, ਆ ਵੀ ਸਹੀ ਆ, ਆ ਵੀ ਸਹੀ ਆ, ਆਪਣਾ ਗਲਤ ਆ, ਠੀਕ ਹੈ। ਇਹਨਾਂ ਨੂੰ ਕਹਿੰਦੇ ਸੀ ਪ੍ਰੋਫਿਟ ਆਫ ਦਾ ਹਿਊਮਨਿਟੀ, ਠੀਕ ਹੈ ਜੀ। ਸੋ ਇਹ ਵੀ ਆਪਣਾ ਸਹੀ ਹੋ ਜਾਏਗਾ, ਬਿਲਕੁਲ ਸਹੀ ਹੈ ਜੀ ਬੀ। ਕਹਿੰਦਾ ਇਹਨਾਂ ਦੇ ਵਿੱਚੋਂ ਕੌਣ ਆ ਜਿਹਨੇ ਕਿ ਇੰਟਰੋਡਿਊਸ ਕੀਤੀ ਸੀ ਰੇਲਵੇ ਪਹਿਲੀ ਵਾਰੀ ਇੰਡੀਆ ਦੇ ਵਿੱਚ, ਦੱਸੋ ਜੀ। ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀ। ਲਾਰਡ ਵੈਲਸਲੀ ਨੇ, ਲਾਰਡ ਹੈਸਟਿੰਗ ਨੇ, ਲਾਰਡ ਡਲਹੌਜ਼ੀ ਨੇ ਜਾਂ ਲਾਰਡ ਰਿਪਨ ਨੇ। ਦੇਖੋ ਜੀ, ਸੋਚੋ ਤੁਸੀਂ ਇਹਨੂੰ। ਸੋ ਇਦਾਂ ਦਾ ਕੁਐਸਚਨ ਪੀਪੀਐਸਸੀ ਪੁੱਛ ਲੈਂਦਾ ਵਾ ਕਿ ਕਿਹਨੇ ਇਹ ਇੰਟਰੋਡਿਊਸ ਕੀਤੀ। ਰੇਲਵੇ ਕੀਤੀ ਸੀ ਜੀ ਲਾਰਡ ਡਲਹੌਜ਼ੀ ਨੇ, 1853 ਈਸਵੀ 'ਚ ਚੱਲੀ ਸੀ, ਕੀਤੀ ਸੀ। ਤੋਂ ਸੋ ਜਿਹੜੀ ਪਹਿਲੀ ਟ੍ਰੇਨ ਚੱਲੀ ਸੀ ਉਹ ਕਿੱਥੋਂ ਚੱਲੀ ਸੀ? ਬੰਬੇ ਤੋਂ ਥਾਣੇ, ਠੀਕ ਆ, ਮੁੰਬਈ ਤੋਂ ਥਾਣੇ ਚੱਲੀ ਸੀ, ਠੀਕ ਹੈ ਜੀ। ਸੋ ਇਹ ਐਡ ਕੀਤਾ ਹੋਇਆ ਦੇਖੋ ਜੀ। 16 ਅਪ੍ਰੈਲ 1853 ਨੂੰ ਚੱਲੀ ਸੀ, ਬੰਬੇ ਤੋਂ ਚੱਲੀ ਸੀ, ਇਹ ਥਾਣੇ ਤੱਕ ਚੱਲੀ ਸੀ ਉਸ ਟਾਈਮ ਦੇ ਉੱਤੇ। ਡੈਡੀਕੇਟਡ ਸੀਗੀ ਲਾਰਡ ਡਲਹੌਜ਼ੀ। ਵਿਚ ਵਨ ਆਫ ਦਾ ਫੋਲੋਇੰਗ ਐਨੀਮਲ ਵਾਜ਼ ਨਾਟ ਰੀਪ੍ਰਜੈਂਟਡ ਔਨ ਦਾ ਸੀਲਸ ਐਂਡ ਟ੍ਰੈਪੈਟ ਆਰਟ ਆਫ ਹੜੱਪਾ ਕਲਚਰ। ਕਹਿੰਦਾ ਹੜੱਪਾ ਸੱਭਿਅਤਾ ਦੇ ਟਾਈਮ ਦੇ ਉੱਤੇ ਮੋਹਰਾਂ ਤੇ ਟਰੈਕੋਟਾ ਕਲਾ ਦੇ ਵਿੱਚ ਨਹੀਂ ਦਰਸਾਇਆ ਗਿਆ ਸੀ। ਯੂਨੀਕੋਰਨ ਨਹੀਂ ਸੀ, ਟਾਈਗਰ ਨਹੀਂ ਸੀ, ਕਾਊ ਨਹੀਂ ਸੀ ਜਾਂ ਰਹਿਨ ਹਾਰਸ ਨਹੀਂ ਸੀ, ਦੱਸੋ ਜੀ। ਸੋ ਇਹ ਤਿੰਨੇ ਤਾਂ ਹੈਗੇ ਸੀ, ਕਾਊ ਨਹੀਂ ਸੀ, ਠੀਕ ਆ, ਉਸ ਟਾਈਮ ਦੇ ਉੱਤੇ। ਸੋ ਹੜੱਪਿਆ ਸੱਭਿਅਤਾ 'ਤੇ ਵੀ ਆਪਾਂ ਇੱਕ ਕਲਾਸ ਬਣਾ ਦੇਵਾਂਗੇ, ਠੀਕ ਆ। ਸੋ ਇਹ ਥੋੜ੍ਹੀਆਂ ਜਿਹੀਆਂ ਕਲਾਸਾਂ ਆਪਣੀਆਂ ਅਜੇ ਨਾ, ਕਿਉਂਕਿ ਮੈਂ ਜ਼ਿਆਦਾਤਰ ਪਹਿਲਾਂ ਜਿਹੜੇ ਮੇਨ ਆਪਣੇ ਸਬਜੈਕਟ ਨੇ ਉਹ ਪੂਰੇ ਕਰ ਰਿਹਾ ਮੈਂ, ਕਿਉਂਕਿ ਮਾਡਰਨ ਹਿਸਟਰੀ 'ਚੋਂ ਜ਼ਿਆਦਾ ਕੁਐਸਚਨ ਆ ਰਹੇ ਨੇ, ਪੋਲਿਟੀ 'ਚੋਂ ਕੁਐਸਚਨ ਆ ਰਹੇ ਨੇ, ਪੰਜਾਬ ਜੀਕੇ 'ਚੋਂ ਆ ਰਹੇ ਨੇ। ਸੋ ਇਹਦੀ ਆਪਾਂ ਚੰਗੀ ਤਰ੍ਹਾਂ ਥਿਊਰੀ ਪੜ੍ਹ ਲਾਂਗੇ ਤਾਂ ਵੱਧ ਕੁਐਸਚਨ ਆਪਾਂ ਪਹਿਲਾਂ ਕਵਰ ਕਰਾਂਗੇ ਨਾ। ਸੋ ਉਸ ਤੋਂ ਬਾਅਦ ਆਪਾਂ ਐਂਸ਼ੀਅੰਟ ਵੀ ਕਰ ਲਾਂਗੇ, ਮੈਡੀਵਲ ਵੀ ਕਰ ਲਾਂਗੇ, ਅਤੇ ਆਪਣੀ ਸਟੈਟਿਕ ਜੀਕੇ ਪੈਂਡਿੰਗ ਪਈ ਆ, ਸਟੈਟਿਕ ਜੀਕੇ ਵੀ ਆਪਾਂ ਕਰ ਲਾਂਗੇ, ਸਾਰੀ ਕਰਾਂਗੇ, ਕੋਈ ਗੱਲ ਨਹੀਂ। ਆਪਾਂ ਜੀਕੇ ਦੀ ਜਿੰਨੇ ਵੀ ਸਾਇੰਸ ਹੋ ਗਿਆ, ਇਕਨੋਮਿਕਸ ਹੋ ਗਿਆ, ਸਾਰਾ ਆਪਾਂ ਡਿਟੇਲ 'ਚ ਕਰਾਂਗੇ। ਜੀਕੇ ਲਈ ਤੁਸੀਂ ਨਹੀਂ ਘਬਰਾਉਣਾਗਾ, ਜੀਕੇ ਆਪਾਂ ਸਾਰੀ ਕੰਪਲੀਟ ਕਰਵਾਵਾਂਗੇ। ਜਿਹੜੇ ਵੀ ਪੇਪਰ ਇਸ ਸਾਲ 2022 ਦੇ ਵਿੱਚ ਹੋਣਗੇ, 23 ਦੇ ਵਿੱਚ ਵੀ ਹੋਣਗੇ, ਸਾਰੇ ਆਪਾਂ ਕਵਰ ਕਰਵਾ ਦੇਵਾਂਗੇ ਜੀਕੇ, ਠੀਕ ਹੈ ਜੀ। ਸੋ ਹੌਲੀ ਹੌਲੀ ਕਰਾਂਗੇ ਆਪਾਂ, ਪੂਰੀ ਤਸੱਲੀ ਨਾਲ ਕਰਾਂਗੇ ਪਰ, ਠੀਕ ਹੈ ਜੀ। ਸੋ ਵਿੱਚ ਵਿਚਾਲੇ ਨਹੀਂ ਛੱਡਾਂਗੇ। ਕਹਿੰਦਾ ਇਹਨਾਂ ਦੇ ਵਿੱਚੋਂ ਕਿਹੜਾ ਫੇਮਸ ਡਰਾਮਾ ਵਾ ਜਿਹੜਾ ਕਿ ਮੁਦਰਾਕਸ਼ਾ ਕਿਹਨੇ ਲਿਖਿਆ ਵਾ, ਇਹਨਾਂ 'ਚੋਂ ਦੱਸਣਾ ਜੀ ਤੁਸੀਂ। ਇਹਨਾਂ 'ਚੋਂ ਚਾਰ ਨਾਮ ਤੁਹਾਡੇ ਮੂਹਰੇ ਨੇ, ਤੁਸੀਂ ਸੋਚ ਸਕਦੇ ਹੋ 5 ਸੈਕਿੰਡ। ਸੋ ਵਿਸ਼ਾਖਾ ਦੱਤਾ ਨੇ, ਜਿਨ੍ਹਾਂ ਨੇ ਕਿ ਇਹ ਰਿਟਨ ਕੀਤਾ ਵਾ। ਸੋ ਇਹ 2 ਵਾਰੀ ਰਿਪੀਟ ਹੋਇਆ ਤਾਂ ਕਰਕੇ ਮੈਂ ਐਡ ਕਰਤਾ, ਵੈਸੇ ਇੱਦਾਂ ਦੇ ਕੁਐਸਚਨ ਘੱਟ ਹੁੰਦੇ ਨੇ, ਠੀਕ ਹੈ ਜੀ। ਕਹਿੰਦਾ ਇਹਨਾਂ ਦੇ ਵਿੱਚੋਂ ਗਵਰਨਰ ਜਨਰਲ ਕੌਣ ਨੇ ਜਿਨ੍ਹਾਂ ਨੇ ਕਿ ਸਿਵਲ ਸਰਵਿਸਿਜ਼ ਇੰਟਰੋਡਿਊਸ ਕੀਤੀਆਂ ਸੀ ਇੰਡੀਆ 'ਚ? ਲਾਰਡ ਕਾਰਨਵਾਲਿਸ, ਲਾਰਡ ਵੈਲਸਲੀ, ਲਾਰਡ ਵਿਲੀਅਮ ਵੈਂਟਿਕ ਜਾਂ ਆਪਣੇ ਲਾਰਡ ਸੈਲਿਸਬੁਰੀ, ਦੱਸੋ ਜੀ ਕੌਣ ਨੇ ਜੀ ਜਿਨ੍ਹਾਂ ਨੇ ਆਪਣੇ ਸਿਵਲ ਸਰਵਿਸਿਜ਼ ਇੰਟਰੋਡਿਊਸ ਕੀਤੀਆਂ? ਬਿਲਕੁਲ ਸਹੀ ਆ ਜੀ, ਲਾਰਡ ਕਾਰਨਵਾਲਿਸ ਆਪਣੇ ਸਹੀ ਹੋ ਜਾਣੇ। ਕਹਿੰਦਾ 1922 ਦੇ ਵਿੱਚ ਦੱਸੋ ਇਹਨਾਂ ਦੇ ਵਿੱਚੋਂ ਕਿਹਨੇ ਆਰਗੇਨਾਈਜ਼ ਕੀਤੀ ਸੀ ਸਵਰਾਜ ਪਾਰਟੀ ਅਲੋਂਗ ਵਿਦ CR ਦਾਸ ਦੇ ਨਾਲ ਮਿਲ ਕੇ? ਕਿਹੜੇ 2 ਬੰਦੇ ਸੀਗੇ ਜਿਨ੍ਹਾਂ ਨੇ 1922 'ਚ ਸਵਰਾਜ ਪਾਰਟੀ ਬਣਾਈ ਸੀ? ਕਿਉਂਕਿ ਜਦੋਂ ਨਾਨ ਕੋਆਪਰੇਸ਼ਨ ਮੂਵਮੈਂਟ ਸਸਪੈਂਡ ਹੋ ਗਈ ਸੀ ਉਸ ਤੋਂ ਬਾਅਦ।
दसो जी। रविंद्रनाथ टैगोर ने, मोतीलाल नेहरू ने, सुभाष चंद्र बोस ने, या मदन मोहन मालवीय ने? सो तुसीं अपना हिस्टरी की क्लास देखी होगी, आपां चंगी तरह कीता होया। मोती लाल नेहरू सीगे ते नाल CR दास। एक मैं तुहानूं क्वेश्चन पुछदा वां, सो ऐड नहीं होया मेरे तो। दसो जी, देश बंधु किहनूं कहा जांदा वा? सो ये तुसीं कमेंट बॉक्स दे विच आंसर देना। मैं इहदा 2-3 बार रिपीट हो चुक्या वा, इहदे विच ऐड नहीं होया। इहदा आंसर तुसीं मैनूं देना कमेंट बॉक्स। देश बंधु किहनूं कहा, किहड़े फ्रीडम फाइटर नूं, किहड़े उस टाइम दे उत्ते किहड़ा लीडर सी, लीडर ला लो, किहड़े लीडर नूं देश बंधु कहा जांदा वा? हू डिड द अपना अहमद शाह अब्दाली डिफीट इन द 1752 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਤੇ ਕਬਜ਼ਾ ਕਰਨ ਲਈ ਕਿਹਨੂੰ ਹਰਾਤਾ ਸੀ? ਦੱਸੋ ਜੀ। ਮੋਇਨ ਉਲ ਮਲਿਕ ਨੂੰ ਹਰਾਇਆ ਸੀ, ਜਾਂ ਸਫੈਦੁਦੀਨ ਜੰਗ ਨੂੰ ਹਰਾਇਆ ਸੀ, ਸ਼ਾਹ ਨਵਾਜ਼ ਨੂੰ ਹਰਾਇਆ ਸੀ, ਜਾਂ ਯਹੀਆ ਖਾਨ ਨੂੰ ਹਰਾਇਆ ਸੀ? ਦੱਸੋ ਜੀ। ਸੋ ਸੋਚ ਲਿਆ ਹੋਵੇਗਾ। ਮੋਇਨ ਉਲ ਆਪਣਾ ਮਲਕ ਬਿਲਕੁਲ ਸਹੀ ਹੈ ਜੀ। ਇਹ ਆਪਸ਼ਨ ਆਪਣੀ ਬਿਲਕੁਲ ਸਹੀ ਚਾਹੁੰਦੀ ਹੈ। ਨੈਕਸਟ ਆ ਗਿਆ ਜੀ 191 ਨੰਬਰ। ਇਹਨਾਂ ਦੇ ਵਿੱਚ ਦੱਸੋ ਜੀ, ਜਿਹੜੀ ਪਿਓਰਲੀ ਕੰਸਰਨ ਫਾਊਂਡਡ, ਜਿਹੜੀ ਕਿ ਮਤਲਬ ਭਾਰਤੀਆਂ ਦੁਆਰਾ ਬਣਾਈ ਗਈ ਪਹਿਲੀ ਬੈਂਕ ਕਿਹੜੀ ਸੀ? ਪੂਰੀ ਤਰ੍ਹਾਂ ਨਾਲ ਜਾਣੀ ਭਾਰਤੀਆਂ ਦੁਆਰਾ ਬਣਾਈ ਗਈ। ਬੈਂਕ ਆਫ ਪੰਜਾਬ ਸੀ, ਬੈਂਕ ਪੰਜਾਬ ਇੰਸ਼ੋਰੈਂਸ ਕੰਪਨੀ ਸੀ, ਪੰਜਾਬ ਨੈਸ਼ਨਲ ਬੈਂਕ ਸੀ, ਜਾਂ ਪੀਪਲ ਬੈਂਕ ਸੀ? ਦੱਸੋ ਜੀ। ਸੋ ਤੁਸੀਂ ਸੋਚ ਲਿਆ ਹੋਵੇਗਾ ਪੰਜਾਬ ਨੈਸ਼ਨਲ ਬੈਂਕ ਸਹੀ ਜਾਏਗਾ ਜੀ ਆਪਣਾ। ਸੋ ਇਹਦੇ ਉੱਤੇ ਆਪਣਾ ਨਾਮ ਭੁੱਲ ਗਿਆ ਆਪਾਂ। 191 ਨੰਬਰ ਕੁਐਸਚਨ ਸੀਗਾ ਇਹ, ਨੰਬਰਿੰਗ ਗਲਤ ਹੋ ਗਈ, ਚਲੋ ਕੋਈ ਗੱਲ ਨਹੀਂ, ਠੀਕ ਹੈ ਜੀ। ਸੋ ਇਹ ਸਹੀ ਆ, ਠੀਕ ਹੈ ਜੀ। ਪੰਜਾਬ ਨੈਸ਼ਨਲ ਬੈਂਕ ਸੀ। ਅਮਰਤਾ ਪ੍ਰੀਤਮ ਨੇ ਬਹੁਤ ਸਾਰੇ ਅਵਾਰਡ ਜਿੱਤੇ ਆ। ਦੱਸੋ ਜੀ ਕਿਹੜਾ ਅਵਾਰਡ ਆ ਜਿਹੜਾ ਉਹਨਾਂ ਨੂੰ ਨਹੀਂ ਮਿਲਿਆ? ਸਾਹਿਤਿਆ ਅਕੈਡਮੀ ਅਵਾਰਡ, ਪਦਮ ਸ਼੍ਰੀ, ਬੁੱਕਰ ਪ੍ਰਾਈਜ਼ ਫॉर ਲਿਟਰੇਚਰ, ਜਾਂ ਜਾਨੀਪਥ ਅਵਾਰਡ? ਦੱਸੋ ਕਿਹੜਾ ਨਹੀਂ ਪੁੱਛਿਆ ਉਹਨਾਂ ਨੇ, ਇਹ ਚੀਜ਼ ਧਿਆਨ ਰੱਖਣੀ ਆ। ਕਿਹੜਾ ਨਹੀਂ ਉਹਨਾਂ ਨੂੰ ਮਿਲਿਆ? 3 ਤਾਂ ਮਿਲੇ ਹੋਏ ਨੇ, ਇਹਦਾ ਮਤਲਬ ਆਹ ਤਾਂ ਤੁਹਾਨੂੰ ਪਤਾ ਹੀ ਹੋਊਗਾ। ਸਾਹਿਤਿਆ ਅਕੈਡਮੀ ਅਵਾਰਡ, ਜਨਪਿਥ ਅਵਾਰਡ ਵੀ ਤੁਹਾਨੂੰ ਪਤਾ ਹੋਊਗਾ, ਪਦਮ ਸ਼੍ਰੀ ਵੀ ਇਹਨਾਂ ਨੂੰ ਮਿਲਿਆ ਹੋਇਆ ਵਾ। ਸੋ ਬੁੱਕਰ ਪ੍ਰਾਈਜ਼ ਲਿਟਰੇਚਰ ਦੇ ਵਿੱਚ ਨਹੀਂ ਮਿਲਿਆ ਉਹਨਾਂ ਨੂੰ, ਠੀਕ ਹੈ ਜੀ। ਸੋ ਇਹ ਵੀ ਹੋ ਗਿਆ ਆਪਣਾ। ਕਹਿੰਦਾ ਇਹਨਾਂ ਦੇ ਵਿੱਚੋਂ ਕਿਹੜੇ ਪਲੇਸ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜੀ ਯਾਦਗਾਰ ਸਥਾਪਿਤ ਆ? ਦੱਸੋ ਜੀ। ਛੱਪੜਛਿੜੀ ਦੇ ਵਿੱਚ ਆ, ਸਰਹਿੰਦ ਦੇ ਵਿੱਚ ਆ, ਕਰਤਾਰਪੁਰ 'ਚ ਆ, ਜਾਂ ਸਮਾਣਾ 'ਚ ਆ? ਦੱਸਣਾ ਜੀ ਤੁਸੀਂ। ਬਿਲਕੁਲ ਸਹੀ। ਛੱਪੜਛਿੜੀ ਦੇ ਵਿੱਚ ਇਹ ਸੀਗੀ, ਠੀਕ ਆ, ਜਿਹੜੀ ਜੰਗ ਹੋਈ ਸੀ, ਛੱਪੜਛਿੜੀ ਦੀ ਲੜਾਈ ਹੋਈ ਸੀ, ਜਿਹਦੇ ਵਿੱਚ ਕਿ ਇਹਨਾਂ ਨੇ ਆਪਣਾ ਵਜ਼ੀਰ ਖਾਨ ਨੂੰ ਵੀ ਮਾਰਤਾ ਸੀ। ਜਿਹੜਾ ਇਹ ਆਪਣਾ ਛੱਪੜਛਿੜੀ ਆ ਨਾ, ਇਹ ਮੋਹਾਲੀ ਦੇ ਨੇੜੇ ਪੈਂਦਾ ਵਾ, ਸਰਹਿੰਦ ਦੇ ਨੇੜੇ, ਠੀਕ ਹੈ ਜੀ। ਸੋ ਮੋਹਾਲੀ, SAS ਨਗਰ ਮੋਹਾਲੀ ਯਾਦ ਕਰ ਲਓ, ਠੀਕ ਹੈ। SAS ਨਗਰ ਮੋਹਾਲੀ ਦੇ ਵਿੱਚ ਆ। ਕਹਿੰਦਾ ਛੱਪੜਛਿੜੀ ਇਜ਼ ਕਾਲਡ, ਇਹਨੂੰ ਬੈਟਲ ਆਫ ਸਰਹੰਦ ਵੀ ਕਹਿ ਦਿੰਦੇ ਆਪਾਂ। ਜਿਹੜੀ ਇਹ ਬੈਟਲ ਆ, ਇਹ ਮੁਗਲਾਂ ਦੇ ਵਿੱਚ ਤੇ ਆਪਣੇ ਸਿੱਖਾਂ ਦੇ ਵਿੱਚ ਲੜੀ ਸੀ। 12 ਮਈ 1710 'ਚ ਲੜੀ ਗਈ ਸੀ ਛੱਪੜਛਿੜੀ ਦੀ ਲੜਾਈ, ਤੇ ਇਹਦੇ ਵਿੱਚ 20 ਕਿਲੋਮੀਟਰ ਦੂਰ ਸਰਹੰਦ ਤੋਂ ਹੋਈ ਸੀ। ਵਜ਼ੀਰ ਖਾਨ ਹਾਰ ਗਿਆ ਸੀ। ਵਜ਼ੀਰ ਖਾਨ ਨੂੰ ਉਸ ਟਾਈਮ ਦੇ ਉੱਤੇ ਇਹਨਾਂ ਦਾ ਸਿਰ ਕਿਹਨੇ ਲਾਇਆ ਸੀਗਾ? ਫਤਿਹ ਸਿੰਘ ਸੀਗੇ, ਜਿਹੜੇ ਸੀਗਾ ਫਤਿਹ ਸਿੰਘ ਨੇ ਹਰਾਇਆ ਸੀ, ਲਾਇਆ ਸੀ ਸਰ। ਬਟ ਐਕਚੁਅਲ ਦੇ ਵਿੱਚ ਜਿਹੜੀ ਉਹਨੂੰ ਲੀਡ ਕਿਹਨੇ ਕਰ ਰਿਹਾ ਸੀ ਉਸ ਟਾਈਮ ਦਾ ਲੜਾਈ ਨੂੰ? ਆਪਣੇ ਬੰਦਾ ਸਿੰਘ ਬਹਾਦਰ। ਸੋ ਇਹਦੇ ਵਿੱਚ ਵੀ ਤੁਸੀਂ ਕਨਫਿਊਜ਼ ਨਹੀਂ ਹੋਣਾ। ਕਹਿੰਦਾ ਇਹਨਾਂ ਦੇ ਵਿੱਚੋਂ ਕਿਹੜਾ ਵਾ ਜਿਹੜਾ ਕਿ ਲਿੰਕ ਵਾ, ਜਿਹੜਾ ਐਗਜ਼ੈਸਿਵ UV ਐਕਸਪੋਜ਼ਰ ਲਈ? ਦੱਸਣਾ ਜੀ। ਸਕਿਨ ਕੈਂਸਰ ਆ, ਰਿਕਟ ਆ, ਮਲਟੀਪਲ ਸਕਲੈਰੋਸਿਸ ਆ, ਜਾਂ ਸਾਰੇ ਆ? ਇਹ 2 ਵਾਰ ਰਿਪੀਟ ਹੋ ਚੁੱਕਿਆ, ਤਾਂ ਐਡ ਕੀਤਾ ਮੈਂ। ਸੋ ਇਹ ਸਕਿਨ ਕੈਂਸਰ ਆਪਣਾ ਸਹੀ ਚਲਾ ਜਾਊਗਾ। ਸੋ ਸਾਰੇ ਪੇਪਰਾਂ ਦੇ ਵਿੱਚ ਨਾ ਤੁਹਾਨੂੰ ਇਹਦੇ ਬੈਨੀਫਿਟ ਮਿਲੇਗਾ, ਇਸੇ ਕਰਕੇ ਮੈਂ ਐਡ ਕਰਦਾ ਹੁੰਦਾ ਵਾਂ। ਕੁਐਸਚਨ ਉਸ ਹਿਸਾਬ ਨਾਲ ਹੀ ਐਡ ਕੀਤੇ ਨੇ ਕਿ ਜਿਹੜੇ ਜ਼ਰੂਰੀ ਨਹੀਂ ਕਿ PPSC ਅਗਰ ਲੈਵਲ ਵਧਾ ਵੀ ਦੇਗਾ ਤਾਂ ਜਿਹੜੇ PSSB ਦੇ ਪੰਜਾਬ ਪੁਲਿਸ ਆ ਨਾ, PPSC ਮੈਂ ਮੰਨਦਾ ਕਿ ਨਾਇਬ ਤਹਿਸੀਲਦਾਰ ਦੇ ਵਿੱਚ ਸ਼ਾਇਦ ਇੰਨੇ ਸੌਖੇ ਕੁਐਸਚਨ ਨਾ ਆਉਣ, ਕਿਉਂਕਿ ਥੋੜ੍ਹਾ ਜਿਹਾ ਔਖਾ ਤਾਂ ਆਉਣਗੇ ਕੁਐਸਚਨ ਉਹਦੇ ਵਿੱਚ। ਪਰ ਜਿਹੜੇ PSSB ਹੋ ਗਿਆ ਜਾਂ ਪੰਜਾਬ ਪੁਲਿਸ ਦੇ ਪੇਪਰ ਹੋ ਗਏ, ਉਹਦੇ ਵਿੱਚ ਇੱਦਾਂ ਦੇ ਕੁਐਸਚਨ ਹੀ ਦੇਖਣ ਨੂੰ ਤੁਹਾਨੂੰ ਮਿਲਣਗੇ। ਇਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਏਗਾ ਇੱਕ ਵਾਰੀ। ਸੋ ਇਹਦੇ ਵਿੱਚੋਂ ਕੁਝ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ। ਇਹਨਾਂ ਦੇ ਵਿੱਚ ਕੌਣ ਆ ਜਿਹਨੇ ਕਿ ਪਗੜੀ ਸੰਭਾਲ ਜੱਟਾ ਲਿਖਿਆ? ਦੇਖੋ ਫੋਲੋਇੰਗ ਰੋਟ, ਅਜੀਤ ਸਿੰਘ ਜੀ, ਭਗਤ ਸਿੰਘ ਜੀ, ਜਾਂ ਆਪਣੇ ਬਾਂਕੇ ਦਿਆਲ, ਜਾਂ ਨਾਨਾ ਸਾਹਿਬ। ਇਹ 2021 ਕਲਰਕ ਦੀ ਇੱਕ ਸ਼ਿਫਟ ਦੇ ਵਿੱਚ, PSSB ਕਲਰਕ ਦੀ ਇੱਕ ਸ਼ਿਫਟ ਦੇ ਵਿੱਚ ਆਇਆ ਹੋਇਆ ਕੁਐਸਚਨ ਆ। PPSC ਨੇ ਵੀ ਇਹ ਕੁਐਸਚਨ 2-3 ਵਾਰੀ ਪੁੱਛ ਲਿਆ। ਸੋ ਬਾਂਕੇ ਦਿਆਲ ਨੇ, ਠੀਕ ਆ। ਸੋ ਕਨਫਿਊਜ਼ ਨਹੀਂ ਹੋਣਾ। ਅਜੀਤ ਸਿੰਘ ਜਿਹੜੇ ਸੀਗੇ ਉਸ ਟਾਈਮ ਪਗੜੀ ਸੰਭਾਲ ਮੂਵਮੈਂਟ ਦੇ ਨਾਲ ਜੁੜੇ ਹੋਏ ਸੀ, ਠੀਕ ਆ। ਨੈਕਸਟ ਆ ਗਿਆ। ਕਹਿੰਦਾ ਕਿਹੜੇ 5 ਸਾਲਾ ਯੋਜਨਾ ਦੇ ਵਿੱਚ 3 ਪਬਲਿਕ ਹੋਲਡਿੰਗ ਤੱਕ ਜ਼ਮੀਨਾਂ ਦੀ ਸਿਫਾਰਿਸ਼ ਦਿੱਤੀ ਗਈ ਸੀ, ਕੀਤੀ ਗਈ ਸੀ? ਦੱਸੋ ਜੀ। ਸੈਕੰਡ 5 ਈਅਰ ਪਲਾਨ ਸੀ, ਥਰਡ ਸੀਗਾ, ਫੋਰਥ ਸੀ, ਜਾਂ ਫਿਫਥ ਸੀ? ਸੋ ਇਕਨੋਮਿਕਸ 5 ਈਅਰ ਪਲਾਨ ਆਪਾਂ ਕਰ ਲਾਂਗੇ। ਇਕਨੋਮਿਕਸ ਦੇ ਵਿੱਚ ਜ਼ਿਆਦਾ ਇੰਪੋਰਟੈਂਟ 5 ਈਅਰ ਪਲਾਨ ਆ, ਤੇ ਆਪਣਾ ਲਾ ਲਓ ਤੁਸੀਂ ਨੀਤੀ ਆਯੋਗ ਕਰ ਲਾਂਗੇ, ਸਾਰੇ ਕਰ ਲਾਂਗੇ, ਕੋਈ ਗੱਲ ਨਹੀਂ। ਸੈਕੰਡ 5 ਈਅਰ ਪਲਾਨ ਆਪਣਾ ਸਹੀ ਚਲਾ ਜਾਊਗਾ। ਨੈਕਸਟ ਆ ਗਿਆ ਜੀ ਸਾਡੇ ਕੋਲ। ਕਹਿੰਦਾ ਮੀਰਤ ਕੰਸਪੀਰੇਸੀ ਕੇਸ ਹੋਇਆ ਸੀ, ਇਹਨਾਂ 'ਚੋਂ ਕਿਹਦੇ ਨਾਲ ਜੁੜਿਆ ਹੋਇਆ ਵਾ? ਦੱਸੋ ਜੀ। ਇੰਡਸਟਰੀਅਲ ਡਿਸਪਿਊਟ ਨਾਲ ਆ, ਟ੍ਰੇਡ ਯੂਨੀਅਨ ਐਕਟ ਨਾਲ ਆ, ਬੌਂਡਡ ਲੇਬਰ ਨਾਲ ਆ, ਜਾਂ ਨਨ ਆਫ ਅਬਵ? ਸੋ ਇਹਦਾ ਆਨਸਰ ਬਿਲਕੁਲ ਸਹੀ ਆ ਜੀ, ਇੰਡਸਟਰੀਅਲ ਡਿਸਪਿਊਟ ਨਾਲ ਆ। ਨੈਕਸਟ ਆ ਗਿਆ ਜੀ। ਸੌਰੀ ਮੈਂ ਹੀ ਗਲਤ ਲਾਤਾ ਹੈ।
ट्रेड यूनियन एक्ट, ठीक है जी। मीरत कॉन्सपरेंसी केस आ ना जिहड़ा ਇਹ ਕਿਹਦੇ ਨਾਲ ਆ, ट्रेड यूनियन एक्ट, ठीक है जी। सो ਤੁਸੀਂ याद कर लेना, सॉरी गलती नाल इंडस्ट्रीयल डिस्प्यूट हो गया। नैक्सट आएगा जी, कहना जी हू अमोंग द फॉलोइंग इज नॉट एन इनडायरैक्ट टैक्स। इन्हां दे विच तुसीं दसना वा कि इनडायरैक्ट टैक्स किहड़ा नहींगा पुछया। इदां दे क्वेश्चन तुहानूं हुण ना एक्साइज इंस्पैक्टर दा पेपर 107 पोस्टां आईयां ने, इदां दे क्वेश्चन तुहानूं देखण नूं मिलणगे। उहदे विच जिहड़ा टैक्सेशन पार्ट आ ना, उहदे विच इदां दे क्वेश्चन देखण नूं मिलणगे। अगर अपना इहदा पेपर थोड़ा लेट हुंदा वा, ठीक है, सो उस तो पहलां आपां अगर GS दे काफ़ी हद तक अपना कंप्लीट हो गया ना, तो ये आपां क्लासिस आपां लै आवांगे, ठीक है। टैक्सेशन सिस्टम दे उत्ते पूरी डिटेल दे विच आपां कर लवांगे। सो जिहड़ा देखदे आ जे सिलेबस आउण तो फिर देखांगे इहदे बारे। सो अगर ना भी अपने तो होया ना, मैं तुहानूं दस दांगा तुसीं कित्थों तैयारी करनी आ ते किहड़ी जगह तो तुहानूं इहदा बैनीफिट मिल जाएगा। सो तुहानूं सारा सोर्स मैं प्रोवाइड करवा दूंगा टैलीग्राम दे उत्ते। इन्हां दे विचों किहड़ा वा जिहड़ा कि नहीं गा इनडायरैक्ट टैक्स दसना। सो सर्विस टैक्स भी है नहीं गा, कस्टम ड्यूटी भी है नहीं गा, एक्साइज ड्यूटी भी है नहीं गा। सो कॉरपोरेशन टैक्स आ जिहड़ा एक कि ये इनडायरैक्ट टैक्स नहीं, जिहड़ी कॉरपोरेशन टैक्स हुंदा ना, ये हुंदा वा डायरैक्ट टैक्स। जो तुसीं टैक्सेशन सिस्टम पढ़ोगे तो तुहानूं पता होगा। जिन्हां ने एक्साइज का पेपर दिता वो तो पढ़ चुके होणगे। कहना इन्हां दे विच दसो जी, इन्हां दे इनक्रीज ऑफ द ऑयल सीड प्रोडक्शन किहदे करके हुंदा, तेल बीजां दे उत्पादन विच वाधा किहदे करके हुंदा वा। वाइट रेवोल्यूशन ना होया, येलो नाल होया, ग्रीन ना होया जां ब्राउन नाल होया, दसो जी। तेल दीआं कीता होया वा अपना ये, ठीक है जी। पिछली क्लास दे विच भी मैं तुहानूं एक लिस्ट जी दित्ती सीगी। सो येलो रेवोल्यूशन दे नाल ताल्लुकात रखदा, ठीक है, यही है तेल बीजां ने। कहना प्रैजेंट बेस ऑफ द होलसेल प्राइस इंडैक्स कदों का, ठीक है, ये 2022 का ही पेपर वा, वो आया हुआ है किसी पेपर के। सो अपने 2-4 क्वेश्चन रह गए बस। 2001 का 2002 3 11-12 या 5-6 सो ये तो सीधा ही एलिमिनेट हो जाऊगा। 2011-12 होलसेल प्राइस इंडैक्स आ प्रेजेंट बेस्ड। 200वां क्वेश्चन आ गया अपना, विच बिल बजट डज नॉट गौरमेंट मेक अरेंजमेंट फॉर द कलैक्शन ऑफ द रेवेन्यू। कहना इन्हां दे विचों किहड़ा वा जिहड़ा गौरमेंट रेवेन्यू इकट्ठा करन लई बिल दे बजट राही किया जाता। दसो जी किहड़ा बिल है इन्हां चों, सप्लीमेंटरी बजट आ, फिजिकल बजट आ, इकनॉमिक्स बिल आ, जां अपना फाइनैंश बिल आ। सोच सकते हो जी तुसीं ये। सो हो गया हुआ टाइम अपना, फाइनैंस बिल अपना बिल्कुल सही चला जाऊगा। सो थोड़े जे होर 2-4 क्वेश्चन मैं होर ऐड करते, मैनूं लग्या कि नहीं छड्डने चाहिए क्योंकि इंपॉर्टेंट बन सकते हैं। थोड़ी जी ज़्यादा हो गया। हाँ जी, 201 नंबर क्वेश्चन के कहता जी, इन विच ईयर यूनाइटेड नेशन आ जिहड़ा इन्होंने यूनीवर्सल डैकलारेशन की थी ह्यूमन राइट्स के उत्ते किहड़े साल दे विच कीती सी मनुखी अधिकारां ते। दसो जी 45 च कीती सी, 48 च कीती सी, 66 च कीती सी जां 81? दसो जी। 1948 च कीती सी। इन्हें UN की स्थापना कदों हुई सी? 1945 च हुई सी, जो उस टाइम के उत्ते ना यूनाइटेड नेशन की स्थापना हुई सी, जो उस टाइम के उत्ते वर्ल्ड वार 2 खत्म हुई सी। उस तो बाद शांति वगैरह लई कुछ देशों ने मिलकर इकट्ठी की बनाई थी। सो ये किया हुआ वा अपना। हुण दसो जी टर्म रिसैस आ जिहड़ी इन्हां दे विचों पार्लीमेंट दे विचों इन्हां दे विचों दसो कदों 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 वर्ड वरत्या जाता है। टाइम बिटवीन जदों मुलतवी होगी होण दे टाइम दे विचकार उदों, ਜਾਂ ਪਾਰਲੀਮੈਂਟ ਦਾ ਜਦੋਂ ਭੰਗ ਹੋ ਗਈ, ਮੰਨ ਲਓ ਪਾਰਲੀਮੈਂਟ ਭੰਗ ਹੋ ਗਈ, ਡਿਸੋਲਵ ਹੋ ਗਈ ਤੇ ਮੁੜ ਚੋਣਾਂ ਦੇ ਵਿਚਕਾਰ ਅੰਤਰ ਹੋ ਗਿਆ, ਉਹਨੂੰ ਕਹਿੰਦੇ 0 ਆਵਰ ਨੂੰ ਕਹਿੰਦੇ ਆ। ਦਾ ਟਾਈਮ ਬਿਟਵੀਨ ਦਾ ਮਤਲਬ ਕਿ ਨਵੇਂ ਸੈਸ਼ਨ ਵਿੱਚ ਸੰਸਦ ਦੇ ਮੁਅੱਤਲ, ਮਤਲਬ ਨਵਾਂ ਸੈਸ਼ਨ ਦੇ ਵਿੱਚ ਜਦੋਂ ਮਤਲਬ ਸੰਸਦ ਮਤਲਬ ਮੁਅੱਤਲ ਹੋ ਗਈ ਤੇ ਜਿਹੜੀ ਇਹਦੀ ਮੁੜ ਅਸੈਂਬਲੀ ਹੋ ਗਈ, ਠੀਕ ਆ, ਅਸੈਂਬਲੀ ਦੇ ਵਿਚਕਾਰ ਦਾ ਸਮਾਂ ਵਾ। ਦੱਸੋ ਜੀ ਕਿਹੜਾ ਵਾ ਰਿਸੈਸ ਟਾਈਮ ਕਦੋਂ ਯੂਜ਼ ਕਰਦੇ ਆਪਾਂ? बिल्कुल सही जी, सोच लिया होएगा तुसीं, जिन्हें पॉलिटी चंगी तरह पढ़ी है उन्होंने पता होएगा डी ऑप्शन अपनी बिल्कुल सही चले जाएगी। ठीक है, कहना अकॉर्डिंग टू 170 नंबर आर्टिकल सानू स्टेट लैजिसलेटिव की क्लास अपनी आने वाली है, होर अगले हफ्ते तक आ जाएगी। ठीक है, सो ये पेंडिंग पई आ। इन्हां दे विच दसो किहड़े जिहड़ा कि 170 नंबर आर्टिकल के तहत मैक्सीमम मैंबर ऑफ द स्टेट लैजिसलेटिव असैंबली हैज़ बीन डायरैक्टली इलैक्ट किए जाते हैं। दसो जी किन्ने मैंबर वध तो वध चुन सकती है एक राज विधान सभा? सीधे तौर पर 500 मैंबर। बिल्कुल सही है जी, डी सही चला जाऊगा। 204 नंबर पर आ गए जी अपना, ये आखिरी क्वेश्चन है जी अपना। कहना प्रैम्बल दे विच ना एक अपने वर्ड लाए गए ने, लिबर्टी, इक्वैलिटी ते फर्टेनिटी, मतलब कि सुतंत्रता, समानता ते भाईचारा के आदर्श नूं दर्शाउंदी आ। किहड़ी रेवोल्यूशन तो प्रभावित होकर लई आ? रशियन तो लई आ, आयरिश तो लई आ, फ्रेंच तो लई आ, जां अपनी कल्चरल रेवोल्यूशन तो? सो तुसीं ये नहीं पूछा इन्होंने कि प्रैम्बल का जिहड़ा कंसैप्ट कितों लिया। प्रैम्बल दे विच आ 3 चीज़ां लईआं ने, उहदे वास्ते एक रेवोल्यूशनस होईआं सी उस टाइम के उत्ते, तो काफ़ी टाइम पहलां होईआं सी, वैसे उहदे आधार के उत्ते 3 चीज़ां लईआं ने।
ਸੋ ਬਿਲਕੁਲ ਸਹੀ ਆ ਜੀ, ਜਿਹਨੇ ਕੀਤੀ ਹੋਈ ਆ ਪ੍ਰੈਮਬਲ ਉਹਨੂੰ ਪਤਾ ਹੋਏਗਾ ਫ੍ਰੈਂਚ ਰੈਵੋਲੂਸ਼ਨ ਤੋਂ ਇਹ ਚੀਜ਼ ਲਈ ਆ। ਵੈਸੇ ਐਕਚੁਅਲ ਦੇ ਵਿੱਚ ਆਪਾਂ ਪ੍ਰੈਮਬਲ ਕਿਤੋਂ ਲਿਆ ਵਾ, USA ਤੋਂ, ਠੀਕ ਹੈ ਜੀ। ਸੋ ਆਈਡੀਆ ਆਫ ਦਾ ਪ੍ਰੈਮਬਲ ਆਪਾਂ ਲਿਆ ਵਾ ਕਨਸਟੀਟਿਊਸ਼ਨ ਫਰੋਮ USA। ਸੋ ਆਲ ਦੀ ਬੈਸਟ ਜੀ ਸਾਰੇ ਦੇ ਸਾਰੇ ਕੈਂਡੀਡੇਟਸ ਨੂੰ। ਫਾਈਨਲੀ ਆਪਣੀਆਂ 200 ਕੁਐਸਚਨ ਆਪਾਂ ਪੂਰੇ ਕਰ ਲਏ ਹੋਏ ਨੇ। ਸੋ ਮੈਂ ਉਮੀਦ ਕਰਦਾ ਕਿ ਇਹ ਵਾਲੇ ਕੁਐਸਚਨ ਤੁਹਾਨੂੰ 2022 ਦੇ ਵਿੱਚ ਜਿੰਨੇ ਵੀ ਪੇਪਰ ਹੋਣਗੇ ਸਾਰਿਆਂ ਦੇ ਵਿੱਚ ਹੈਲਪ ਕਰਨਗੇ। ਇਸੇ ਤਰ੍ਹਾਂ ਹੀ ਆਪਾਂ ਮੈਨੂੰ ਥਿਊਰੀ ਕਰ ਲੈਣ ਦਿਓ, ਅਜੇ ਨਿਬੇੜ ਲੈਣ ਦਿਓ ਜਿਹੜੇ ਆਪਣੇ। ਉਸ ਤੋਂ ਬਾਅਦ ਨਾ PSSB ਦੇ ਜਿੰਨੇ ਵੀ ਪੇਪਰ ਹੋਏ ਨੇ ਤੇ ਪੰਜਾਬ ਪੁਲਿਸ ਦੇ ਪੇਪਰ ਹੋਏ ਨੇ 500 ਕੁਐਸਚਨ ਮੈਂ ਉਹਦੇ ਤੁਹਾਡੇ ਨੂੰ ਲੈ ਕੇ ਆਵਾਂਗਾ, ਠੀਕ ਹੈ, ਕਿਉਂਕਿ ਇਹਦੇ ਹੀ ਐਗਜ਼ਾਮ ਜ਼ਿਆਦਾ ਹੋਣੇ ਨੇ PSSB ਦੇ। ਸੋ ਤੁਸੀਂ ਤਿਆਰ ਰਹਿਣਾ। ਮੈਂ ਪਹਿਲਾਂ ਥਿਊਰੀ ਕਰੋ, ਮੈਂ ਸਿੱਧੇ ਡਾਇਰੈਕਟ MCQ ਨਹੀਂ ਕਰਵਾਉਣਗੇ। ਸੋ ਇਸੇ ਕਰਕੇ ਮੈਂ ਡਾਇਰੈਕਟ MCQ ਕਿਸੇ ਦੇ ਵੀ ਨਹੀਂ ਕਰਵਾਏਗੇ, ਥਿਊਰੀ ਕਰਵਾ ਰਿਹਾ ਮੈਂ, ਠੀਕ ਆ। ਇੱਕ ਕਲਾਸ ਦੇ ਵਿੱਚ ਮੰਨ ਲਓ ਥਿਊਰੀ ਹੋ ਗਈ, ਥਿਊਰੀ ਦੇ ਨਾਲ ਤੁਹਾਡੇ ਮੈਂ 10 ਤੋਂ 12 MCQ ਐਡ ਕਰ ਦਿੰਦਾ। ਮੰਨ ਲਓ ਇੱਕ ਟੌਪਿਕ ਲਿਆ 10-12 MCQ ਐਡ ਕਰਤੇ, ਉਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਹਾਂ ਤੁਹਾਨੂੰ ਪੱਲੇ ਪੈ ਰਹੀ ਹੈ ਥਿਊਰੀ ਕਿ ਨਹੀਂ। ਫਿਰ ਦੂਜੀ ਕਲਾਸ ਲਈ ਟੌਪਿਕ ਵਾਈਜ਼ ਲਿਆ ਤਾਂ ਉਹਦੇ ਆਪਾਂ 10 ਤੋਂ 15 MCQ ਐਡ ਕਰ ਦਿੰਦੇ ਹਾਂ, ਠੀਕ ਆ। ਤੁਸੀਂ ਪਲੇਲਿਸਟ 'ਚ ਜਾ ਕੇ ਆਪਣੀ ਵੀਡੀਓਜ਼ ਚੈੱਕ ਕਰ ਸਕਦੇ ਹੋ। ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਆਪਾਂ ਕਰਵਾਈ ਹੋਈ ਆ। ਪਹਿਲੀਆਂ 3-4 ਵੀਡੀਓਜ਼ ਤੁਹਾਨੂੰ 4-5 ਵੀਡੀਓਜ਼ ਤੁਹਾਨੂੰ ਕੱਲੀ ਪੰਜਾਬੀ 'ਚ ਮਿਲਣਗੀਆਂ, ਬਟ ਉਸ ਤੋਂ ਬਾਅਦ ਮੈਂ ਇੰਗਲਿਸ਼ ਪੰਜਾਬੀ ਦੋਨੋਂ ਇਕੱਠੇ ਕਰਤੀਆਂ ਸੀ। ਇਹਦੀ PDF ਲਈ ਤੁਸੀਂ GK ਅਕੈਡਮੀ ਪੰਜਾਬ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ। ਸੋ ਜਿਹੜੀ ਇਹਦੀ ਵੀ PDF ਆ, ਠੀਕ ਹੈ, 200 MCQ ਦੀ, ਇੱਕ ਵਾਰੀ ਤੁਸੀਂ ਇਹਨੂੰ ਦੇਖੋ। ਸੋ ਇਹਦੀ PDF ਮੈਂ ਬਸ 1-2 ਦਿਨ ਦਿਓ ਮੈਨੂੰ। ਇਹਦੀ ਨਾ ਥੋੜ੍ਹੀ ਜਿਹੀ ਇਹਦੀ ਸੈਟਿੰਗ ਕਰਨ ਵਾਲੀ ਹੈ, ਇਹਦੇ ਜਿਹੜੇ ਵਰਡਸ ਵਗੈਰਾ ਸਹੀ ਕਰਕੇ, ਠੀਕ ਹੈ ਮੈਂ। ਸੋ ਇਹਦੀ ਜਿਹੜੀ ਸੈਟਿੰਗ ਕਰਕੇ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਸ਼ੇਅਰ ਕਰ ਦਾਂਗਾ। ਸੋ ਤੁਸੀਂ ਆਪਣਾ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰੋ, GK ਅਕੈਡਮੀ ਪੰਜਾਬ, ਠੀਕ ਆ। ਬਾਕੀ ਸਾਰੀ ਕਲਾਸਿਸ ਦੀ PDF ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਮਿਲ ਜਾਂਦੀ ਆ। ਸੋ ਆਪਾਂ ਫ੍ਰੀ ਆਫ ਕਾਸਟ GK ਦੀ ਤਿਆਰੀ ਕਰਵਾ ਰਹੇ ਹਾਂ। ਅਗਰ ਤੁਸੀਂ ਇਸ ਟਾਈਮ ਦੇ ਉੱਤੇ ਪੰਜਾਬ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਤੁਹਾਨੂੰ ਆਪਣੇ ਕੰਟੈਂਟ ਤੋਂ GK ਦੇ ਵਿੱਚ ਬਹੁਤ ਬੈਨੀਫਿਟ ਦੇਖਣ ਨੂੰ ਮਿਲੇਗਾ, ਠੀਕ ਆ। ਸੋ ਸਾਰੇ ਦੇ ਸਾਰੇ ਕੁਐਸਚਨ ਆਪਾਂ ਉੱਪਰ ਵੀ ਕੀਤੇ ਜੋ ਆਪਣੀਆਂ ਕਲਾਸਾਂ ਲਾਈਆਂ ਹੋਈਆਂ ਨੇ, ਕਿਉਂਕਿ ਅਜੇ ਤਾਂ ਆਪਣਾ ਸਿਲੇਬਸ 50% ਵੀ ਨਹੀਂ ਕੰਪਲੀਟ ਹੋਇਆ, 30-40% ਕੰਪਲੀਟ ਹੋਇਆ। ਫਿਰ ਵੀ ਕਿੰਨੇ ਕੁਐਸਚਨ ਤੁਸੀਂ ਦੇਖੋਗੇ ਕਿ ਆਪਣੀ ਕਲਾਸਾਂ ਦੇ ਵਿੱਚੋਂ ਆ ਰਹੇ ਨੇ PPSC ਦੇ। ਸੋ PSSB ਦੇ ਤਾਂ ਆਉਣਗੇ ਹੀ ਆਉਣਗੇ, ਠੀਕ ਆ। ਸੋ ਟੈਨਸ਼ਨ ਨਹੀਂ ਲੈਣੀ ਕਿ ਆਪਣਾ ਨਾਇਬ ਤਹਿਸੀਲਦਾਰ ਕੈਂਡੀਡੇਟਸ ਨੂੰ ਆਲ ਦੀ ਬੈਸਟ। ਸੋ ਤਿਆਰੀ ਤੁਸੀਂ ਇਸ ਤੋਂ ਬਹੁਤ ਵੱਡੇ ਲੈਵਲ ਦੀ ਕੀਤੀ ਹੋਊਗੀ। ਇਹ ਤਾਂ ਕੁਝ ਵੀ ਕੁਐਸਚਨ ਨਹੀਂ ਸੀ, ਕਿਉਂਕਿ ਪਹਿਲਾਂ ਥੋੜਾ ਜਿਹਾ ਲੈਵਲ ਘੱਟ ਸੀਗਾ ਇਹਦਾ PPSC ਦਾ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ PPSC ਹੌਲੀ-ਹੌਲੀ ਕਰਕੇ ਆਪਦਾ ਲੈਵਲ ਵਧਾ ਰਹੀ ਆ। ਸੋ ਤੁਸੀਂ ਇਸ ਤੋਂ ਨੈਕਸਟ ਲੈਵਲ ਦੀ ਤਿਆਰੀ ਕੀਤੀ ਹੋਵੇਗੀ। ਪਰ ਇੱਦਾਂ ਵਾ ਕਿ PPSC ਆਪਦੇ ਕੁਐਸਚਨ ਰਿਪੀਟ ਕਰਦੀ ਆ। ਸੋ ਇਹਦੇ ਵਿੱਚੋਂ ਤੁਹਾਨੂੰ ਕੁਝ ਕੁਐਸਚਨ ਅਗਰ ਦੇਖਣ ਨੂੰ ਮਿਲਣਗੇ ਤਾਂ ਤੁਹਾਨੂੰ ਬਹੁਤ ਬੈਨੀਫਿਟ ਹੋਏਗਾ। ਸੋ ਬਾਕੀ ਪੇਪਰਾਂ ਦੇ ਵਿੱਚ ਜਿਹੜੇ ਵੀ ਆਉਣ ਵਾਲੇ ਹੋਣਗੇ PSSB ਪੰਜਾਬ ਪੁਲਿਸ, ਇਹਦੇ ਵਿੱਚ ਤਾਂ ਦੇਖਣ ਨੂੰ ਮਿਲਣਗੇ। ਸੋ ਠੀਕ ਆ ਜੀ, ਹੁਣ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਠੀਕ ਆ ਜੀ। ਬਹੁਤ ਮਿਹਨਤ ਨਾਲ ਆਪਾਂ ਇਹ ਕੰਟੈਂਟ ਤਿਆਰ ਕੀਤਾ ਪੇਪਰ ਫੁੱਲ, ਠੀਕ ਆ ਜੀ। ਸੋ ਤੁਸੀਂ ਪਲੀਜ਼ ਸਬਸਕ੍ਰਾਈਬ ਕਰਦੇ ਆ, ਸਪੋਰਟ ਕਰਨਾ ਵਾ, ਠੀਕ ਆ ਜੀ। ਮਿਲਦੇ ਆ ਆਪਾਂ ਆਪਣੀ ਅਗਲੀ ਕਲਾਸ 'ਚ।